ਕਮਲੇਸ਼ਵਰ ਦਾ ਨਾਵਲ ਡਾਕ ਬੰਗਲਾ ਚੌਥਾ ਭਾਗ। ਡਾਕਟਰ ਨੂੰ ਕਿਸੇ ਵਿਦਰੋਹੀ ਨੇ ਗਲਤੀ ਨਾਲ ਮਾਰ ਦਿੱਤਾ ਸੀ, ਇਹ ਸਮਝ ਕੇ ਕਿ ਉਹ ਕੋਈ ਵੱਡਾ ਸਰਕਾਰੀ ਅਫਸਰ ਹੈ। ਡਾਕਟਰ ਦੀ ਭੈਣ ਨੂੰ ਮੈਂ ਬਹੁਤ ਕਿਹਾ ਕਿ ਮੈਂ ਦੋਵੇਂ ਬੱਚਿਆਂ ਨੂੰ ਦਿੱਲੀ ਲੈ ਜਾਵਾਂਗੀ, ਉਹਨਾਂ ਨਾਲ ਹੀ ਰਹਾਂਗੀ ਤੇ ਉਹਨਾਂ ਨੂੰ ਪੜ੍ਹਾਵਾਂਗੀ ਲਿਖਾਵਾਂਗੀ, ਪਰ ਉਹ ਨਾ ਮੰਨੀ। ਡਾਕਟਰ ਕੋਲ ਉਸ ਵਾਕ ਦਾ ਜਵਾਬ ਮੈਂ ਇੰਝ ਹੀ ਦੇ ਸਕਦੀ ਸੀ, ਮੈਂ ਰੰਜਨ ਤੇ ਵਿਜ਼ਨ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀ ਹਾਂ। ਬਸ ਇਹੀ ਚਾਹੁੰਦੀ ਹਾਂ, ਮੈਂ ਇਹਨਾਂ ਲਈ ਹੀ ਜੀ ਲਾਂਗੀ। ਪਰ ਹਰ ਆਦਮੀ ਨੂੰ ਜੀਵਨ ਵਿੱਚ ਉੱਠੇ ਅਹਿਮ ਸਵਾਲਾਂ ਦਾ ਜਵਾਬ ਦੇਣ ਦਾ ਮੌਕਾ ਨਹੀਂ ਮਿਲਦਾ। ਮੈਂ ਡਾਕਟਰ ਨੂੰ ਜਵਾਬ ਨਾ ਦੇ ਸਕੀ। ਉਹਦੀ ਭੈਣ ਕੁਝ ਦਿਨਾਂ ਬਾਅਦ ਆਪਣੇ ਪਤੀ ਨਾਲ ਦੋਵੇਂ ਬੱਚਿਆਂ ਨੂੰ ਲੈ ਕੇ ਸ਼ਿਲੌਂਗ ਚਲੀ ਗਈ ਸੀ। ਅੱਜ ਕੱਲ੍ਹ ਰੰਜਨ ਸ਼ਿਲੌਂਗ 'ਚ ਡਾਕਟਰੀ ਪੜ੍ਹ ਰਿਹਾ ਤੇ ਵਿਜ਼ਨ ਸ਼ਾਇਦ ਇੰਟਰ ਵਿੱਚ ਹੈ। ਸ਼ਿਲੌਂਗ ਜਾਣ ਤੋਂ ਪਹਿਲਾਂ ਉਹਦੀ ਭੈਣ ਨੇ ਮੈਨੂੰ ਦਿਲਾਸਾ ਦਿੰਦੇ ਕਿਹਾ, ਤੇਰਾ ਘਰ ਹੁਣ ਵੀ ਹੈ, ਜਦੋਂ ਮਨ ਕਰੇ ਸ਼ਿਲੌਂਗ ਆ ਜਾਈਂ, ਇਹ ਬੱਚੇ ਵੀ ਤੇਰੇ ਹੀ ਹਨ। ਜਦੋਂ ਕਹੇਂਗੀ ਇਹਨਾਂ ਨੂੰ ਤੇਰੇ ਕੋਲ 5-10 ਦਿਨਾਂ ਲਈ ਭੇਜ ਦੇਵਾਂਗੀ। ਇਹ ਨਾ ਸਮਝੀ ਭਾਬੀ ਕਿ ਭਰਾ ਦੇ ਨਾ ਰਹਿਣ ਕਾਰਨ ਸਾਡੇ ਰਿਸ਼ਤੇ ਟੁੱਟ ਗਏ ਹਨ। ਰਿਸ਼ਤੇ, ਘਰ, ਪਹਿਲੀ ਵਾਰ ਸੁਣਿਆ ਸੀ ਇਹਨਾਂ ਲਫ਼ਜ਼ਾਂ ਨੂੰ। ਇੰਨੇ ਦਿਨਾਂ 'ਚ ਭੁੱਲ ਹੀ ਗਈ ਸੀ ਕਿ ਇੱਕ ਘਰ ਵੀ ਹੁੰਦਾ ਹੈ ਤੇ ਰਿਸ਼ਤੇ ਵੀ ਹੁੰਦੇ ਹਨ, ਤੇ ਇਹ ਰਿਸ਼ਤੇ ਉਮਰ ਭਰ ਰਹਿੰਦੇ ਹਨ। ਜੀਵਨ ਤੋਂ ਬਾਅਦ ਵੀ ਇਹਨਾਂ ਰਿਸ਼ਤਿਆਂ ਤੋਂ ਲੋਕ ਯਾਦ ਕਰ ਲੈਂਦੇ ਹਨ ਤੇ ਰੋ ਲੈਂਦੇ ਹਨ। ਡਾਕਟਰ ਨਾਲ ਵੀ ਮੇਰਾ ਕੁਝ ਰਿਸ਼ਤਾ ਸੀ, ਇਸੇ ਲਈ ਤਾਂ ਰੋਈ ਸੀ, ਨਹੀਂ ਤਾਂ ਪਤਾ ਨਹੀਂ ਕਿੰਨੇ ਲੋਕ ਰੋਜ਼ ਮਰਦੇ ਹਨ। ਮੈਂ ਇਸ ਮ੍ਰਿਤ ਰਿਸ਼ਤੇ ਨੂੰ ਲੈ ਕੇ ਹੀ ਬਾਕੀ ਵਕਤ ਗੁਜ਼ਾਰ ਲੈਣਾ ਚਾਹੁੰਦੀ ਸੀ। ਕੀ ਇਹ ਰਿਸ਼ਤਾ ਕਾਫੀ ਨਹੀਂ ਹੁੰਦਾ? ਪਛਤਾਵੇ ਦਾ ਹੀ ਰਿਸ਼ਤਾ ਸਹੀ। ਉਸੇ ਪਛਤਾਵੇ ਦੇ ਰਿਸ਼ਤੇ ਨੂੰ ਮੈਂ ਅਜੇ ਤੱਕ ਨਿਭਾ ਰਹੀ ਹਾਂ। ਤਿਲਕ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦ ਅਧਿਆਇ ਇਹੀ ਹੈ। ਪਛਤਾਵੇ ਦਾ ਰਿਸ਼ਤਾ ਤੇ ਉਹ ਗੂੰਜ ਹੁਣ ਜਿਵੇਂ ਤੂੰ ਚਾਹੇ। ਉਹਨਾਂ ਦੀ ਭੈਣ ਜਾ ਰਹੀ ਸੀ। ਬੱਚਿਆਂ ਦਾ ਸਮਾਨ ਜਦੋਂ ਬੰਨ੍ਹਿਆ ਜਾ ਰਿਹਾ ਸੀ ਤਾਂ ਮੈਂ ਪੱਥਰ ਰੱਖੀ ਸਭ ਬਰਦਾਸ਼ਤ ਕਰਦੀ ਰਹੀ ਸੀ। ਮੈਂ ਇੱਕਦਮ ਕਿਵੇਂ ਬਦਲ ਸਕਦੀ ਸੀ? ਉਸੇ ਤਰ੍ਹਾਂ ਬੇਲਾਗ ਖੜੀ ਤੇ ਸੋਚ ਰਹੀ ਸੀ। ਮੈਂ ਤਾਂ ਸੱਚਮੁੱਚ ਬੱਚਿਆਂ ਦੀ ਉਸ ਦੁਨੀਆ ਵੱਲ ਕਦੇ ਪੂਰਾ ਧਿਆਨ ਨਹੀਂ ਦਿੱਤਾ ਸੀ। ਸਿਵਾਏ ਪੜ੍ਹਨ ਤੇ ਰੋਟੀ ਖਵਾਉਣ ਦੇ ਮੈਂ ਉਹਨਾਂ ਦਾ ਕਦੇ ਕੁਝ ਵੀ ਨਹੀਂ ਕੀਤਾ ਸੀ। ਜਦੋਂ ਮੇਰੇ ਪੈਰ ਛੂਹ ਕੇ ਜਾਣ ਲੱਗੇ ਤਾਂ ਮਮਤਾ ਨਾਲ ਮੇਰਾ ਹਿਰਦਾ ਫਟਣ ਲੱਗਾ। ਇਹ ਮਮਤਾ ਇੰਨੀ ਦੇਰ ਬਾਅਦ ਕਿਉਂ ਉਪਜੀ ਸੀ? ਪਰ ਸੀ ਕਿਧਰੇ ਅੰਦਰ ਹੀ, ਜਿਹਨੂੰ ਆਪਣੀਆਂ ਪਰੇਸ਼ਾਨੀਆਂ 'ਚ ਸਹੇਜਣਾ ਭੁੱਲ ਗਈ ਸੀ। ਸਿੰਬਲ ਦੇ ਲਾਲ-ਲਾਲ ਫੁੱਲ। ਡਾਕਟਰ ਦੀ ਭੈਣ ਨੇ ਜਾਂਦੇ ਹੋਏ ਕੁਝ ਕਾਗਜ਼ ਮੈਨੂੰ ਸੌਂਪੇ ਸਨ ਤੇ ਕਿਹਾ ਕਿ ਭਰਾ 25,000 ਰੁਪਏ ਇਹਨਾਂ ਬੱਚਿਆਂ ਲਈ ਛੱਡ ਗਏ ਹਨ, ਉਹ ਮੇਰੇ ਨਾਂ ਹਨ, ਤਾਂ ਕਿ ਮੈਂ ਇਹਨਾਂ ਦੀ ਪੜ੍ਹਾਈ ਤੇ ਦੇਖਭਾਲ 'ਚ ਲਗਾਵਾਂ। ਇਹ 25,000 ਦਾ ਕਾਗਜ਼ ਉਹ ਤੇਰੇ ਲਈ ਛੱਡ ਗਏ ਹਨ ਭਾਬੀ, ਤਾਂ ਕਿ ਤੈਨੂੰ ਕੋਈ ਦਿੱਕਤ ਨਾ ਹੋਵੇ। ਸੱਚਮੁੱਚ ਡਾਕਟਰ ਬਹੁਤ ਹੀ ਸਮਝਦਾਰ ਸੀ। ਨੈਕਸਟ। ਉਹਦੀ ਮੌਤ ਨਾਲ ਹੀ ਮੇਰੇ ਜੀਵਨ ਦਾ ਤੀਸਰਾ ਤੇ ਸਭ ਤੋਂ ਦੁਖਦ ਤੇ ਕਰੁਣ ਅਧਿਆਇ ਖਤਮ ਹੋ ਗਿਆ। ਕੁਝ ਮੇਰੇ ਅੰਦਰ ਮਰਿਆ ਵੀ ਤੇ ਕੁਝ ਬਹੁਤ ਚੰਗਾ ਪੈਦਾ ਵੀ ਹੋਇਆ। ਡਾਕਟਰ ਇੱਕ ਪਾਰਸ ਪੱਥਰ ਵਾਂਗ ਸੀ ਜੋ ਸੋਨਾ ਬਣ ਸਕਦਾ ਸੀ, ਉਹਨੂੰ ਉਹ ਸੋਨਾ ਬਣਾ ਗਿਆ। ਜੋ ਮਿੱਟੀ ਦਾ ਸੀ ਉਹ ਮਿੱਟੀ ਹੀ ਰਹਿ ਗਿਆ। ਮੇਰੇ ਲਈ ਉਹ ਸਭ ਕੁਝ ਕਰਦਾ ਸੀ। ਮੇਰਾ ਮਨ ਲਗਾਉਣ ਲਈ ਉਹ ਕੁੱਤੇ ਦੇ ਕਤੂਰੇ ਲਿਆਇਆ ਸੀ, ਮੇਖਲਾ ਲਿਆਇਆ ਸੀ, ਫੁੱਲਾਂ ਦੀਆਂ ਵੇਣੀਆਂ ਬਣਵਾ ਕੇ ਲਿਆਉਂਦਾ ਸੀ, ਮੈਨੂੰ ਆਪਣੇ ਨਾਲ ਨੀਲੇ ਪਹਾੜਾਂ ਦੀਆਂ ਘਾਟੀਆਂ 'ਚ ਘੁਮਾਉਣ ਲੈ ਜਾਂਦਾ ਸੀ। ਬੰਸਵਟ ਹੇਠਾਂ ਬਿਠਾ ਕੇ ਉਹ ਪਿਆਰ ਦੀਆਂ ਗੱਲਾਂ ਕਰਦਾ ਸੀ। ਉਹੀ ਝੱਗ ਉਹਦੇ ਬੁੱਲਾਂ ਦੇ ਕੋਨਿਆਂ 'ਚ ਜਮ੍ਹਾਂ ਹੋ ਜਾਂਦੀ ਸੀ। ਉਦੋਂ ਤੋਂ ਜੋ ਚੀਜ਼ਾਂ, ਜੋ ਦ੍ਰਿਸ਼ ਫੁੱਲ ਉਹ ਲਿਆਇਆ ਮੇਰੇ ਲਈ ਅਛੂਤ ਹੁੰਦੇ ਗਏ। ਉਸ ਨਾਲ ਰਹਿਣ ਕਾਰਨ ਮੇਰੇ ਮਨ ਦੀ ਸੁੰਦਰ ਭਾਵਨਾ ਮਰਦੀ ਗਈ। ਕੁੱਤੇ, ਫੁੱਲ, ਪਹਾੜਾਂ ਤੇ ਜੰਗਲਾਂ ਨਾਲ ਮੈਨੂੰ ਅਣਜਾਣੇ ਚਿੜ ਹੋ ਗਈ ਸੀ। ਚਾਹ ਦੇ ਬਾਗਾਂ ਦੇ ਆਲੇ ਦੁਆਲੇ ਘੁੰਮਦੇ ਘੁੰਮਦੇ ਚਾਹ ਤੱਕ ਪੀਣ ਨਾਲ ਨਫ਼ਰਤ ਹੋਣ ਲੱਗ ਪਈ। ਜੇ ਮੈਨੂੰ ਕੁਝ ਚੰਗਾ ਲੱਗਦਾ ਸੀ ਤਾਂ ਉਹ ਨੌਜਵਾਨ ਤੇ ਮੁਟਿਆਰਾਂ, ਜਿਨ੍ਹਾਂ ਦੇ ਮੰਗੋਲ, ਤਿੱਬਤੀ ਤੇ ਬਰਮੀ ਚਿਹਰਿਆਂ ਉੱਤੇ ਸ਼ਾਂਤੀ ਦਾ ਝਲਕਾਰਾ ਮਿਲਦਾ ਸੀ, ਅਪਾਰ ਮਾਨਸਿਕ ਸ਼ਾਂਤੀ ਦਾ। ਡਾਕਟਰ ਨੂੰ ਉੱਥੋਂ ਦੇ ਲੋਕ ਚੰਗੇ ਨਹੀਂ ਲੱਗਦੇ ਸਨ, ਨਾ ਹੀ ਉਹ ਚਿੜੀ ਜੋ ਚਾਹ ਦੇ ਬਾਗਾਂ 'ਚ ਫੁਦਕਦੀ ਰਹਿੰਦੀ ਸੀ। ਮੈਂ ਹਰ ਉਸ ਚੀਜ਼ ਨਾਲ ਘਿਰਨਾ ਕੀਤੀ ਜੋ ਡਾਕਟਰ ਨੂੰ ਚੰਗੀ ਲੱਗਦੀ ਸੀ। ਇਸ ਲਈ ਮੇਰਾ ਮਨ ਸੁੱਕ ਗਿਆ। ਦੁਨੀਆ ਦੇ ਦ੍ਰਿਸ਼ 'ਚ ਮੇਰਾ ਮਨ ਰਸਦਾ ਨਹੀਂ ਸੀ। ਹਰ ਸੁੰਦਰ ਦ੍ਰਿਸ਼ ਨਾਲ ਡਾਕਟਰ ਦੀ ਨੇੜਤਾ ਦਾ ਅਹਿਸਾਸ ਜੁੜਿਆ ਹੋਇਆ ਸੀ। ਪਰ ਉਹਦੇ ਮਰਨ ਬਾਅਦ ਮੈਂ ਮਨ ਹੀ ਮਨ ਸੋਚਦੀ ਰਹੀ ਤੇ ਮੈਨੂੰ ਲੱਗਾ ਕਿ ਮੈਂ ਇੱਕ ਪਾਗਲ ਨੂੰ ਵੀ ਪਿਆਰ ਕਰ ਸਕਦੀ ਹਾਂ, ਉਸ ਨਾਲ ਜ਼ਿੰਦਗੀ ਬਿਤਾ ਸਕਦੀ ਹਾਂ। ਉੱਪਰਲੇ ਢੰਗ ਨਾਲ ਜਿਹੜੀ ਮਮਤਾ ਤੇ ਕਰੁਣਾ ਮੇਰੇ ਅੰਦਰ ਦੀ ਹਿੰਸਾ ਤੇ ਪਸ਼ੂਤਾ 'ਚ ਛੁਪ ਗਈ ਸੀ, ਉਹ ਅੰਦਰ ਹੀ ਅੰਦਰ ਹੋਰ ਡੂੰਘੀਆਂ ਜੜ੍ਹਾਂ ਫੜ ਰਹੀ ਸੀ, ਕਿਉਂਕਿ ਡਰਪੋਕ ਹੋਣ ਦੇ ਬਾਵਜੂਦ ਡਾਕਟਰ ਬੇਹੱਦ ਮਮਤਾ ਮਈ ਤੇ ਕਰੁਣਾ ਨਾਲ ਭਰਿਆ ਹੋਇਆ ਸੀ। ਡਾਕਟਰ ਨੇ ਮੈਨੂੰ ਅੰਦਰਲੀ ਸਮਰੱਥਾ ਦਿੱਤੀ, ਮੈਨੂੰ ਇਹ ਅਹਿਸਾਸ ਕਰਾਇਆ ਕਿ ਮੈਂ ਵੀ ਕੁਝ ਹਾਂ, ਤੇ ਮੇਰੇ ਲਈ ਰੁਪਇਆ ਛੱਡ ਕੇ ਉਹਨੇ ਮੈਨੂੰ ਪ੍ਰਸਥਿਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਦਿੱਤੀ। ਮੈਨੂੰ ਮੇਰੇ ਪੈਰਾਂ ਉੱਤੇ ਖੜਾ ਕਰ ਦਿੱਤਾ ਸੀ। ਉਹ ਤਿਰਸਕਾਰ ਤੇ ਹਿੰਸਾ ਦਾ ਸ਼ਿਕਾਰ ਹੁੰਦਾ ਰਿਹਾ, ਪਰ ਉਹਦਾ ਮਨ ਕਿੰਨਾ ਉਜਲਾ ਸੀ, ਉਹ ਸਾਬਤ ਕਰ ਗਿਆ। ਹੋਰਾਂ ਦੀ ਹਿੰਮਤ ਮੈਨੂੰ ਕੁਚਲਦੀ ਰਹੀ, ਮੇਰੀ ਆਹੰਗ ਨੂੰ ਚੂਰ ਚੂਰ ਕਰ ਆਪ ਜਿੱਤ ਦੀ ਭਾਵਨਾ ਨਾਲ ਭਰਦੇ ਰਹੇ ਤੇ ਮੈਨੂੰ ਤੋੜਦੇ ਗਏ।
ਪਰ ਡਾਕਟਰ ਦੀ ਕਾਇਰਤਾ ਨਹੀਂ ਮੈਨੂੰ ਹਿੰਮਤ ਦਿੱਤੀ। ਮੇਰੇ ਪ੍ਰੇਮ ਦੀਆਂ ਸੌੜੀਆਂ ਸੀਮਾਵਾਂ ਨੂੰ ਉਹਨੇ ਜ਼ਬਰਦਸਤੀ ਖਿੱਚ ਕੇ ਫੈਲਾ ਦਿੱਤਾ। ਮੇਰੀ ਮਮਤਾ ਨੂੰ ਅਸੀਮ ਕਰ ਦਿੱਤਾ। ਉਹਨੇ ਮੇਰੀ ਪੂਰੀ ਹੋਂਦ ਦੇ ਕੋਨੇ-ਕੋਨੇ ਨੂੰ ਮੱਥ ਕੇ ਛਾਣ ਦਿੱਤਾ। ਮੇਰੀਆਂ ਸਾਰੀਆਂ ਬਿਰਤੀਆਂ ਚੰਗੀਆਂ ਤੇ ਮਾੜੀਆਂ ਜਾਗ ਕੇ ਭਿਅੰਕਰ ਮਾਨਸਿਕ ਦਵੰਦ 'ਚ ਡੁੱਬ ਗਈਆਂ। ਉਹਨਾਂ ਦੇ ਸੰਘਰਸ਼ ਨੇ ਮੇਰੀ ਹੋਂਦ ਨੂੰ ਵਿਰਾਟ ਬਣਾ ਦਿੱਤਾ। ਅੱਜ ਮੈਂ ਉਨੀ ਤੰਗ ਨਹੀਂ ਹਾਂ ਜਿੰਨੀ ਪਹਿਲਾਂ ਸੀ, ਉਨੀ ਬੇਬਸ ਤੇ ਅਪੰਗ ਨਹੀਂ ਹਾਂ ਜਿਵੇਂ ਪਹਿਲਾਂ ਸੀ। ਮੈਂ ਸੁਣਦਾ ਰਿਹਾ ਸੀ ਤੇ ਈਰਾ ਜਿਵੇਂ ਦੂਰ ਖੜੀ ਡਾਕਟਰ ਦੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੀ ਸੀ। ਉਹ ਪੂਜਾ ਦੀ ਅੱਗ ਵਾਂਗ ਪਵਿੱਤਰ ਲੱਗ ਰਹੀ ਸੀ। ਉਹਦਾ ਅੰਗ-ਅੰਗ ਮਮਤਾ ਤੇ ਕਰੁਣਾ ਦੀ ਮਹਿਕ ਨਾਲ ਭਰਿਆ ਹੋਇਆ ਸੀ। ਲੱਗ ਰਿਹਾ ਸੀ ਜਿਵੇਂ ਕੋਈ ਦੇਵਦਾਸੀ ਮਗਨ ਹੋ ਕੇ ਅਰਾਧਨਾ 'ਚ ਲੱਗੀ ਹੋਵੇ। ਸ਼ਾਇਦ ਉਹ ਇਹ ਵੀ ਭੁੱਲ ਗਈ ਸੀ ਕਿ ਮੈਂ ਉਸ ਕੋਲ ਬੈਠਾ ਹਾਂ ਤੇ ਡਾਕ ਬੰਗਲੇ 'ਚ ਸੋਲੰਕੀ ਪਿਆ, ਹੇਠਾਂ ਦੇਵਦਾਰ ਦੀਆਂ ਪੱਤੀਆਂ ਦਾ ਫਿਸਲਣ ਵਾਲਾ ਗੱਦਾ ਸੀ। ਲੱਗਦਾ ਸੀ ਕਿ ਉੱਠਦੇ ਹੀ ਉਹ ਹੁਣੇ ਫਿਸਲੇਗੀ। ਨੈਕਸਟ। ਮੈਂ ਈਰਾ ਦੇ ਵਿਅਕਤਿਤਵ ਤੋਂ ਭੈਭੀਤ ਹੋ ਗਿਆ ਸੀ। ਮਨ ਕਰਦਾ ਸੀ ਕਿ ਉਹਨੂੰ ਸਹੇਜ ਕੇ ਰੱਖਾਂ ਤੇ ਖਿਲਰਨ ਨਾ ਦੇਵਾਂ। ਇਸ ਲਈ ਮੈਂ ਉਹ ਤੋਂ ਪੁੱਛਿਆ, ਪਰ ਈਰਾ, ਹੁਣ ਤੂੰ ਕੀ ਸੋਚਦੀ ਹੈ? ਕਿਸ ਗੱਲ ਬਾਰੇ? ਉਹਦੀਆਂ ਨਿਰਮਲ ਅੱਖਾਂ 'ਚ ਹੈਰਾਨੀ ਭਰ ਗਈ ਸੀ। ਇਹੀ ਅੱਗੇ ਆਉਣ ਵਾਲੀ ਜ਼ਿੰਦਗੀ ਬਾਰੇ, ਮੈਂ ਪੁੱਛਿਆ। ਮੈਂ ਤੇਰਾ ਮਤਲਬ ਨਹੀਂ ਸਮਝੀ, ਉਹਨੇ ਫਿਰ ਪੁੱਛਿਆ। ਤੂੰ ਵਿਆਹ ਕਿਉਂ ਨਹੀਂ ਕਰ ਲੈਂਦੀ? ਕੀ ਨਹੀਂ ਹੈ ਤੇਰੇ ਕੋਲ? ਅਪਾਰ ਰੂਪ ਹੈ, ਮਨ ਦਾ ਨਿਰਮਲਾਪਨ ਹੈ, ਮਮਤਾ ਵੀ ਹੈ, ਕੋਈ ਵੀ ਤੈਨੂੰ ਪਾ ਕੇ ਸੁਖੀ ਹੋ ਸਕਦਾ ਹੈ। ਮੈਂ ਕਿਹਾ, ਤੁਸੀਂ ਹਮੇਸ਼ਾ ਆਦਰਸ਼ ਤੇ ਦਰਸ਼ਨ ਦੀ ਗੱਲ ਹੀ ਕਰਦੇ ਹੋ। ਸੁੱਖ ਲਈ ਕਿਸ ਚੀਜ਼ ਦੀ ਲੋੜ ਹੈ, ਇਹ ਕੋਈ ਨਹੀਂ ਜਾਣਦਾ। ਅੱਜ ਜਿਸ ਤੋਂ ਸੁੱਖ ਮਿਲਦਾ ਹੈ, ਕੱਲ ਉਹੀ ਘੋਰ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸੁੱਖ ਤੇ ਦੁੱਖ ਕਿਸੇ ਦੇ ਜੀਵਨ 'ਚ ਨਹੀਂ ਆਉਂਦੇ। ਇਹ ਦੋ ਰੇਖਾਵਾਂ ਹਨ ਜੋ ਜੀਵਨ ਦੇ ਦੋਵੇਂ ਪਾਸੇ ਸਮਾਨ ਅੰਤਰ ਖਿੱਚੀਆਂ ਹੋਈਆਂ ਹਨ। ਪ੍ਰਸਥਿਤੀਆਂ ਤੇ ਇੱਛਾਵਾਂ ਦਾ ਬੋਝ ਜਦੋਂ ਜਿਵੇਂ ਪੈਂਦਾ ਹੈ, ਆਦਮੀ ਖਿਸਕ ਕੇ ਕਿਸੇ ਇੱਕ ਰੇਖਾ 'ਚ ਅਟਕ ਜਾਂਦਾ ਹੈ, ਉਸ ਉੱਤੇ ਫਿਸਲਣ ਲੱਗਦਾ ਹੈ। ਫਿਰ ਕੋਈ ਵੱਡਾ ਜਿਹਾ ਝਟਕਾ ਉਸ ਰੇਖਾ ਤੋਂ ਦੂਜੇ ਪਾਸੇ ਸੁੱਟ ਦਿੰਦਾ ਹੈ। ਉਂਝ ਹੀ ਜੀਵਨ ਚੱਲਦਾ ਹੈ। ਸੁੱਖ ਕਾਮਨਾ ਕਰਨ ਨਾਲ ਹੀ ਨਹੀਂ ਮਿਲਦਾ। ਮੈਂ ਕਿਸੇ ਨੂੰ ਸੁਖੀ ਬਣਾ ਸਕਦੀ ਹਾਂ, ਇਹ ਵੀ ਇੱਕ ਕਾਮਨਾ ਹੀ ਹੈ। ਕਿਉਂ ਗਲਤ ਕਹਿ ਰਹੀ ਹਾਂ? ਕਹਿੰਦੇ ਹੋਏ ਉਹ ਇੱਕਦਮ ਹੱਸ ਪਈ ਤੇ ਬੋਲੀ, ਮੈਂ ਆਪ ਹੀ ਦਰਸ਼ਨ ਘੋਟਣ ਲੱਗ ਪਈ। ਪਰ ਜੇ ਕੋਈ ਇਹ ਸਮਝਦਾ ਹੈ ਤਾਂ ਤੈਨੂੰ ਕੀ ਇਤਰਾਜ਼ ਹੋ ਸਕਦਾ? ਮੈਂ ਪੁੱਛਿਆ। ਹੱਸਦੇ ਹੋਏ ਉਹ ਬੋਲੀ, ਸਾਫ਼-ਸਾਫ਼ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਮੇਰੇ ਨਾਲ ਵਿਆਹ ਕਰ ਸਕਦੇ ਹੋ? ਪਰ ਤਿਲਕ, ਇੰਜ ਮੈਂ ਨਹੀਂ ਕਰ ਸਕਾਂਗੀ। ਰਾਜ਼ ਆਦਮੀ ਦੀ ਜ਼ਿੰਦਗੀ ਦੇ ਵੱਡੇ ਦੁਸ਼ਮਣ ਹੁੰਦੇ ਹਨ। ਪਿਛਲੀ ਜ਼ਿੰਦਗੀ ਬਾਰ-ਬਾਰ ਕੁਚਲੇ ਹੋਏ ਸੱਪ ਵਰਗੀ ਪਲਟਾ ਖਾਂਦੀ ਹੈ ਤੇ ਡੰਗ ਮਾਰਦੀ ਹੈ। ਜਿਹਨੂੰ ਮੈਂ ਸਭ ਕੁਝ ਦੱਸਿਆ, ਉਸ ਨਾਲ ਵਿਆਹ ਨਹੀਂ ਕਰ ਸਕਦੀ, ਕਿਉਂਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਤੁਸੀਂ ਮੇਰੀ ਜ਼ਿੰਦਗੀ 'ਚ ਪਹਿਲੇ ਹੋ। ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਈਰਾ? ਮੈਂ ਠੀਕ ਹੀ ਕਹਿ ਰਹੀ ਹਾਂ। ਤੁਹਾਡੇ ਮਨ ਦੀ ਇਹ ਉਦਾਰਤਾ ਹਮੇਸ਼ਾ ਨਹੀਂ ਰਹੇਗੀ, ਕਿਸੇ ਕੋਲ ਨਹੀਂ ਰਹਿੰਦੀ। ਉਦੋਂ ਰੋਣਾ ਪਏਗਾ। ਇਸ ਤੋਂ ਫਾਇਦਾ? ਈਰਾ ਨੇ ਕਿਹਾ। ਮੈਂ ਕਹਿੰਦਾ, ਮੇਰੇ ਤੇ ਵਿਸ਼ਵਾਸ ਕਰ ਈਰਾ। ਅਸੀਂ ਇਹ ਮੰਨ ਕੇ ਚੱਲਾਂਗੇ ਕਿ ਇਸ ਪਲ ਤੋਂ ਪਹਿਲੇ ਦੇ ਪਲਾਂ ਉੱਤੇ ਸਾਨੂੰ ਨਿਗਾਹ ਨਹੀਂ ਪਾਉਣੀ ਚਾਹੀਦੀ। ਮੈਂ ਕਿਹਾ, ਕਹਿਣ ਨਾਲ ਕੁਝ ਨਹੀਂ ਹੁੰਦਾ। ਹਰ ਮਨ ਪਵਿੱਤਰਤਾ ਦਾ ਭੁੱਖਾ ਹੁੰਦਾ ਹੈ। ਮੇਰਾ ਮਤਲਬ ਹੇਠਲੇ ਦਰਜੇ ਦੀ ਪਵਿੱਤਰਤਾ ਤੋਂ ਨਹੀਂ ਹੈ। ਮੈਂ ਉਸ ਬੋਧ ਦੀ ਗੱਲ ਕਰ ਰਹੀ ਹਾਂ ਜੋ ਏਕਾਧਿਕਾਰ ਦੇ ਨੇੜੇ ਤੇੜੇ ਦੀ ਚੀਜ਼ ਹੈ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਮੈਂ ਵੀ ਨਹੀਂ ਕਰਾਂਗੀ। ਤੇ ਹੁਣ ਸਭ ਕੁਝ ਦੱਸ ਦੇਣ ਬਾਅਦ ਮੈਂ ਤੁਹਾਡੀ ਪਤਨੀ ਨਹੀਂ ਬਣ ਸਕਦੀ, ਕਦੀ ਨਹੀਂ। ਬੁਰਾ ਮੰਨਣ ਦੀ ਇਸ 'ਚ ਕੋਈ ਗੱਲ ਨਹੀਂ। ਕਹਿੰਦੇ ਹੋਏ ਹੌਲੀ-ਹੌਲੀ ਚੱਲਣ ਲੱਗੀ। ਮੈਂ ਇੱਧਰ ਉੱਧਰ ਦੀ ਗੱਲ ਛੇੜ ਦਿੱਤੀ ਤਾਂ ਕਿ ਉਹ ਇਹ ਨਾ ਸਮਝੇ ਕਿ ਮੈਂ ਬੁਰਾ ਮੰਨ ਗਿਆ। ਨੈਕਸਟ। ਸ਼ਾਮ ਨੂੰ ਅਸੀਂ ਲੋਕ ਜਲਦੀ ਸੌਂ ਗਏ ਸੀ। ਸਵੇਰੇ ਉੱਠ ਕੇ ਕੋਲਹਾਈ ਜਾਣਾ ਸੀ। ਸਵੇਰੇ 7 ਵਜੇ ਅਸੀਂ ਤਿੰਨੋਂ ਘੋੜਿਆਂ 'ਤੇ ਸਵਾਰ ਹੋਏ। ਘਾਟੀ ਪਾਰ ਕਰਦੇ ਟੇਢੇ-ਮੇਢੇ ਪੱਥਰਾਂ ਦਾ ਰਸਤਾ ਆ ਗਿਆ, ਜਿਸ 'ਚ ਪਗਡੰਡੀ ਵੀ ਨਹੀਂ ਸੀ। ਘੋੜੇ ਬਹੁਤ ਸੰਭਲ ਕੇ ਚੱਲ ਰਹੇ ਸਨ। ਹੇਠਾਂ ਕਿਧਰੇ ਦਰਿਆ ਦੇ ਪਾਣੀ ਦੇ ਕੁੰਡ ਸਨ। ਦਰਿਆ ਸਾਡੇ ਸੱਜੇ ਪਾਸੇ ਵੱਲ ਸੀ। ਰਸਤਾ ਸੌੜਾ ਹੋ ਰਿਹਾ ਸੀ। ਟੁੱਟੇ ਹੋਏ ਪੱਥਰਾਂ ਦੇ ਪਹਾੜ ਖੱਬੇ ਪਾਸੇ ਵੱਲ ਸਨ ਤੇ ਸੱਜੇ ਪਾਸੇ ਦਰਿਆ ਕੋਲ ਦੇਵਦਾਰਾਂ ਦੇ ਦਰਖਤ ਬੰਦ ਛਤਰੀਆਂ ਵਾਂਗ ਨੇੜੇ-ਨੇੜੇ ਉੱਗੇ ਹੋਏ ਸਨ। ਕਾਫੀ ਅੱਗੇ ਚੱਲ ਕੇ ਭੋਜ ਪੱਤਰ ਦਾ ਜੰਗਲ ਆਇਆ। ਭੋਜ ਪੱਤਰ ਦੀ ਚੂਨੇ ਵਰਗੀ ਸਫੇਦ ਛਾਲ ਵੇਖ ਕੇ ਈਰਾ ਚੀਕ ਪਈ। ਚਾਂਦੀ ਦੇ ਬਿਰਛ। ਜਦੋਂ ਉਹਨੂੰ ਪਤਾ ਲੱਗਾ ਕਿ ਇਹੀ ਭੋਜ ਪੱਤਰ ਹੈ ਤਾਂ ਬੋਲੀ, ਇਹਦੇ ਪੱਤੇ ਤਾਂ ਇੰਨੇ ਛੋਟੇ-ਛੋਟੇ ਹਨ, ਇਹਨਾਂ ਉੱਤੇ ਪੋਥੀਆਂ ਕਿਵੇਂ ਲਿਖੀਆਂ ਜਾਂਦੀਆਂ ਰਹੀਆਂ ਹੋਣਗੀਆਂ। ਨੈਕਸਟ। ਆਰਾਮ ਕਰਨ ਲਈ ਅਸੀਂ ਘੋੜਿਆਂ ਤੋਂ ਉਤਰ ਕੇ ਹੇਠਾਂ ਚੱਟਾਨਾਂ ਉੱਤੇ ਬੈਠ ਗਏ। ਵਹਿੰਦੇ ਜਾਂਦੇ ਚਸ਼ਮੇ 'ਚ ਪੈਰ ਡੁਬੋਏ ਹੋਏ ਸਨ। ਸੋਲੰਕੀ ਦੀਆਂ ਨਾਸਾਂ ਚਿਮਨੀ ਵਾਂਗ ਧੂਆਂ ਉਗਲ ਰਹੀਆਂ ਸਨ। ਉਹਨੇ ਜੇਬ 'ਚੋਂ ਚਾਕੂ ਕੱਢਿਆ। ਭੋਜ ਪੱਤਰ ਦੇ ਤਣੇ ਤੋਂ ਛਾਲ ਨੂੰ ਚੀਰ ਕੇ ਲੈ ਆਇਆ। ਇਹ ਹੈ ਛਾਲ ਜਿਸ ਉੱਤੇ ਪੋਥੀਆਂ ਲਿਖੀਆਂ ਜਾਂਦੀਆਂ ਸਨ। ਕਾਗਜ਼ਾਂ ਤੋਂ ਵੀ ਹਲਕੀ ਹੈ ਛਾਲ। ਇੱਕ ਵਿੱਚ 7 ਪਰਤਾਂ ਹਨ। ਆਪਣੇ ਬੈਗ 'ਚ ਛਾਲ ਰੱਖਦੀ ਹੋਈ ਈਰਾ ਬੋਲੀ, ਸੋਲੰਕੀ ਹੱਥ ਪੈਰ ਧੋ ਲਓ, ਬੜਾ ਚੰਗਾ ਪਾਣੀ ਹੈ। ਪਰ ਸੋਲੰਕੀ ਨੇ ਜਿਵੇਂ ਸੁਣਿਆ ਹੀ ਨਹੀਂ ਸੀ। ਅਸੀਂ ਲੋਕ ਕੁਝ ਦੂਰ ਤੱਕ ਪੈਦਲ ਚੱਲੇ।
ਇਰਾ ਸੋਲੰਕੀ ਨਾਲ ਅੱਗੇ ਅੱਗੇ ਚੱਲ ਰਹੀ ਸੀ, ਮੈਂ ਕੁਝ ਪਿੱਛੇ ਸੀ। ਉਹਨਾਂ ਵਿਚਕਾਰ ਬਤਰੇ ਦੀ ਕੋਈ ਗੱਲ ਚੱਲ ਰਹੀ ਸੀ, ਕਿਉਂਕਿ ਸ਼ੀਲਾ ਤੇ ਬਤਰਾ ਦੋਵਾਂ ਦਾ ਹੀ ਨਾਂ ਕਦੇ ਕਦੇ ਸੁਣਾਈ ਪੈ ਜਾਂਦਾ ਸੀ। ਸੋਲੰਕੀ ਸ਼ੀਲਾ ਦੀ ਬੁਰਾਈ ਵੀ ਕਰ ਰਿਹਾ ਸੀ ਤੇ ਮੈਂ ਇਹ ਵੀ ਕਹਿੰਦੇ ਸੁਣਿਆ ਕਿ ਸ਼ੀਲਾ ਲਗਾਤਾਰ ਉਸੇ ਕੋਲ ਹੀ ਰਹਿ ਰਹੀ ਹੈ ਤੇ ਬਤਰੇ ਦੀ ਜ਼ਿੰਦਗੀ ਮੁਹਾਲ ਕੀਤੀ ਹੋਈ ਹੈ। ਉਹਦਾ ਰੁਪਇਆ ਪਾਣੀ ਵਾਂਗ ਵਹਾਉਂਦੀ ਹੈ ਤੇ ਜਾਣ ਪਛਾਣ ਵਾਲਿਆਂ ਨਾਲ ਅਜੇ ਵੀ ਘੁੰਮਦੀ ਫਿਰਦੀ ਹੈ। ਸ਼ਾਇਦ ਦੋਵਾਂ ਨੇ ਕੋਰਟ 'ਚ ਸ਼ਾਦੀ ਕਰ ਲਈ ਹੈ, ਪਰ ਉਹਨੂੰ ਪ੍ਰਗਟਾਇਆ ਨਹੀਂ। ਮੈਂ ਘੋੜੇ ਵਾਲੇ ਨਾਲ ਗੱਲਾਂ ਕਰਨ ਲੱਗਾ। ਉਹਨਾਂ ਦਾ ਲੀਡਰ ਮਮਦੂ ਬੋਲਿਆ, ਸਾਹਿਬ ਕੋਲਹਾਈ ਉੱਪਰ ਇੱਕ ਦੁੱਧਸਰ ਝੀਲ ਹੈ, ਬਹੁਤ ਖੂਬਸੂਰਤ ਝੀਲ ਹੈ। ਅਜਿਹੀ ਝੀਲ ਕਸ਼ਮੀਰ 'ਚ ਕਿਧਰੇ ਵੀ ਨਹੀਂ ਹੈ। ਕਿੰਨਾ ਉੱਪਰ ਹੈ? ਮੈਂ ਪੁੱਛਿਆ। ਥੋੜਾ ਉੱਪਰ ਹੈ। ਕੋਲਹਾਈ ਉੱਤੇ ਉਤਰਨ ਦਾ ਰਸਤਾ ਵੀ ਉੱਪਰ ਝੀਲ ਤੋਂ ਹੈ। ਜੇ ਸਭ ਲੋਕ ਚਾਹਣਗੇ ਤਾਂ ਲੈ ਜਾਵਾਂਗਾ। ਬੜੀ ਖੂਬਸੂਰਤ ਝੀਲ ਹੈ, ਦੁੱਧ ਵਾਂਗ ਪਾਣੀ ਹੈ। ਵਿਚਕਾਰ ਸਤਲੰਜਨ ਦਾ ਮੈਦਾਨ ਬਿਲਕੁਲ ਉਲਟੇ ਤ੍ਰਿਕੋਣ ਵਾਂਗ ਪਿਆ ਸੀ। ਉਸ ਵਿੱਚ ਨਾਲੇ ਸਿੱਧੇ ਡਿੱਗਦੇ ਸਨ, ਜਿਨ੍ਹਾਂ ਵਿੱਚ ਕਿਸੇ ਵੀ ਪਲ ਇੱਕਦਮ ਪਾਣੀ ਵੱਧ ਜਾਣ ਦੀ ਸ਼ੰਕਾ ਬਣੀ ਰਹਿੰਦੀ ਸੀ। ਇੱਕ ਡੂੰਘੇ ਨਾਲੇ ਉੱਤੇ ਦੇਵਦਾਰ ਦੇ ਤਣੇ ਦਾ ਪੁਲ ਬਣਿਆ ਹੋਇਆ ਸੀ। ਪਾਣੀ ਦੇ ਜ਼ੋਰ ਨਾਲ ਉਹ ਕੰਬਦਾ ਸੀ ਤੇ ਡੱਡੂ ਵਾਂਗ ਫੁਦਕ ਕੇ ਉਹਨੂੰ ਪਾਰ ਕੀਤਾ ਜਾ ਸਕਦਾ ਸੀ। ਨੈਕਸਟ। ਇਰਾ ਘੋੜੇ ਉੱਤੇ ਬੈਠ ਗਈ। ਉਹ ਤਣੇ ਕੋਲੋਂ ਹਿੱਲਣ ਲਈ ਤਿਆਰ ਨਹੀਂ ਸਨ। ਆਪਣੀ ਬਹਾਦਰੀ ਵਿਖਾਉਣ ਲਈ ਸੋਲੰਕੀ ਨੇ ਤਣੇ ਨੂੰ ਖੜੇ ਹੋ ਕੇ ਚੱਲਦੇ ਹੋਏ ਪਾਰ ਕੀਤਾ ਤੇ ਇਰਾ ਦੇ ਘੋੜੇ ਦੀਆਂ ਰਾਸਾਂ ਫੜ ਕੇ ਲੈ ਆਇਆ। ਉਸ ਪਾਰ ਪਹੁੰਚ ਕੇ ਸੋਲੰਕੀ ਨੇ ਇਰਾ ਨੂੰ ਲੱਕ ਤੋਂ ਫੜ ਕੇ ਗੁੱਡੀ ਵਾਂਗ ਲਾ ਦਿੱਤਾ ਸੀ। ਫਿਰ ਪਤਲੀਆਂ ਤੇ ਪਥਰੀਲੀਆਂ ਘਾਟੀਆਂ ਵਿੱਚੋਂ ਦੀ ਹੁੰਦੇ ਹੋਏ ਅਸੀਂ ਇੱਕ ਅਜਿਹੀ ਜਗ੍ਹਾ ਪਹੁੰਚ ਗਏ ਜਿੱਥੋਂ ਕੋਈ ਰਸਤਾ ਵਿਖਾਈ ਨਹੀਂ ਸੀ ਪੈ ਰਿਹਾ। ਤਿੰਨਾਂ ਪਾਸਿਆਂ ਦੇ ਪਹਾੜ ਸਿਮ ਦੇ ਬੂਹਿਆਂ ਵਾਂਗ ਬੰਦ ਸਨ। ਅਸੀਂ ਲੋਕ ਰੁਕ ਗਏ। ਮਮਦੂ ਨੇ ਅੱਗੇ ਵੱਧ ਕੇ ਦੱਸਿਆ, ਇੱਧਰ ਸੱਜੇ ਪਾਸੇ ਦਰਾ ਹੈ। ਇਸੇ ਦਰੇ 'ਚ 2 ਮੀਲ ਦੀ ਦੂਰੀ ਉੱਤੇ ਕੋਲਹਾਈ ਗਲੇਸ਼ੀਅਰ ਹੈ। ਉਧਰ ਨੇੜੇ ਤੱਕ ਕੋਈ ਵੀ ਨਹੀਂ ਜਾ ਸਕਦਾ। ਇੱਧਰ ਮੁੜਦੇ ਹੀ ਬਰਫ਼ ਦੀ ਨਦੀ ਵਿਖਾਈ ਪੈਂਦੀ ਹੈ। ਚਾਰੋਂ ਪਾਸੇ ਸੰਨਾਟਾ ਸੀ। ਇੱਕ ਚਿੜੀ ਵੀ ਉੱਥੇ ਨਹੀਂ ਸੀ। ਤਿੰਨੋਂ ਪਾਸੇ ਨੀਲੇ ਪਹਾੜ ਖੜੇ ਸਨ। ਉੱਪਰ ਸਾਫ਼ ਅਸਮਾਨ ਸੀ। ਘੜੀ ਵੇਖੀ ਤਾਂ 11:30 ਵੱਜ ਚੁੱਕੇ ਸਨ। ਅਸੀਂ ਤਿੰਨੋਂ ਹੀ ਖਾਮੋਸ਼ ਸੀ। ਵੀਰਾਨ ਸੁੰਦਰਤਾ ਚਾਰੋਂ ਪਾਸੇ ਖਿਲ ਰਹੀ ਸੀ। ਨਦੀ ਦੀ ਧਾਰ ਉਥਲੀ ਸੀ, ਪਰ ਬਹੁਤ ਤੇਜ਼। ਜੰਗਲ ਪਿੱਛੇ ਰਹਿ ਗਏ ਸਨ। ਘਾਹ ਤੇ ਛੋਟੀਆਂ ਝਾੜੀਆਂ ਦੇ ਸਿਵਾਏ ਹੋਰ ਕੁਝ ਵੀ ਨਹੀਂ ਸੀ। ਸੁੰਦਰਤਾ ਜਦੋਂ ਖੁੱਲ੍ਹਦੀ ਹੈ ਤਾਂ ਆਦਮੀ ਮੌਨ ਹੋ ਜਾਂਦਾ ਹੈ। ਤਿੰਨੋਂ ਹੀ ਉਸ ਉਜਾੜ ਸੁੰਦਰਤਾ ਨੂੰ ਫਟੀਆਂ ਨਿਗਾਹਾਂ ਨਾਲ ਵੇਖ ਰਹੇ ਸਨ। ਹਲਕੀ ਹਰੀ ਤੇ ਸਲੇਟੀ ਚੱਟਾਨਾਂ ਦੇ ਪਹਾੜ ਸੰਨਿਆਸੀਆਂ ਵਾਂਗ ਚੁੱਪਚਾਪ ਖਲੋਤੇ ਸਨ। ਉਸ ਖਾਮੋਸ਼ੀ ਨੂੰ ਮੈਂ ਭੰਗ ਕੀਤਾ। ਮਮਦੂ ਕਹਿ ਰਿਹਾ ਸੀ ਕਿ ਕੋਲਹਾਈ ਉੱਪਰ ਇੱਕ ਬਹੁਤ ਹੀ ਖੂਬਸੂਰਤ ਝੀਲ ਹੈ, ਦੁੱਧਸਰ। ਜੇ ਚੱਲਣ ਦਾ ਇਰਾਦਾ ਹੋਵੇ ਤਾਂ ਦੱਸੋ। ਸੋਲੰਕੀ ਆਪਣੀ ਹਿੰਮਤ ਤੋਂ ਜ਼ਿਆਦਾ ਅੱਗੇ ਵੱਧ ਕੇ ਬੋਲਿਆ, ਜ਼ਰੂਰ ਚੱਲਣਾ ਚਾਹੀਦਾ। ਕਿਉਂ ਇਰਾ ਨੇ ਵੀ ਸਹਿਮਤੀ ਦੇ ਦਿੱਤੀ। ਕੁਝ ਦੂਰ ਅਸੀਂ ਲੋਕ ਘੋੜਿਆਂ ਉੱਤੇ ਗਏ ਤੇ ਸੱਜੇ ਪਾਸੇ ਮੁੜਦੇ ਇੱਕ ਖੁੱਲ੍ਹਾ ਜਿਹਾ ਮੈਦਾਨ ਆ ਗਿਆ। ਤਿਲਿਸਮ ਵਾਂਗ ਇਹ ਸਭ ਖੁੱਲਦਾ ਜਾ ਰਿਹਾ ਸੀ। ਦੂਰ ਕੋਲਹਾਈ ਗਲੇਸ਼ੀਅਰ ਗਾਂ ਦੀ ਬੇਹੱਦ ਚੌੜੀ ਜੀਭ ਵਾਂਗ ਜ਼ਮੀਨ ਉੱਤੇ ਪਸਰਿਆ ਹੋਇਆ ਸੀ ਤੇ ਉਸ ਜੀਭ ਤੋਂ ਲਾਰ ਵਾਂਗ ਪਾਣੀ ਟਪਕ ਰਿਹਾ ਸੀ। ਹੇਠਾਂ ਡੂੰਘੀ ਬਰਫੀਲੀ ਝੀਲ ਵਿਖਾਈ ਦੇ ਰਹੀ ਸੀ। ਉਸੇ ਝੀਲ ਵਿੱਚੋਂ ਬਰਫੀਲਾ ਪਾਣੀ 50-60 ਛੋਟੀਆਂ ਵੱਡੀਆਂ ਧਾਰਾਵਾਂ 'ਚੋਂ ਵਗਦਾ ਹੋਇਆ ਆ ਰਿਹਾ ਸੀ। ਇੱਥੋਂ ਨਹਿਰ ਦਾ ਜਨਮ ਹੋਇਆ ਨਜ਼ਰ ਆਉਂਦਾ ਸੀ। ਅੱਗੇ ਜਾ ਕੇ ਛੋਟੀਆਂ ਧਾਰਾਵਾਂ ਇੱਕ ਹੋ ਗਈਆਂ ਸਨ। ਕਲ ਕਰਦੀਆਂ ਧਾਰਾਵਾਂ ਵਹਿ ਰਹੀਆਂ ਸਨ। ਅਸੀਂ ਢਲਵੇਂ ਪਹਾੜਾਂ ਉੱਤੇ ਖੱਬੇ ਪਾਸੇ ਖੜੇ ਸੀ। ਗਲੇਸ਼ੀਅਰ ਉੱਤੇ ਧੁੱਪ ਸਤਰੰਗੇ ਰੰਗਾਂ 'ਚ ਚਮਕ ਰਹੀ ਸੀ ਤੇ ਬਰਫ਼ ਦੀਆਂ ਉੱਚੀਆਂ ਨੀਵੀਆਂ ਨੁਕੀਲੀਆਂ ਚੱਟਾਨਾਂ ਚਿੱਟੇ ਮੁਕਟ ਜਿਹੀਆਂ ਝਿਲਮਿਲਾ ਰਹੀਆਂ ਸਨ। ਰੌਸ਼ਨੀ ਦੀ ਆਪਾਂ ਉਹਨਾਂ ਤੇ ਪੈ ਕੇ ਮੁੜ ਰਹੀ ਸੀ ਤੇ ਘਾਟੀ ਦੇ ਸਾਹਮਣੇ ਵਾਲੇ ਪਹਾੜ ਚੁੰਧਿਆ ਰਹੇ ਸਨ। ਇਰਾ ਬੇਸੁੱਧ ਜੀ ਖੜੀ ਸੀ। ਸੋਲੰਕੀ ਆਪਣੇ ਨਹੁੰ ਕੱਟ ਰਿਹਾ ਸੀ। ਕੁਝ ਅੱਗੇ ਵੱਧ ਕੇ ਉਹਨੇ ਇਰਾ ਦੇ ਮੋਢੇ ਤੇ ਹੱਥ ਰੱਖ ਲਿਆ ਤੇ ਆਪ ਵੀ ਬੇਸੁੱਧ ਹੋ ਕੇ ਖੇਡਣ ਦਾ ਅਭਿਨੈ ਕਰਨ ਲੱਗਾ ਸੀ। ਮੇਰਾ ਦਿਲ ਉਸ ਅਪਾਰ ਸੁੰਦਰਤਾ ਦੇ ਸਾਹਮਣੇ ਆਪਣੇ ਆਪ ਨਿਰਮਲ ਹੁੰਦਾ ਜਾ ਰਿਹਾ ਸੀ। ਇਰਾ ਦੀ ਸਰੀਰਕ ਸੁੰਦਰਤਾ ਮਹਿਜ਼ ਇੱਕ ਮੁਲੰਮਾ ਲੱਗ ਰਹੀ ਸੀ। ਕਣ 'ਚ ਸੁੰਦਰਤਾ ਖਿਲ ਰਹੀ ਹੋਈ ਸੀ। ਅਜਿਹੇ ਸਮੇਂ 'ਚ ਦੇਹੀ ਰਿਸ਼ਤੇ ਬੜੇ ਛੋਟੇ ਤੇ ਹੋਛੇ ਲੱਗ ਰਹੇ ਸਨ। ਇਰਾ ਦੀ ਉਹ ਸਾਰੀ ਖੂਬਸੂਰਤੀ ਜਿਹਦੀ ਅੱਗ 'ਚ ਮੈਂ ਸੜ ਰਿਹਾ ਸੀ, ਇਸ ਪਲ ਇੰਨੀ ਬਨਾਵਟੀ ਤੇ ਬੇਕਾਰ ਲੱਗ ਰਹੀ ਸੀ ਕਿ ਮਨ ਹੀਣਤਾ ਨਾਲ ਭਰ ਰਿਹਾ ਸੀ। ਉਸ ਵਿਸ਼ਾਲ ਤੇ ਵਿਰਾਟ ਸੁੰਦਰਤਾ ਅੱਗੇ ਕੁਝ ਵੀ ਨਹੀਂ ਟਿਕ ਸਕਦਾ ਸੀ। ਮਨ ਉਚਾਈਆਂ ਵੱਲ ਜਾ ਰਿਹਾ ਸੀ। ਉਦੋਂ ਹੀ ਮਮਦੂ ਨੇ ਕਿਹਾ, ਜੇ ਦੁੱਧਸਰ ਜਾਣਾ ਹੈ ਤਾਂ ਹੁਣੇ ਚੱਲਣਾ ਹੋਏਗਾ। ਅਸੀਂ ਉੱਪਰੋਂ ਤੁਹਾਨੂੰ ਲੋਕਾਂ ਨੂੰ ਬਿਲਕੁਲ ਬਰਫ਼ ਦੇ ਦਰਿਆ ਉੱਤੇ ਉਤਾਰਾਂਗੇ। ਵਿਜ਼ਿਟਰ ਲੋਕ ਬਰਫ਼ ਦਾ ਦਰਿਆ ਬਸ ਇਸੇ ਜਗ੍ਹਾ ਤੇ ਵੇਖਦੇ ਹਨ। ਅੱਗੇ ਦਲਦਲ ਵੀ ਹੋ ਸਕਦੀ ਹੈ। ਸੋਲੰਕੀ ਨੇ ਕੈਮਰਾ ਖੋਲ੍ਹ ਲਿਆ ਸੀ ਤੇ ਉਹ ਇਰਾ ਨੂੰ ਇੱਧਰ ਉੱਧਰ ਬਿਠਾ ਕੇ ਫੋਟੋ ਖਿੱਚ ਰਿਹਾ ਸੀ। ਇਰਾ ਮਦਮਾਤੀ ਜੀ ਵੇਖ ਰਹੀ ਸੀ। ਮੈਂ ਇਰਾ ਨੂੰ ਵੇਖਿਆ। ਇਹ ਕੱਲ੍ਹ ਵਾਲੀ ਇਰਾ ਨਹੀਂ ਸੀ। ਮੈਂ ਹੈਰਾਨੀ ਤੇ ਦੁਚਿੱਤੀ ਨਾਲ ਭਰ ਗਿਆ। ਕਿਹੋ ਜਿਹੀ ਹੈ ਇਹ ਕੁੜੀ?
ਇਹਦਾ ਕਿਹੜਾ ਰੂਪ ਸਹੀ ਹੈ? ਘਾਟੀ 'ਚ ਮੇਰੀਆਂ ਬਾਹਾਂ 'ਚ ਬੇਸੁੱਧ ਹੋ ਕੇ ਆਪਣੀ ਗਾਥਾ ਸੁਣਾਉਣ ਵਾਲੀ ਈਰਾ ਸਹੀ ਸੀ, ਜਾਂ ਇਹ ਸੋਲੰਕੀ ਦੇ ਇਸ਼ਾਰਿਆਂ ਉੱਤੇ 16 ਵਰ੍ਹਿਆਂ ਦੀ ਕੁੜੀ ਵਾਂਗ ਚਾਰ ਨਾਲ ਫੋਟੋ ਖਿਚਵਾ ਰਹੀ? ਮੈਂ ਸਹਿ ਨਾ ਸਕਿਆ। ਮੌਕਾ ਪਾਉਂਦੇ ਹੀ ਮੈਂ ਉਹਨੂੰ ਫੜਿਆ ਤੇ ਕਿਹਾ, ਤੂੰ ਅਜੀਬ ਹੈ, ਤੈਨੂੰ ਸ਼ਰਮ ਵੀ ਨਹੀਂ ਆਉਂਦੀ? ਈਰਾ ਨੇ ਹੈਰਾਨ ਹੋ ਕੇ ਮੇਰੇ ਵੱਲ ਵੇਖਿਆ। ਉਹਦੀਆਂ ਅੱਖਾਂ 'ਚ 24 ਘੰਟੇ ਪਹਿਲਾਂ ਵਾਲੀ ਕੋਈ ਪਛਾਣ ਨਹੀਂ ਸੀ। ਉਹ ਸ਼ਾਇਦ ਆਪਣੇ ਆਪ ਨੂੰ ਬੇਹੱਦ ਦਬਾਉਂਦੀ ਹੋਈ ਬੋਲੀ, ਮੈਨੂੰ ਅਜਿਹੀਆਂ ਗੱਲਾਂ ਸੁਣਨ ਦੀ ਆਦਤ ਨਹੀਂ ਹੈ। ਤੇ ਹੈਰਾਨੀ ਉਦੋਂ ਹੋਈ ਜਦੋਂ ਉਹ ਮੁਸਕਰਾ ਪਈ ਤੇ ਬੋਲੀ, ਮੈਂ ਚਾਹੁੰਦੀ ਹਾਂ ਇਸ ਸੁੰਦਰਤਾ ਤੋਂ ਜ਼ਿਆਦਾ ਮੈਨੂੰ ਚਾਹੋ। ਸਮਝੇ? ਪ੍ਰਕਿਰਤੀ ਦੀ ਇਹ ਸਾਰੀ ਸੁੰਦਰਤਾ ਕੁਝ ਪਲਾਂ ਦੀ ਹੈ। ਇਹਨੂੰ ਵੇਖ ਕੇ ਜਾਂ ਇਹਦੇ ਸਹਾਰੇ ਜ਼ਿੰਦਗੀ ਨਹੀਂ ਬਿਤਾਈ ਜਾ ਸਕਦੀ। ਸੁੰਦਰਤਾ ਉਹ ਵੱਡੀ ਹੈ ਜੋ ਜੀਵਨ ਨੂੰ ਨਾਲ ਲੈ ਕੇ ਚੱਲੇ। ਸਮਝੇ? ਕਹਿ ਕੇ ਉਹ ਸੋਲੰਕੀ ਵੱਲ ਚਲੀ ਗਈ। ਮਮਦੂ ਨੇ ਫੇਰ ਕਿਹਾ, ਦੁੱਧ ਸਰ ਚੱਲਣਾ ਹੈ? ਈਰਾ ਇੱਕਦਮ ਬੋਲ ਪਈ, ਹਾਂ ਹਾਂ ਚੱਲਣਾ ਹੈ। ਫਿਰ ਆਓ, ਘੋੜੇ ਇੱਧਰ ਹੀ ਛੱਡਾਂਗੇ, ਪੈਦਲ ਦਾ ਰਾਹ ਹੈ। ਸਭ ਤੋਂ ਪਹਿਲਾਂ ਅਸੀਂ 60 ਧਾਰਾਵਾਂ ਪਾਰ ਕਰਨੀਆਂ ਸੀ। ਚੌਥੀ ਤੇ ਸਭ ਤੋਂ ਚੌੜੀ ਧਾਰਾ ਉੱਤੇ ਲੱਕੜੀ ਦੇ ਲੱਠੇ ਪਏ ਸਨ। ਈਰਾ ਨੂੰ ਸੋਲੰਕੀ ਸਹਾਰਾ ਦੇ ਰਿਹਾ ਸੀ। ਉਸੇ ਦਾ ਹੱਥ ਫੜ ਕੇ ਅੱਗੇ ਵਧ ਰਹੀ ਸੀ। ਧਾਰਾਵਾਂ ਕਾਫੀ ਖਤਰਨਾਕ ਸਨ। ਜ਼ਰਾ ਜਿੰਨੀ ਚੂਕ ਹੋਣ ਤੇ ਜਾਨ ਜਾ ਸਕਦੀ ਸੀ। ਅਸੀਂ ਡਿੱਗੇ ਹੋਏ ਬੰਦੇ ਨੂੰ ਵੇਖ ਸਕਦੇ ਸੀ, ਪਰ ਕੱਢ ਨਹੀਂ ਸਕਦੇ ਸੀ। ਸੱਜੇ ਪਹਾੜ ਦੇ ਚਰਨਾਂ 'ਚ ਪਹੁੰਚਦੇ 1 ਘੰਟਾ ਹੋਰ ਲੱਗ ਗਿਆ। ਈਰਾ ਤੇ ਸੋਲੰਕੀ ਇਕੱਠੇ ਜਾ ਰਹੇ ਸੀ। ਇੱਕਦਮ ਚੀਖਦੀ ਹੋਈ ਤੇਜ਼ ਆਵਾਜ਼ ਨਾਲ ਪਥਰੀਲੀ ਘਾਟੀ ਗੂੰਜ ਪਈ। ਈਰਾ ਨੇ ਚੀਖ ਕੇ ਸੋਲੰਕੀ ਦੇ ਸੀਨੇ 'ਚ ਮੂੰਹ ਛੁਪਾ ਲਿਆ। ਸੋਲੰਕੀ ਉਹਨੂੰ ਪੰਛੀ ਵਾਂਗ ਦਬਾਏ ਚਾਰੇ ਪਾਸੇ ਤੇਜ਼ ਨਿਗਾਹਾਂ ਨਾਲ ਵੇਖ ਰਿਹਾ ਸੀ। ਮਮਦੂ ਬੋਲਿਆ, ਮਾਮਰ ਚੀਖਦਾ ਹੈ, ਇਹਦੀ ਆਵਾਜ਼ ਬਹੁਤ ਤੇਜ਼ ਹੁੰਦੀ ਹੈ, ਪਰ ਬੰਦਿਆਂ ਨੂੰ ਨੁਕਸਾਨ ਨਹੀਂ ਹੁੰਦਾ। ਸੋਲੰਕੀ ਨੇ ਜੇਬ 'ਚੋਂ ਬਰਾਂਡੀ ਦੀ ਬੋਤਲ ਕੱਢੀ। ਗਟਾ-ਗਟ 4 ਘੁੱਟ ਪੀ ਕੇ ਬੁੱਲ ਚੂਸਣ ਲੱਗ ਪਿਆ। ਅਸੀਂ ਵੱਧਦੇ ਹੀ ਜਾ ਰਹੇ ਸੀ। ਇੱਕ ਤੋਂ ਬਾਅਦ ਇੱਕ ਪਹਾੜੀ ਤੇ ਚੋਟੀ ਆਉਂਦੀ ਜਾਂਦੀ ਸੀ, ਪਰ ਚੌੜਾਈ ਖਤਮ ਨਹੀਂ ਹੋ ਰਹੀ ਸੀ। ਉਦੋਂ 2 ਪਹਾੜੀਆਂ ਵਿਚਕਾਰ ਫੁੱਲਾਂ ਦੀ ਘਾਟੀ ਆਈ। ਪ੍ਰਕਿਰਤੀ ਦੀ ਅਪਾਰ ਆਵਰਣਹੀਣ ਸੁੰਦਰਤਾ ਖਿਲਰੀ ਪਈ ਸੀ। ਹਜ਼ਾਰਾਂ ਤਰ੍ਹਾਂ ਦੇ ਫੁੱਲ ਸਨ ਤੇ ਹਜ਼ਾਰਾਂ ਹੀ ਰੰਗ। ਕਾਫੀ ਥਕਾਵਟ ਹੋ ਰਹੀ ਸੀ। ਘਾਟੀ ਦੀ ਹਵਾ ਨਸ਼ੀਲੀ ਸੀ। ਮੈਂ ਇੱਕ ਪਹਾੜੀ ਨਾਲ ਟੇਕ ਲਗਾ ਕੇ ਆਰਾਮ ਕਰਨ ਲੱਗ ਪਿਆ। 2 ਮਿੰਟ ਬਾਅਦ ਪਥਰੀਲੀ ਪਰ ਫੁੱਲਾਂ ਦੀ ਭਰੀ ਘਾਟੀ ਨੂੰ ਅੱਖ ਭਰ ਕੇ ਵੇਖਣਾ ਚਾਹਿਆ ਤਾਂ ਵੇਖਿਆ ਈਰਾ ਸੋਲੰਕੀ ਦੇ ਸੀਨੇ ਤੇ ਸਿਰ ਰੱਖ ਕੇ ਅੱਖਾਂ ਬੰਦ ਕੀਤੇ ਟਿਕੀ ਹੋਈ ਹੈ। ਸੋਲੰਕੀ ਉਹਦੇ ਜੂੜੇ 'ਚ ਜੰਗਲੀ ਘਾਹਾਂ ਦੇ ਫੁੱਲ ਲਗਾ ਰਿਹਾ, ਹਸਰਤ ਭਰੀਆਂ ਨਿਗਾਹਾਂ ਨਾਲ ਉਹਨੂੰ ਵੇਖ ਰਿਹਾ। ਕੁਦਰਤੀ ਖੂਬਸੂਰਤੀ ਦੇ ਉਸ ਹਸੀਨ ਸੈਲਾਬ 'ਚ ਉਹਨਾਂ ਨੂੰ ਇਸ ਤਰ੍ਹਾਂ ਵੇਖ ਕੇ ਮੇਰਾ ਮਨ ਘੁੱਟਣ ਲੱਗ ਪਿਆ। ਉਹ ਦੋਵੇਂ ਮੈਨੂੰ ਵਾਸਨਾ 'ਚ ਲਿਪਤ ਗੰਦੇ ਕੀੜਿਆਂ ਵਾਂਗ ਲੱਗ ਰਹੇ ਸਨ ਤੇ ਈਰਾ ਦਾ ਖੜਾ ਕੀਤਾ ਹੋਇਆ ਸਾਰਾ ਤਿਲਿਸਮ ਟੁੱਟ ਗਿਆ ਸੀ। ਮੈਂ ਇਕੱਲਾ ਹੀ ਅੱਗੇ ਵਧਣ ਲੱਗ ਪਿਆ। ਕੁਝ ਦੇਰ ਬਾਅਦ ਸੋਲੰਕੀ ਦੀ ਭਾਰੀ ਆਵਾਜ਼ ਸੁਣਾਈ ਦਿੱਤੀ। ਉਹ ਕੁਝ ਗਾ ਰਿਹਾ ਸੀ। ਓ ਲੰਮੀ ਟੈਂਡਰ ਓ। ਮੈਂ ਰੁੱਕ ਕੇ ਵੇਖਿਆ। ਈਰਾ ਥਕਾਵਟ ਨਾਲ ਚੂਰ ਸੀ ਤੇ ਸੋਲੰਕੀ ਉਹਨੂੰ ਛੇੜ ਰਿਹਾ ਸੀ। ਘੜੀ 4 ਵਜਾ ਰਹੀ ਸੀ। ਪਹਾੜੀਆਂ ਦੀਆਂ ਕੜੀਆਂ ਖਤਮ ਨਹੀਂ ਹੋ ਰਹੀਆਂ ਸਨ। ਅਜੀਬ ਝੁੰਝਲਾਹਟ ਹੋ ਰਹੀ ਸੀ। ਮੈਂ ਮਮਦੂ ਨੂੰ ਰੁੱਖੇ ਢੰਗ ਨਾਲ ਪੁੱਛਿਆ, ਕਿੱਥੇ ਹੈ ਦੁੱਧ ਸਰ? ਬਸ ਇਸ ਪਹਾੜੀ ਦੇ ਉਸ ਪਾਰ, ਉਹ ਬੋਲਿਆ ਤੇ ਅੱਗੇ ਚੱਲਣ ਲੱਗ ਪਿਆ। ਉਹਦੀ ਪਿੱਠ ਉੱਤੇ ਕੁਝ ਸਮਾਨ ਵੱਜਿਆ ਹੋਇਆ ਸੀ, ਇਸ ਲਈ ਉਹ ਰਿੱਛ ਵਾਂਗ ਮਟਕ ਕੇ ਚੱਲ ਰਿਹਾ ਸੀ। ਉਹ ਪਹਾੜੀ ਵੀ ਪਾਰ ਹੋ ਗਈ, ਪਰ ਝੀਲ ਦਾ ਕੋਈ ਪਤਾ ਨਹੀਂ ਸੀ। ਚਾਰੋਂ ਪਾਸੇ ਪਹਾੜੀਆਂ ਹੀ ਪਹਾੜੀਆਂ ਸਨ। ਨੰਗੀਆਂ ਚੱਟਾਨਾਂ ਦੀਆਂ ਪਹਾੜੀਆਂ ਜਿਨ੍ਹਾਂ ਦੀ ਕੁੱਖ 'ਚ ਘਾਹ ਉੱਗੀ ਹੋਈ ਸੀ। ਚਾਰੋਂ ਪਾਸੇ ਪੱਥਰ ਹੀ ਪੱਥਰ। ਬਹੁਤ ਹੇਠਾਂ 60 ਧਾਰਾਵਾਂ ਵਾਲੀ ਘਾਟੀ ਫੈਲੇ ਹੋਏ ਨਕਸ਼ੇ ਵਾਂਗ ਲੱਗ ਰਹੀ ਸੀ। ਸਾਰੇ ਥਕਾਵਟ ਨਾਲ ਚੂਰ ਸਨ, ਪਰ ਚੱਲਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮਮਦੂ ਬਾਰ-ਬਾਰ ਕਹਿ ਰਿਹਾ ਸੀ, ਇੱਧਰੋਂ ਰਸਤਾ ਛੋਟਾ ਪਏਗਾ, ਵਾਪਸੀ 'ਚ ਤੁਸੀਂ ਫਿਕਰ ਕਿਉਂ ਕਰਦੇ ਹੋ? ਅਖੀਰ ਅਸੀਂ ਚੱਲਦੇ ਗਏ। 3 ਸ਼੍ਰੇਣੀਆਂ ਪਾਰ ਕਰਕੇ ਜਦੋਂ ਹੇਠਾਂ ਵੇਖਿਆ, ਬਰਫ਼ ਨਾਲ ਢਕੇ ਪਹਾੜਾਂ ਵਿਚਕਾਰ ਨਗੀਨੇ ਵਾਂਗ ਜੜੀ ਹੋਈ ਸੀ ਦੁੱਧ ਸਰ ਝੀਲ। ਪਾਣੀ ਦੁੱਧ ਵਾਂਗ ਨਿਰਮਲ ਸੀ। ਅਜੀਬ ਜਿਹੀ ਰੂਹਾਨੀ ਸ਼ਾਂਤੀ ਫੈਲੀ ਹੋਈ ਸੀ। ਨਿਰਜਨ ਤੇ ਬੇਆਵਾਜ਼ ਇਕਾਂਤ ਸੀ। ਉਹਦੇ ਸ਼ਾਂਤ ਪਾਣੀ ਉੱਤੇ ਬਰਫੀਲੇ ਪਹਾੜਾਂ ਦਾ ਦੁੱਧ ਭਰਿਆ ਪਰਛਾਵਾਂ ਪੈ ਰਿਹਾ ਸੀ ਤੇ ਬਰਫ਼ ਦੇ ਦਰਖਤ ਜਿਵੇਂ ਉਸ 'ਚ ਲੱਗੇ ਹੋਏ ਸਨ, ਜੋ ਬਹੁਤ ਹੀ ਹੌਲੀ-ਹੌਲੀ ਤੈਰ ਰਹੇ ਸਨ। ਉਹਨਾਂ ਬਰਫ਼ ਦੇ ਦਰਖਤਾਂ ਦੀਆਂ ਸ਼ਾਖਾਵਾਂ ਸ਼ੀਸ਼ੇ ਵਾਂਗ ਚਮਕ ਰਹੀਆਂ ਸਨ। ਡਬਡਬਾਈ ਸ਼ਾਂਤ ਅੱਖ ਦੇ ਆਕਾਰ ਵਾਂਗ ਸੀ ਦੁੱਧ ਸਰ। ਸੱਪ ਦੀ ਅੱਖ ਵਿੱਚ ਜਿਵੇਂ ਮੋਹ ਲੈਣ ਦੀ ਖਿੱਚ ਹੁੰਦੀ ਹੈ। ਮੈਂ ਚੁੱਪਚਾਪ ਹੇਠਾਂ ਉਤਰ ਗਿਆ। ਮੇਰੀ ਉਤਰਦੀ ਝੀਲ ਉੱਤੇ ਬੱਦਲ ਛਾ ਗਏ ਤੇ ਮੈਂ ਬੱਦਲਾਂ ਹੇਠ ਅੱਖਾਂ ਬੰਦ ਕੀਤੇ ਬੈਠਾ ਰਿਹਾ। ਉਸ ਸੁੰਦਰਤਾ ਨੂੰ ਵੇਖ ਕੇ ਆਦਮੀ ਅੰਨਾ ਹੋ ਸਕਦਾ ਸੀ। ਦੁੱਧ ਸਰ ਦੇ ਪਾਣੀ ਨੂੰ ਮੈਂ ਹੱਥ ਦੀ ਬੁੱਕ ਭਰ ਕੇ ਪੀਤਾ। ਇਹੀ ਉਹਦਾ ਪ੍ਰਸ਼ਾਦ ਸੀ। ਸੁੰਦਰਤਾ ਸਥਾਨ ਨਹੀਂ ਵੇਖਦੀ। ਜਿੱਥੇ ਉਹ ਆਪਣੇ ਆਪ ਨੂੰ ਆਵਰਣਹੀਨ ਕਰ ਦਿੰਦੀ ਹੈ, ਉੱਥੇ ਉਹਦੀਆਂ ਕਿਰਨਾਂ ਖਿਲਰਨ ਲੱਗਦੀਆਂ। ਈਰਾ ਤੇ ਸੋਲੰਕੀ ਵੀ ਹੇਠਾਂ ਆ ਗਏ ਸਨ। ਈਰਾ ਨੇ ਹੱਥ ਪਾਇਆ ਤਾਂ ਤਰਬਕ ਪਈ, ਇੰਨਾ ਠੰਡਾ ਪਾਣੀ। ਸੋਲੰਕੀ ਦੂਰ ਹੀ ਖੜਾ ਰਿਹਾ। ਮੇਰੀ ਆਤਮਾ ਉਸ ਦ੍ਰਿਸ਼ ਨਾਲ ਭਰ ਗਈ ਸੀ। ਝੀਲ ਦੇ ਦੁਧੀਆ ਪਾਣੀ ਵਿੱਚ ਬਰਫ਼ ਦੇ ਚਿੱਟ ਖੰਭੇ ਹੰਸ ਜਿਵੇਂ ਹੌਲੀ-ਹੌਲੀ ਤੈਰ ਰਹੇ ਸਨ ਤੇ ਜੰਮੀ
ਹੋਈ ਬਰਫ਼ ਦਾ ਪਰਛਾਵਾਂ ਚਾਂਦੀ ਦੀ ਚੱਦਰ ਵਾਂਗ ਉਹਦੇ ਤਲ ਦੀਆਂ ਡੂੰਘਾਈਆਂ ਤੱਕ ਲਹਿਰਾ ਰਿਹਾ ਸੀ। ਬੜੀ ਸ਼ਾਂਤੀ ਸੀ ਉੱਥੇ, ਸਾਰੀ ਥਕਾਵਟ ਉਤਰ ਗਈ ਸੀ। ਨੈਕਸਟ। ਉੱਪਰ ਆਉਂਦੇ ਆਉਂਦੇ ਸ਼ਾਮ ਦੇ 6 ਵੱਜ ਚੁੱਕੇ ਸਨ। ਅਸੀਂ ਲੋਕ ਮਮਦੂ ਦੇ ਪਿੱਛੇ ਪਿੱਛੇ ਗਲੇਸ਼ੀਅਰ ਦੇ ਰਸਤੇ ਵੱਲ ਵਧੇ ਤੇ ਸਾਡੇ ਹੱਥਾਂ ਦੇ ਤੋਤੇ ਉੱਡ ਗਏ ਜਦੋਂ ਮਮਦੂ ਨੇ 1.5 ਘੰਟਾ ਪਰੇਸ਼ਾਨ ਹੋਣ ਬਾਅਦ ਕਿਹਾ, ਰਸਤਾ ਨਹੀਂ ਮਿਲ ਰਿਹਾ। ਸਾਰਿਆਂ ਦੇ ਚਿਹਰਿਆਂ ਤੇ ਹਵਾਈਆਂ ਉੱਡਣ ਲੱਗੀਆਂ। ਨੰਗੇ ਪਹਾੜਾਂ ਦੀ ਗੋਦ 'ਚ ਰੁਕ ਸਕਣਾ ਸੰਭਵ ਨਹੀਂ ਸੀ। ਸਾਡੇ ਕੋਲ ਕੱਪੜੇ ਵੀ ਨਹੀਂ ਸੀ ਤੇ ਜਿਸ ਰਸਤੇ ਤੋਂ ਆਏ ਉਸੇ ਰਸਤੇ ਤੋਂ ਵਾਪਸ ਜਾਣ 'ਚ ਰਾਤ ਹੋ ਜਾਣੀ ਸੀ। ਉਦੋਂ ਉਹਨਾਂ ਪਤਲੀਆਂ ਚੌੜੀਆਂ ਤੇਜ਼ ਰਫ਼ਤਾਰ ਨਾਲ ਵਹਿੰਦੀਆਂ 60 ਧਾਰਾਵਾਂ ਨੂੰ ਪਾਰ ਕਰਨਾ ਮੌਤ ਨਾਲ ਜੂਝਣਾ ਸੀ। ਇਸੇ ਪਰੇਸ਼ਾਨੀ 'ਚ 8 ਵੱਜ ਗਏ। ਪੱਛਮੀ ਪਹਾੜਾਂ ਉੱਤੇ ਰਾਤ ਥੋੜ੍ਹੀ ਦੇਰ ਨਾਲ ਆਉਂਦੀ ਹੈ ਤੇ 8 ਵਜਦੇ ਹਨੇਰਾ ਘਿਰਨ ਲੱਗ ਪਿਆ। ਸਾਨੂੰ ਲੋਕਾਂ ਨੂੰ ਕੋਲ ਹਾਈ ਗਲੇਸ਼ੀਅਰ ਉੱਤੇ ਉਤਰਨ ਦਾ ਰਾਹ ਨਹੀਂ ਮਿਲ ਰਿਹਾ ਸੀ। ਮਾਮਰ ਚੀਖਦਾ ਤਾਂ ਸਾਰੀ ਘਾਟੀ ਕੰਬਣ ਲੱਗਦੀ। ਸਰਦ ਹਵਾ ਚੱਲਣ ਲੱਗ ਪਈ ਸੀ। ਪਰ ਉੱਪਰੋਂ ਕੋਲ ਹਾਈ ਗਲੇਸ਼ੀਅਰ ਦਾ ਦ੍ਰਿਸ਼ ਅਦਭੁਤ ਸੀ। ਹੇਠਾਂ ਧਰਤੀ ਉੱਤੇ ਹਜ਼ਾਰਾਂ ਸਾਲ ਦੀ ਜੰਮੀ ਹੋਈ ਕਾਲੀ ਬਰਫ਼ ਸੀ। ਉਸ ਉੱਪਰ ਕੇਕ ਦੀ ਸ਼ੱਕਰ ਜਿਵੇਂ ਸਾਫ਼ ਬਰਫ਼ ਦੇ ਬੇਤਰਤੀਬ ਤੇ ਮੂੰਹ ਖੋਲ੍ਹੇ ਹੋਏ ਜਬਾੜੇ ਖੜੇ ਹੋਏ ਸਨ। ਜਿਵੇਂ ਪਾਣੀ 'ਚ ਪੈਣ ਨਾਲ ਚੂਨਾ ਖਿੜ ਜਾਂਦਾ, ਉਸੇ ਤਰ੍ਹਾਂ ਇਹ ਬਰਫ਼ ਜਬਾੜੇ ਵਾਂਗ ਖਿੜੇ ਹੋਏ ਸਨ ਤੇ ਉਹਨਾਂ ਉੱਤੇ ਸਰਦ ਕੋਹਰਾ ਧੂਏ ਵਾਂਗ ਲਿਪਟਿਆ ਹੋਇਆ ਸੀ। ਜਿੱਥੋਂ ਤੱਕ ਨਜ਼ਰ ਜਾਂਦੀ ਸੀ ਖਿੜੀ ਹੋਈ ਬਰਫ਼ ਦੀਆਂ ਪਰਤਾਂ ਸਨ। ਇੱਕਦਮ ਸੁੰਨਸਾਨ ਸੀ। ਖਾਮੋਸ਼ੀ ਫੈਲੀ ਸੀ। ਤੀਰ ਵਾਂਗ ਹਵਾ ਚੱਲ ਰਹੀ ਸੀ। ਪਰ ਰਸਤਾ ਨਾ ਮਿਲਣ ਕਾਰਨ ਅਸੀਂ ਲੋਕ ਪਰੇਸ਼ਾਨ ਸੀ ਤੇ ਅੰਦਰ ਹੀ ਅੰਦਰ ਡਰ ਬੈਠਦਾ ਜਾ ਰਿਹਾ ਸੀ। ਪ੍ਰਕਿਰਤੀ ਜਿਵੇਂ ਸਾਹ ਰੋਕ ਕੇ ਖੜੀ ਸੀ। ਗਲੇਸ਼ੀਅਰ ਦੇ ਦੋਵੇਂ ਪਾਸੇ ਪਹਾੜ ਸਨ। ਇੱਕ ਸਾਹਮਣੇ ਸੀ, ਇੱਕ ਉੱਤੇ ਅਸੀਂ ਸੀ। ਵਿੱਚੋਂ ਵਿਸ਼ਾਲ ਚਿੱਟਾ ਅਜਗਰ 300 ਫੁੱਟ ਦੀ ਨਿਚਾਈ ਤੇ ਪਿਆ ਬਰਫੀਲੇ ਸਾਹ ਲੈ ਰਿਹਾ ਸੀ। ਸਾਡਾ ਪਹਾੜ ਟੁੱਟੇ ਪੱਥਰਾਂ ਦਾ ਪਹਾੜ ਸੀ। ਟੁੱਟੀਆਂ ਹੋਈਆਂ ਚੱਟਾਨਾਂ ਬੇਤਰਤੀਬ ਇੱਕ ਦੂਜੇ ਉੱਤੇ ਟਿਕੀਆਂ ਹੋਈਆਂ ਸਨ। ਤੇਜ਼ ਹਵਾ ਨਾਲ ਕੋਈ ਇੱਕ ਚੱਟਾਨ ਸਰਕਦੀ ਤਾਂ ਆਪਣੇ ਨਾਲ ਬਹੁਤ ਸਾਰੀਆਂ ਚੱਟਾਨਾਂ ਨੂੰ ਲੈ ਕੇ ਧੜ ਧੜ ਕਰਕੇ ਡਿੱਗਦੀ ਸੀ। ਗਲੇਸ਼ੀਅਰ ਦੀ ਘਾਟੀ ਖੌਫਨਾਕ ਆਵਾਜ਼ਾਂ ਨਾਲ ਭਰ ਜਾਂਦੀ ਸੀ। ਦਿਲ ਬੈਠਣ ਲੱਗਦਾ ਸੀ। ਪਹਾੜ ਦੀ ਚੋਟੀ ਤੋਂ 10-12 ਫੁੱਟ ਹੇਠਾਂ ਤੱਕ ਬਜਰੀ ਸੀ। ਬਜਰੀ ਤੋਂ ਬਾਅਦ ਟੁੱਟੀਆਂ ਹੋਈਆਂ ਚੱਟਾਨਾਂ ਆਉਂਦੀਆਂ ਸੀ। ਰਸਤਾ ਮਿਲ ਨਹੀਂ ਰਿਹਾ ਸੀ। ਬਜਰੀ ਤੋਂ ਹੇਠਾਂ ਫਿਸਲ ਜਾਣ ਦਾ ਡਰ ਵੀ ਸੀ ਤੇ ਫਿਰ ਟੁੱਟੀਆਂ ਚੱਟਾਨਾਂ ਵਿੱਚ ਉਤਰਨਾ ਮੌਤ ਦੇ ਮੂੰਹ 'ਚ ਜਾਣਾ ਸੀ। ਮਮਦੂ ਪਾਗਲ ਕੁੱਤੇ ਵਾਂਗ ਰਸਤਾ ਲੱਭ ਰਿਹਾ ਸੀ। ਮੈਂ ਹਾਰ ਕੇ ਇੱਕ ਜਗ੍ਹਾ ਤੇ ਬੈਠ ਗਿਆ। ਅਸਮਾਨ ਤੋਂ ਕਾਲਾ ਪੰਛੀ ਖੰਭ ਫੈਲਾਏ ਉਤਰ ਰਿਹਾ ਸੀ। ਉਹਦਾ ਖੰਭਾਂ ਦਾ ਦਬਾਅ ਤੇ ਹਨੇਰਾ ਹਰ ਪਲ ਵੱਧਦਾ ਹੀ ਜਾ ਰਿਹਾ ਸੀ। ਇਰਾ ਪਰੇ ਨਜ਼ਰ ਆ ਰਹੀ ਸੀ। ਸੋਲੰਕੀ ਵੀ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਬਜਰੀ ਤੋਂ ਹੇਠਾਂ ਫਿਸਲ ਗਿਆ। ਗੋਡੇ ਛਿੱਲੇ ਗਏ, ਪਰ ਫਿਸਲ ਕੇ ਮੈਂ 12 ਫੁੱਟ ਹੇਠਾਂ ਜੰਮੀ ਹੋਈ ਵਿਸ਼ਾਲ ਚੌਰਸ ਚੱਟਾਨ ਉੱਤੇ ਜਾ ਡਿੱਗਾ। ਜੇ ਉਹ ਚੱਟਾਨ ਵੱਡੀ ਨਾ ਹੁੰਦੀ ਤੇ ਸ਼ਾਇਦ ਮੇਰੀਆਂ ਹੱਡੀਆਂ ਵੀ ਨਾ ਮਿਲਦੀਆਂ। ਮੌਤ ਦਾ ਮੈਨੂੰ ਪਹਿਲਾ ਝਟਕਾ ਲੱਗਿਆ ਸੀ। ਸਾਰਾ ਪਿੰਡ ਝੁੰਝਣ ਆ ਗਿਆ ਸੀ। ਹੁਣ ਮੇਰੇ ਕੋਲ ਹੇਠਾਂ ਉਤਰਨ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਬਜਰੀ ਤੋਂ ਉੱਪਰ ਚੜ੍ਹਿਆ ਨਹੀਂ ਸੀ ਜਾ ਸਕਦਾ। ਹੇਠਾਂ ਟੁੱਟੀਆਂ ਹੋਈਆਂ ਚੱਟਾਨਾਂ ਸੀ। ਮੈਂ ਹਿੰਮਤ ਕਰਕੇ ਹੇਠਾਂ ਉਤਰਨਾ ਸ਼ੁਰੂ ਕੀਤਾ, ਇਹ ਜਾਣਦੇ ਹੋਏ ਵੀ ਕਿ ਕਿਸੇ ਵੀ ਪਲ ਮੇਰੀ ਮੌਤ ਦਾ ਪਲ ਹੋ ਸਕਦਾ ਹੈ। ਪਰ ਚਾਰਾ ਹੀ ਕੀ ਸੀ? ਹਵਾਵਾਂ ਜ਼ਹਿਰੀਲੇ ਡੰਗ ਵਾਂਗ ਝਟਕੋਰ ਰਹੀਆਂ ਸੀ। ਮੈਂ ਉਸ ਠੰਡੇ ਖੂਹ 'ਚ ਲਹਿੰਦਾ ਹੀ ਜਾ ਰਿਹਾ ਸੀ। ਚੱਟਾਨਾਂ ਦਾ ਇੱਕ ਠੇਲਾ ਕਿਧਰੇ ਦੂਰ ਧੜ ਧੜਾ ਕੇ ਡਿੱਗਾ। ਮੈਂ ਸਾਹ ਰੋਕ ਕੇ ਵਿਚਕਾਰ ਖੜਾ ਹੋ ਗਿਆ। ਅਖੀਰ ਹਥੇਲੀ ਤੇ ਜਾਨ ਚੁੱਕੇ ਮੈਂ ਗਲੇਸ਼ੀਅਰ ਦੀ ਤਰਾਈ 'ਚ ਪਹੁੰਚ ਗਿਆ। ਸੜੀ ਹੋਈ ਘਾਹ ਉੱਥੇ ਮਹਿਕ ਰਹੀ ਸੀ ਤੇ ਅਜਗਰ ਦੀ ਖੱਲ ਵਾਂਗ ਗੰਦੀਆਂ ਚਿਕਣੀਆਂ ਕਈ ਚੱਟਾਨਾਂ ਉੱਥੇ ਚਿਪਕੀਆਂ ਹੋਈਆਂ ਸਨ। ਮੈਂ ਉੱਪਰ ਦੇਖਿਆ। ਇਰਾ, ਸੋਲੰਕੀ ਤੇ ਮਮਦੂ ਕਿਧਰੇ ਨਜ਼ਰ ਨਹੀਂ ਆ ਰਹੇ ਸੀ। ਸ਼ਾਇਦ ਉਹ ਮੁੜ ਨਾ ਗਏ ਹੋਣ। ਇਹ ਵਿਚਾਰ ਆਉਂਦੇ ਹੀ ਮੇਰੇ ਰੌਂਗਟੇ ਖੜੇ ਹੋ ਗਏ। ਅਜੇ ਤਾਂ ਗਲੇਸ਼ੀਅਰ ਪਾਰ ਕਰਨਾ ਸੀ। ਉਹਨਾਂ ਬਰਫੀਲੇ ਜਬਾੜਿਆਂ ਵਿੱਚੋਂ ਜਾਣਾ ਸੀ। ਉਦੋਂ ਉਸ ਪਾਰ ਜਾ ਕੇ ਕਿਧਰੇ ਰਸਤਾ ਮਿਲੇਗਾ। ਡਰ ਨਾਲ ਮੇਰਾ ਸਰੀਰ ਠੰਡਾ ਪੈਂਦਾ ਜਾ ਰਿਹਾ ਸੀ। ਬਰਫ਼ ਉੱਤੋਂ ਗੁਜ਼ਰਦੀ ਹਵਾ ਵਿੱਚ ਇੱਕ ਅਜੀਬ ਜਿਹੀ ਗੂੰਜ ਹੁੰਦੀ ਹੈ ਤੇ ਸੁੱਕਾਪਣ। ਮੇਰਾ ਅੱਧਾ ਧੜ ਸੁੰਨ ਹੋ ਗਿਆ ਸੀ। ਲੱਗ ਰਿਹਾ ਸੀ ਇਸ 'ਚ ਕੋਈ ਜਾਨ ਨਹੀਂ ਹੈ। ਚਾਕੂ ਕੱਢ ਕੇ ਮੈਂ ਕਾਲੀ ਚੱਟਾਨ ਨੂੰ ਖੋਦਿਆ ਤਾਂ ਬਰਫ਼ ਦੀਆਂ ਚਿੱਪਰਾਂ ਨਿਕਲ ਆਈਆਂ। ਉਹ ਸਰਦੀਆਂ 'ਚ ਜੰਮੀ ਹੋਈ ਬਰਫ਼ ਦੀ ਚੱਟਾਨ ਸੀ ਜਿਸ ਉੱਤੇ ਮੈਂ ਖੜਾ ਸੀ। ਤੇ ਜੇਬ 'ਚ ਬਰਾਂਡੀ ਦੀ ਸ਼ੀਸ਼ੀ ਕੱਢ ਕੇ ਮੈਂ 4-6 ਘੁੱਟ ਪੀ ਗਿਆ ਤਾਂ ਕਿਤੇ ਜਾਨ 'ਚ ਜਾਨ ਆਈ। ਸੀਨੇ 'ਚ ਬਰਾਂਡੀ ਦੀ ਮਸ਼ਾਲ ਬਲਦੀ ਰਹੀ। ਪ੍ਰਕਿਰਤੀ ਦੀ ਵਿਕਰਾਲ ਸੁੰਦਰਤਾ ਮੇਰੇ ਸਾਹਮਣੇ ਖੜੀ ਸੀ। ਮੈਂ ਬੇਹੱਦ ਬੇਬਸ ਕੀੜੇ ਵਾਂਗ ਖੜਾ ਸੀ। ਅਖੀਰ ਮੈਂ ਆਵਾਜ਼ ਮਾਰੀ, ਇਰਾ, ਸੋਲੰਕੀ। ਘੱਟ ਹੀ ਗੂੰਜ ਪਈ। ਬਰਫ਼ ਦੀਆਂ ਗੁਫਾਵਾਂ ਨਾਲ ਟਕਰਾ ਕੇ ਆਵਾਜ਼ ਵਾਪਸ ਆ ਰਹੀ ਸੀ। ਉਹਦੀ ਆਵਾਜ਼ ਆਈ, ਤਿਲਕ। ਤੇ ਮੈਂ ਦੇਖਿਆ ਕੁਝ ਧੱਬੇ ਜਿਹੇ ਪਹਾੜ ਉੱਪਰ ਰੇਂਗ ਰਹੇ ਸਨ। ਮੈਂ ਰੁਮਾਲ ਜਲਾ ਕੇ ਹਿਲਾਇਆ ਤਾਂ ਕਿ ਉਹ ਜਾਣ ਲੈਣ ਕਿ ਮੈਂ ਹੇਠਾਂ ਪਹੁੰਚ ਚੁੱਕਾ। ਗਲੇਸ਼ੀਅਰ ਇਕੱਲਿਆਂ ਪਾਰ ਨਹੀਂ ਕੀਤਾ ਜਾ ਸਕਦਾ। ਮੈਂ ਸਰਦੀ 'ਚ ਆਕੜ ਕੇ ਮਰਨ ਲਈ ਤਿਆਰ ਸੀ। ਨੱਕ ਤੋਂ ਪਾਣੀ ਆ ਰਿਹਾ ਸੀ। ਸਰਦੀ ਕਰਕੇ ਮੇਰੇ ਨੱਕ ਤੇ ਕੰਨ ਜਿਵੇਂ ਉੱਡ ਗਏ ਸੀ।
ਬਲਦਾ ਹੋਇਆ ਰੁਮਾਲ ਵੇਖ ਕੇ ਉਹਨਾਂ ਨੇ ਆਵਾਜ਼ ਲਈ, ਆ ਰਹੇ ਹਾਂ। ਘੁੰਮਦੀ ਹੋਈ ਆਵਾਜ਼ ਡੁੱਬਦੀ ਗਈ। ਮੈਂ ਚੁੱਪਚਾਪ ਖੜਾ ਹੋ ਗਿਆ। ਕੁਝ ਦੂਰੀ ਤੇ ਬਰਫ਼ ਦੀ ਝੀਲ ਸੀ ਜਿਸ 'ਚ ਗਲੇਸ਼ੀਅਰ ਦਾ ਪਾਣੀ ਟਪਕ ਰਿਹਾ ਸੀ। ਕਿਨਾਰਿਆਂ ਦੀ ਧੋਤੀ ਹੋਈ ਬਰਫ਼ ਪੰਨੀ ਦੀ ਤਰ੍ਹਾਂ ਚਮਕ ਰਹੀ ਸੀ। ਉਸ ਝੀਲ ਦੀ ਚਮਕਦਾਰ ਬਰਫੀਲੀ ਦੀਵਾਰਾਂ ਤੋਂ ਰੌਸ਼ਨੀ ਫੁੱਟ ਰਹੀ ਸੀ ਜਿਸ ਨਾਲ ਆਲੇ ਦੁਆਲੇ ਦੀ ਜਗ੍ਹਾ ਚਮਕ ਰਹੀ ਸੀ। ਹਿਮ ਹੰਸ ਝੀਲ 'ਚ ਸ਼ਾਲੀਨਤਾ ਨਾਲ ਤੈਰ ਰਹੇ ਸਨ। ਗਲੇਸ਼ੀਅਰ ਦੇ ਜਬਾੜਿਆਂ ਤੋਂ ਭਿਆਨਕ ਸਾਹ ਆ ਰਹੇ ਸਨ। ਬਰਫ਼ ਦੀ ਝੀਲ ਦੇ ਕਿਨਾਰੇ ਪਿਘਲੀ ਹੋਈ ਮੋਮ ਵਾਂਗ ਬੇਤਰਤੀਬ ਸਨ। ਚਾਰੋਂ ਪਾਸੇ ਬਰਫ਼ ਦਾ ਸਾਮਰਾਜ ਸੀ। ਕਾਲੀ ਤੇ ਗੰਦੀ ਬਰਫ਼ ਦੀਆਂ ਚੱਟਾਨਾਂ ਵਿਚਕਾਰ ਉਹ ਛੋਟੀ ਜਿਹੀ ਝੀਲ ਸ਼ੀਸ਼ ਮਹਿਲ ਵਾਂਗ ਜਗਮਗਾ ਰਹੀ ਸੀ। ਹਿਮ ਜਲ ਦਾ ਸ਼ੀਸ਼ ਮਹਿਲ। ਸ਼ਾਇਦ ਇਹਦੇ ਹੇਠਾਂ ਹੁਸੀਨ ਪਰੀਆਂ ਦਾ ਮਹਿਲ ਹੋਏਗਾ ਤੇ ਹਿਮ ਹੰਸ ਜਿਵੇਂ ਉਹਦੀ ਰਖਵਾਲੀ ਕਰ ਰਹੇ ਹੋਣਗੇ। ਸੁੰਦਰਤਾ ਦੀ ਅਨੁਭੂਤੀ ਹੁੰਦੇ ਹੀ ਭੈ ਵੀ ਖਿਲਰਨ ਲੱਗ ਪਿਆ। ਸਰੀਰ 'ਚ ਅਜੀਬ ਜਿਹੀ ਤਾਜ਼ਗੀ ਤੇ ਫੁਰਤੀ ਆ ਗਈ ਸੀ, ਪਰ ਪਿੱਛੇ ਪਲਟ ਕੇ ਵੇਖਣ ਨਾਲ ਡਰ ਲੱਗਦਾ ਸੀ। ਪਾਟੇ ਹੋਏ ਚੂਨੇ ਵਰਗੇ ਖੁੱਲੇ ਬਰਫੀਲੇ ਜਬਾੜੇ ਨਿਗਲਣ ਲਈ ਤਿਆਰ ਸਨ ਤੇ ਉਹਨਾਂ ਬਰਫ਼ ਦੀਆਂ ਖੰਭਿਆਂ ਵਿਚਕਾਰ ਗੁਜ਼ਰਦੀ ਹੋਈ ਹਵਾ ਸਾਂ-ਸਾਂ ਕਰ ਰਹੀ ਸੀ। ਸ਼ੰਕਾ ਤੇ ਸਾਹਸ ਦੋਵੇਂ ਮਨ 'ਚ ਸਨ, ਪਰ ਅੰਦਰ ਕਿਤੇ ਬੇਰਹਿਮ ਮੌਤ ਦਾ ਪੰਜਾ ਕੱਸਦਾ ਜਾ ਰਿਹਾ ਸੀ। ਪਿੱਛੇ ਕੁਝ ਬਿੜਕ ਹੋਈ ਤੇ ਇੱਕ ਪਲ ਵਿੱਚ ਹੀ ਕੁਦਰਤ ਭਿਆਨਕ ਸ਼ੋਰ 'ਚ ਡੁੱਬ ਗਈ। ਆਵਾਜ਼ ਨਾਲ ਵੀ ਦ੍ਰਿਸ਼ਟੀ ਬੇਕਾਬੂ ਹੋ ਜਾਂਦੀ ਹੈ। ਵਿਸ਼ਾਲ ਸ਼ਿਲਾ ਖੰਡਾਂ ਦਾ ਪਥਰੀਲਾ ਝਰਨਾ ਗਲੇਸ਼ੀਅਰ ਉੱਤੇ ਡਿੱਗਣ ਲੱਗ ਪਿਆ। ਇਰਾ ਦੀ ਚੀਖ ਮੈਂ ਸੁਣੀ, ਫਿਰ ਸਭ ਕੁਝ ਉਸ ਭਿਆਨਕ ਆਵਾਜ਼ 'ਚ ਡੁੱਬ ਗਿਆ। ਕੁਝ ਹੀ ਪਲਾਂ 'ਚ ਸਭ ਸ਼ਾਂਤ ਹੋ ਗਿਆ ਤੇ ਹਫਦੇ ਹੋਏ ਸੋਲੰਕੀ, ਮਮਦੂ ਤੇ ਇਰਾ ਮੁਰਦਿਆਂ ਵਾਂਗ ਮੇਰੇ ਕੋਲ ਢਲਕ ਆਏ। ਇਰਾ ਦੇ ਵਾਲ ਖਿਲਰ ਗਏ ਸਨ ਤੇ ਚਿਹਰੇ ਤੇ ਪੀਲਾਪਨ ਫੈਲਿਆ ਸੀ। ਸ਼ੀਸ਼ੀ ਦੀ ਬਚੀ ਬਰਾਂਡੀ ਮੈਂ ਤਿੰਨਾਂ ਨੂੰ ਦਿੱਤੀ ਤਾਂ ਕੰਬਦੇ ਹੱਥਾਂ ਨਾਲ ਇਰਾ ਨੇ ਮੈਨੂੰ ਫੜ ਲਿਆ। ਮੈਂ ਮਰ ਜਾਵਾਂਗੀ ਤਿਲਕ, ਮੈਂ ਮਰ ਜਾਵਾਂਗੀ। ਸੋਲੰਕੀ ਦਾ ਸਾਹ ਉਖੜ ਰਿਹਾ ਸੀ ਤੇ ਉਹਦੀਆਂ ਨਾਸਾਂ ਧੌਂਕੜੀ ਵਾਂਗ ਫੁੱਲ ਰਹੀਆਂ ਸਨ। ਕੰਨਪੱਟੀਆਂ ਤਮਕ ਰਹੀਆਂ ਸਨ। ਸਾਰਿਆਂ ਦੇ ਕੱਪੜੇ ਜਗ੍ਹਾ ਜਗ੍ਹਾ ਤੋਂ ਫਟ ਗਏ ਸਨ। ਮਮਦੂ ਬੜਾ ਲਾਚਾਰ ਜਿਹਾ ਬੈਠਾ ਸੀ। ਉਹ ਹੌਲੀ ਜਿਹੀ ਬੋਲਿਆ, ਸਾਹਿਬ ਹੋਸ਼ ਕਰੋ, ਹਿੰਮਤ ਕਰੋ, ਇੱਥੋਂ ਚੱਲਣਾ ਪਏਗਾ, ਨਹੀਂ ਤਾਂ ਮਰ ਜਾਵਾਂਗੇ ਸਾਹਿਬ। ਮਾਰ ਤਾਂ ਤੂੰ ਦਿੱਤਾ ਹੀ ਹੈ, ਇਰਾ ਬੋਲੀ ਤਾਂ ਸੋਲੰਕੀ ਨੇ ਕਿਹਾ, ਹੁਣ ਬਾਕੀ ਕੀ ਰਿਹਾ? ਰਾਤ ਦੇ 9:30 ਵਜੇ ਸਨ ਤੇ ਅਸੀਂ ਅਜੇ ਗਲੇਸ਼ੀਅਰ ਪਾਰ ਕਰਨਾ ਸੀ। ਮਾਚਿਸ, ਸਿਗਰਟਾਂ ਤੇ 2 ਟਾਰਚਾਂ ਸਾਡੇ ਕੋਲ ਸਨ। ਉਹਨਾਂ ਦਾ ਹੀ ਆਸਰਾ ਸੀ। ਅਖੀਰ ਹਿੰਮਤ ਕਰਕੇ ਅਸੀਂ ਉੱਠੇ, ਗਲੇਸ਼ੀਅਰ ਪਾਰ ਕਰਨ ਲੱਗੇ। ਮੁੰਜ ਦੇ ਜੁੱਤੇ ਮਮਦੂ ਨੇ ਸਾਡੇ ਜੁੱਤਿਆਂ ਉੱਤੇ ਚੜ੍ਹਾ ਦਿੱਤੇ। ਨੁਕੀਲੀਆਂ ਸੋਟੀਆਂ ਦੀ ਅਹਿਮੀਅਤ ਹੁਣ ਸਮਝ ਆ ਰਹੀ ਸੀ। ਇੱਕ ਇੱਕ ਕਦਮ ਨਾਪ ਤੋਲ ਕੇ ਰੱਖਦੇ ਜਾ ਰਹੇ ਸੀ ਕਿ ਗਲੇਸ਼ੀਅਰ ਦੀਆਂ 3 ਨਦੀਆਂ ਸਾਹਮਣੇ ਆ ਗਈਆਂ। ਬਰਫ਼ ਦੀਆਂ ਨਦੀਆਂ ਜੋ ਘੁੰਮਦੀਆਂ ਘੁਮਾਉਂਦੀਆਂ ਅੱਗੇ ਜਾ ਕੇ ਬਰਫੀਲੀਆਂ ਗੁਫਾਵਾਂ 'ਚ ਚੱਕਰ ਕੱਟਦੀਆਂ ਹੋਈਆਂ ਹੇਠਾਂ ਝੀਲ 'ਚ ਜਾਂਦੀਆਂ ਸਨ। 2 ਨੂੰ ਤਾਂ ਅਸੀਂ ਪਾਰ ਕੀਤਾ, ਤੀਸਰੀ ਨਦੀ ਚੌੜੀ ਸੀ, ਮੂੰਹ ਖੁੱਲੇ ਬਰਫ਼ ਦੀ ਗੁਫਾ ਵਾਂਗ ਜਗਮਗਾ ਰਹੀ ਸੀ, ਜਿਵੇਂ ਅੰਦਰ ਗੈਸ ਦੇ ਬਲਬ ਬਲ ਰਹੇ ਹੋਣ। ਅੰਦਰ ਭਰੀ ਹੋਈ ਹਵਾ ਪ੍ਰੋਟੋਮੈਕਸ ਵਾਂਗ ਆਵਾਜ਼ ਕਰ ਰਹੀ ਸੀ। ਉਸ ਨਦੀ ਦੇ ਸ਼ੀਸ਼ੇ ਵਰਗੇ ਚੀਕਣੇ ਤਲ ਉੱਤੇ ਪੈਰ ਨਹੀਂ ਰੱਖਿਆ ਜਾ ਸਕਦਾ ਸੀ। ਜੇ ਫਿਸਲੇ ਤਾਂ ਕੋਈ ਸਹਾਰਾ ਨਹੀਂ ਸੀ ਤੇ ਢਾਲ ਉੱਤੇ ਸਰਕ ਕੇ ਉਸ ਸਰਦ ਅਜਗਰ ਦੀ ਗੁਫਾ ਵਰਗੇ ਮੂੰਹ 'ਚ ਸਮਾ ਸਕਦੇ ਸੀ, ਜਿਸ ਦੇ ਅੰਦਰ ਸੱਪ ਮਣੀ ਵਰਗੀ ਰੌਸ਼ਨੀ ਜਗਮਗਾ ਰਹੀ ਸੀ। ਬਰਫੀਲੇ ਪਾਣੀ 'ਚ ਪੈਰ ਵੀ ਨਹੀਂ ਪਾਇਆ ਜਾ ਸਕਦਾ ਸੀ ਤੇ ਛਾਲ ਮਾਰ ਕੇ ਪਾਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ। ਬਰਫ਼ ਦੀਆਂ ਗੁਫਾਵਾਂ 'ਚ ਜਦੋਂ ਹਵਾ ਫਸ ਕੇ ਕੁਰਲਾਉਂਦੀ ਸੀ ਤਾਂ ਸੀਟੀਆਂ ਜਿਹੀਆਂ ਵੱਜਦੀਆਂ ਸਨ ਤੇ ਹਰ ਪਲ ਵਿਸਫੋਟ ਦਾ ਡਰ ਲੱਗਦਾ ਸੀ। ਨੈਕਸਟ। ਮਮਦੂ ਨੇ ਹਿੰਮਤ ਕਰਕੇ ਸਾਡੇ ਲੋਕਾਂ ਦੇ ਹੱਥ ਫੜ ਕੇ ਸੰਭਾਲ ਕੇ ਉਸ ਚੌੜੀ ਨਾਲੀ ਦੇ ਤਲ 'ਚ ਪੈਰ ਪਾਇਆ ਤੇ ਧਸਾਉਂਦਾ ਚਲਾ ਗਿਆ। ਜਦੋਂ ਪੈਰ ਬਰਫ਼ 'ਚ ਧਸ ਗਿਆ ਤਾਂ ਉਹਨੇ ਸਹਾਰਾ ਦੇ ਕੇ ਸਾਨੂੰ ਤਿੰਨਾਂ ਨੂੰ ਪਾਰ ਕਰਾ ਦਿੱਤਾ। ਬੇਹੱਦ ਸਰਦ ਹਵਾ ਚੱਲ ਰਹੀ ਸੀ ਤੇ ਸੁੰਨਸਾਨ ਵਿੱਚ ਗੂੰਜਦੀਆਂ ਅਜੀਬ ਡਰਾਉਣੀਆਂ ਆਵਾਜ਼ਾਂ ਦਿਲ ਨੂੰ ਕੰਬਾ ਜਾਂਦੀਆਂ ਸਨ। ਸੋਲੰਕੀ ਬੇਖਬਰ ਹੁੰਦਾ ਜਾ ਰਿਹਾ ਸੀ। ਉਹਦੀਆਂ ਅੱਖਾਂ 'ਚ ਭੈ ਤੇ ਮੌਤ ਦੀ ਪਰਛਾਈ ਨੱਚ ਰਹੀ ਸੀ। ਸਾਰਿਆਂ ਦੇ ਜਿਸਮ ਬੁਰੀ ਤਰ੍ਹਾਂ ਟੁੱਟੇ ਪਏ ਸਨ। ਸੰਭਲ ਕੇ ਚੱਲਦੇ ਹੋਏ ਸੋਲੰਕੀ ਨੇ ਮਮਦੂ ਦੀ ਪਿੱਠ ਉੱਤੇ ਬੰਨੇ ਸਮਾਨ ਵਿੱਚੋਂ ਟਾਰਚ ਕੱਢੀ ਤੇ ਬੜੀ ਭੇਦ ਭਰੀ ਆਵਾਜ਼ 'ਚ ਬੋਲਿਆ, ਇੱਥੇ ਜ਼ਰਾ ਨਜ਼ਰ ਰੱਖਣਾ, ਬੜੇ ਕੀਮਤੀ ਪੱਥਰ ਅਜਿਹੀਆਂ ਥਾਵਾਂ ਤੇ ਮਿਲਦੇ ਹਨ। ਸੋਲੰਕੀ ਟਾਰਚ ਜਗਾ ਕੇ ਮੌਤ ਤੇ ਮੁਸੀਬਤ ਤੋਂ ਬੇਖਬਰ ਹੋ ਕੇ ਕੀਮਤੀ ਪੱਥਰਾਂ ਨੂੰ ਝੁਕ ਝੁਕ ਕੇ ਲੱਭਣ ਲੱਗ ਪਿਆ। ਮੌਤ ਦੇ ਸਾਏ 'ਚ ਚੱਲਦੇ ਹੋਏ ਵੀ ਸੋਲੰਕੀ ਦੀ ਇਸ ਹਰਕਤ ਉੱਤੇ ਮੈਨੂੰ ਹਾਸਾ ਆ ਗਿਆ। ਮੈਂ ਸੱਚ ਕਹਿ ਰਿਹਾ, ਉਹਦੀ ਆਵਾਜ਼ 'ਚ ਗਰਮੀ ਤੇ ਅੱਖਾਂ 'ਚ ਚਮਕ ਸੀ। ਝੁੱਕ ਕੇ ਉਹਨੇ ਇੱਕ ਰੋੜੀ ਜੀ ਚੁੱਕੀ, ਜੇਬ 'ਚ ਪਾਉਂਦੇ ਕਹਿੰਦਾ, ਇਹ ਸਰਦੀਆਂ ਦੀ ਜੰਮੀ ਬਰਫ਼ ਹੈ, ਦਬਾਅ ਨਾਲ ਅਜਿਹੀਆਂ ਥਾਵਾਂ ਤੇ ਹੀਰੇ ਬਣਦੇ ਹਨ। ਉਹ ਚੁਕੰਨਾ ਹੋ ਇੱਧਰ ਉੱਧਰ ਵੇਖਦਾ ਤੇ ਪੱਥਰ ਦੇ ਛੋਟੇ ਛੋਟੇ ਟੁਕੜਿਆਂ ਨੂੰ ਚੁੱਕ ਕੇ ਚੈਸਟਰ ਦੀ ਜੇਬ 'ਚ ਪਾ ਲੈਂਦਾ। ਇਹ ਮੌਤ ਦੀ ਘਾਟੀ ਸੀ ਜਿੱਥੇ ਅਸੀਂ ਤਿੰਨੋਂ, ਮੈਂ, ਇਰਾ ਤੇ ਮਮਦੂ ਦੇ ਜਿਸਮਾਂ ਦੇ ਟੁਕੜੇ ਖਿਲਰੇ ਨਜ਼ਰ ਆ ਰਹੇ ਸਨ। ਹਨੇਰੇ ਦਾ ਉਕਾਬ ਇੱਕ ਪੰਛੀ ਆਪਣੇ ਖੰਭ ਫੈਲਾ ਕੇ ਉਤਰ ਚੁੱਕਾ ਸੀ।
ਬਰਫੀਲੀ ਸਾਹ ਸੱਪਾਂ ਵਾਂਗ ਫੁਕਾਰੇ ਮਾਰ ਰਹੀ ਸੀ। ਸਿੰਧਬਾਦ ਵਾਂਗ ਸੋਲੰਕੀ ਹੀਰੇ ਚੁਣਨ 'ਚ ਲੱਗਾ ਹੋਇਆ ਸੀ। ਆਪਣਾ ਤੇ ਕੱਪੜਿਆਂ ਦਾ ਬੋਝ ਚੁੱਕਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ, ਪਰ ਉਹ ਜੇਬਾਂ 'ਚ ਪੱਥਰ ਭਰਦਾ ਜਾ ਰਿਹਾ ਸੀ। ਅਖੀਰ ਹੌਲੀ-ਹੌਲੀ ਜਦੋਂ ਉਹਦੀ ਟਾਰਚ ਜਵਾਬ ਦੇ ਗਈ ਤਾਂ ਉਹ ਸਾਡੇ ਨਾਲ ਆਇਆ। ਥੱਕੇ ਹੋਣ ਦੇ ਬਾਵਜੂਦ ਉਹਦੀਆਂ ਭਾਵਨਾਵਾਂ 'ਚ ਚੜ੍ਹਾਅ ਸੀ। ਗਲੇਸ਼ੀਅਰ ਅਸੀਂ ਪਾਰ ਕਰ ਲਿਆ ਸੀ, ਪਰ ਕਿਨਾਰੇ ਦੀ ਦਲਦਲ ਅਜੇ ਬਾਕੀ ਸੀ। ਬਰਫ਼ ਦੇ ਦਲਦਲ 'ਚ ਸਾਡੇ ਪੈਰ ਦੋ-ਦੋ ਮਣ ਦੇ ਹੋ ਗਏ ਸੀ। ਇਰਾ ਦੀ ਹਿੰਮਤ ਜਵਾਬ ਦੇ ਚੁੱਕੀ ਸੀ। ਦਲਦਲ ਪਾਰ ਕਰਕੇ ਅਸੀਂ ਸੁਸਤਾਉਣ ਲੱਗ ਪਏ। ਹੋਣ ਵਾਲੀ ਖਾਮੋਸ਼ ਮੌਤ ਦੀ ਬਰਫੀਲੀ ਵਾਦੀ ਤੋਂ ਅਸੀਂ ਜ਼ਰੂਰ ਨਿਕਲ ਆਏ ਸੀ, ਪਰ ਹਨੇਰੀ ਘਾਟੀ ਤੇ ਜੰਗਲੀ ਜਾਨਵਰਾਂ ਦਾ ਡਰ ਅਜੇ ਬਾਕੀ ਸੀ। ਕੁਝ ਦੇਰ ਰੁਕ ਕੇ ਜਦੋਂ ਅਸੀਂ 2 ਮੀਲ ਅੱਗੇ ਖੜੇ ਘੋੜਿਆਂ ਵੱਲ ਗਏ ਤਾਂ ਕਰੀਬ 1 ਘੰਟਾ ਹੋਰ ਬੀਤ ਚੁੱਕਾ ਸੀ। ਸੋਲੰਕੀ ਇਰਾ ਨੂੰ ਸਹਾਰਾ ਦਿੰਦਾ ਚੱਲ ਰਿਹਾ ਸੀ ਤੇ ਬਹੁਮੁੱਲੇ ਪੱਥਰਾਂ ਦੀ ਗੱਲ ਕਰ ਰਿਹਾ ਸੀ। ਨਦੀਆਂ ਦੇ ਤਲ ਵਿੱਚ ਵੀ ਹੀਰੇ ਵਹਿ ਕੇ ਆ ਜਾਂਦੇ ਹਨ, ਪੱਥਰਾਂ ਨਾਲ। ਹੀਰੇ ਦੀ ਜ਼ਮੀਨ ਬਜਰੀ ਵਰਗੀ ਹੁੰਦੀ ਹੈ, ਉਸੇ ਬਜਰੀ 'ਚ ਕੋਈ ਨਾ ਕੋਈ ਬੇਸ਼ਕੀਮਤੀ ਟੁਕੜਾ ਨਿਕਲ ਆਉਂਦਾ ਹੈ। ਹੀਰਾ ਜ਼ਮੀਨ ਤੋਂ ਬਹੁਤ ਹੇਠਾਂ ਨਹੀਂ ਹੁੰਦਾ, ਕਿਤੇ-ਕਿਤੇ ਹੁੰਦਾ ਵੀ ਹੈ। ਜ਼ਿਆਦਾਤਰ ਫੁੱਟ 2 ਫੁੱਟ ਹੇਠਾਂ ਹੀ ਮਿਲਦਾ ਹੈ। ਇਰਾ ਹੂੰ ਹਾਂ ਕਰਦੀ ਜਾ ਰਹੀ ਸੀ ਤੇ ਆਪਣਾ ਹੱਥ ਉਹਦੇ ਮੋਢੇ ਤੇ ਰੱਖੀ ਚੱਲ ਰਹੀ ਸੀ। ਉਹ ਕਹਿੰਦਾ ਜਾ ਰਿਹਾ ਸੀ, ਹੀਰੇ ਕਈ ਰੰਗਾਂ ਦੇ ਹੁੰਦੇ ਆ, ਚਿੱਟੇ, ਹਰੇ ਤੇ ਨੀਲੇ। ਪਰ ਮੈਨੂੰ ਪਤਾ ਸੀ ਕਿ ਇਰਾ ਸੁਣ ਨਹੀਂ ਰਹੀ। ਸੋਲੰਕੀ ਦੀ ਸਨਕ ਉੱਤੇ ਮੈਨੂੰ ਬਾਰ-ਬਾਰ ਹਾਸਾ ਆ ਰਿਹਾ ਸੀ। ਨੈਕਸਟ। ਅਖੀਰ ਅਸੀਂ ਘੋੜੇ ਵਾਲਿਆਂ ਕੋਲ ਪਹੁੰਚ ਗਏ। ਉਹ ਘਬਰਾਏ ਹੋਏ ਸਨ ਤੇ ਸਮਝ ਰਹੇ ਸਨ ਕਿ ਅਸੀਂ ਲੋਕ ਖਤਮ ਹੋ ਗਏ ਹਾਂ। ਸ਼ੁਕਰ ਇਹ ਸੀ ਕਿ ਮੁੜ ਨਹੀਂ ਗਏ ਸੀ। ਮਮਦੂ ਬੜਾ ਸ਼ਰਮਿੰਦਾ ਸੀ। ਸੋਲੰਕੀ ਹੁਣ ਖੁੱਲ੍ਹ ਕੇ ਉਹਨੂੰ ਗਾਲਾਂ ਕੱਢ ਰਿਹਾ ਸੀ। ਘੋੜੇ ਉੱਤੇ ਬੈਠ ਕੇ ਉਹਨੇ ਸ਼ੀਸ਼ੀ ਕੱਢੀ, ਜਾਮ ਲੈਣ ਦੀ ਇੱਛਾ ਪ੍ਰਗਟ ਕੀਤੀ। ਖੂਬਸੂਰਤ ਹੀਰਾ ਤੇ ਬਰਫੀਲੀ ਖੌਫਨਾਕ ਵਾਦੀ ਦੇ ਨਾਂ। ਖਾਲੀ ਸ਼ੀਸ਼ੀ ਉਹਨੇ ਉੱਥੇ ਪਟਕ ਦਿੱਤੀ ਤੇ ਆਪਣੇ ਘੋੜੇ ਤੇ ਬੈਠ ਕੇ ਅੱਗੇ ਚੱਲ ਪਿਆ। ਮੌਤ ਦੀ ਵਾਦੀ ਪਿੱਛੇ ਛੁੱਟਦੀ ਜਾ ਰਹੀ ਸੀ। 60 ਧਾਰਾਵਾਂ ਵਾਲਾ ਮੈਦਾਨ ਖੱਬੇ ਪਾਸੇ ਫੈਲਿਆ ਸੀ। ਅਸੀਂ ਰਾਤ ਦੇ 11:30 ਵਜੇ ਉੱਥੋਂ ਤੁਰੇ ਸੀ। ਖਤਰਨਾਕ ਸਤਲੰਜਨ ਦੇ ਨਾਲੇ ਪਾਰ ਕਰਕੇ ਅਸੀਂ ਭੋਜਪੱਤਰ ਦੇ ਜੰਗਲ 'ਚ ਰਸਤਾ ਭਟਕ ਗਏ। ਸਾਰੀਆਂ ਮਾਚਿਸਾਂ ਖਤਮ ਹੋ ਚੁੱਕੀਆਂ ਸੀ। ਟਾਰਚ ਹੀਰੇ ਚੁਣਨ 'ਚ ਜਾਇਆ ਹੋ ਚੁੱਕੀ ਸੀ ਤੇ ਉੱਪਰੋਂ ਘੁੱਪ ਹਨੇਰਾ ਸੀ। ਅਸਮਾਨ 'ਚ ਮੰਡਰਾਉਂਦੇ ਬੱਦਲ ਸ਼ੋਰ ਕਰ ਰਹੇ ਸਨ। ਪੱਥਰਾਂ ਦੇ ਟੇਢੇ ਮੇਢੇ ਖੰਡਾਂ ਹੇਠ ਕਿਧਰੇ-ਕਿਧਰੇ ਨਦੀ ਦੇ ਪਾਣੀ ਦੇ ਕੁੰਡ ਸਨ, ਜਿਨ੍ਹਾਂ 'ਚ ਕੋਈ ਵੀ ਥੋੜ੍ਹਾ ਜਿਹਾ ਬੇਖਬਰ ਹੋਣ ਤੇ ਡਿੱਗ ਸਕਦਾ ਸੀ। ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਜੰਗਲ ਦੀ ਸਾਂ ਡਰਾ ਰਹੀ ਸੀ। ਬਾਰਿਸ਼ ਦੀਆਂ ਬੂੰਦਾਂ ਪੈਣ ਲੱਗ ਪਈਆਂ ਸਨ। ਘੋੜੇ ਵਾਲੇ ਪਿੱਛੇ ਆਉਂਦੇ ਹੋਏ ਬੁੜਬੁੜ ਕਰ ਰਹੇ ਸਨ। ਇਕੱਲਾ ਮਮਦੂ ਘੁੱਪ ਹਨੇਰੇ 'ਚ ਆਵਾਜ਼ ਦੇ ਸਹਾਰੇ ਸਾਨੂੰ ਲੈ ਕੇ ਜਾ ਰਿਹਾ ਸੀ। ਉਹਦੀ ਆਵਾਜ਼ ਆਉਂਦੀ ਸੀ, ਹਿੰਮਤ ਕਰੋ ਸਾਹਬ, ਹੋਸ਼ ਕਰੋ ਸਾਹਬ, ਸੰਭਲ ਕੇ ਸਾਹਬ। ਉਹ ਆਵਾਜ਼ ਸਾਨੂੰ ਖਿੱਚ ਰਹੀ ਸੀ। ਸਾਡੀਆਂ ਜਿੰਦਾ ਲਾਸ਼ਾਂ ਉਸ ਨਾਲ ਬੰਨੀਆਂ ਹੋਈਆਂ ਸਨ। ਕਿਧਰੇ ਕੋਈ ਰੌਸ਼ਨੀ ਨਹੀਂ, ਕੋਈ ਪਗਡੰਡੀ ਜਾਂ ਰਸਤਾ ਨਹੀਂ, ਕੋਈ ਸਹਾਰਾ ਨਹੀਂ, ਬਸ ਮਮਦੂ ਦੀ ਆਵਾਜ਼ ਗੂੰਜਦੀ ਸੀ। ਥੱਕੀ ਹੋਈ ਇਰਾ ਨੇ ਪਤਾ ਨਹੀਂ ਕਿਹਨੂੰ ਹਨੇਰੇ 'ਚ ਕਿਹਾ ਸੀ, ਜਦੋਂ ਹਨੇਰਾ ਆਉਂਦਾ ਹੈ ਉਦੋਂ ਕਿਸੇ ਦੀ ਆਵਾਜ਼ ਹੀ ਸਹਾਰਾ ਦਿੰਦੀ ਹੈ। ਨੈਕਸਟ। ਡਾਕ ਬੰਗਲੇ 'ਚ ਪਿਛਲੀ ਸ਼ਾਮ ਕੁਝ ਸੈਲਾਨੀ ਆ ਚੁੱਕੇ ਸਨ। ਚੌਕੀਦਾਰ ਨੇ ਸਮਝ ਲਿਆ ਸੀ ਅਸੀਂ ਲੋਕ ਖਤਮ ਹੋ ਚੁੱਕੇ ਹਾਂ। ਹਨੇਰੇ 'ਚ ਚਲਦੇ-ਚਲਦੇ ਅਸੀਂ ਰੌਸ਼ਨੀ ਦੀ ਇੱਕ ਕਿਰਨ ਲਈ ਤਰਸ ਰਹੇ ਸੀ। ਪੈਰਾਂ ਦੀ ਬੱਸ ਹੋ ਗਈ ਸੀ ਤੇ ਅੱਖਾਂ ਅੱਗੇ ਹਨੇਰਾ ਆ ਰਿਹਾ ਸੀ। ਅਖੀਰ ਦੂਰ ਇੱਕ ਬਲਦੀ ਹੋਈ ਮਸ਼ਾਲ ਦਿਖਾਈ ਦਿੱਤੀ। ਪੈਰਾਂ 'ਚ ਜਿਵੇਂ ਜਾਨ ਆ ਗਈ। ਅਸੀਂ ਜਦ ਉਸ ਮਸ਼ਾਲ ਕੋਲ ਪਹੁੰਚਣ ਲੱਗੇ ਤਾਂ ਡਾਕ ਬੰਗਲੇ ਦਾ ਆਕਾਰ ਸਾਫ਼ ਹੋ ਗਿਆ। ਚੌਕੀਦਾਰ ਵਰਾਂਡੇ 'ਚ ਹੀ ਸੌਂ ਰਿਹਾ ਸੀ। ਆਵਾਜ਼ ਨਾਲ ਉੱਠ ਬੈਠਾ ਤੇ ਬੋਲਿਆ, ਖੁਦਾ ਦਾ ਸ਼ੁਕਰ ਹੈ, ਮਸ਼ਾਲ ਲੈ ਕੇ ਅਸੀਂ ਕਰੀਬ 1 ਵਜੇ ਜੰਗਲ ਤੱਕ ਗਏ, ਪਰ ਤੁਹਾਡੇ ਲੋਕਾਂ ਦਾ ਕੋਈ ਪਤਾ ਨਹੀਂ ਲੱਗਾ। ਅਸੀਂ ਸਮਝਿਆ ਖਤਰੇ 'ਚ ਫਸ ਗਏ ਹਨ। ਅਸੀਂ ਇਸੇ ਲਈ ਮਸ਼ਾਲ ਡਾਕ ਬੰਗਲੇ ਦੇ ਕੋਨੇ 'ਚ ਬੰਨ੍ਹ ਦਿੱਤਾ। ਮੈਂ ਘੜੀ ਵੇਖੀ। ਸਵੇਰ ਦੇ 5 ਵੱਜ ਰਹੇ ਸਨ। ਸੋਲੰਕੀ ਤੇ ਇਰਾ ਜ਼ਮੀਨ ਉੱਤੇ ਹੀ ਬਿਸਤਰਾ ਫੈਲਾ ਕੇ ਪੈ ਗਏ ਸਨ। ਉਸ ਦਿਨ ਅਸੀਂ ਲੋਕ ਸ਼ਾਮ ਤੱਕ ਸੁੱਤੇ ਤੇ ਜਾਗਦੇ ਰਹੇ, ਪਰ ਉੱਠਿਆ ਕੋਈ ਵੀ ਨਹੀਂ। ਸ਼ਾਮ ਦੇ 7 ਵਜੇ ਉੱਠ ਕੇ ਇਰਾ ਨੇ ਬਰੱਸ਼ ਕੀਤਾ। ਮੈਂ ਵੀ ਉੱਠ ਗਿਆ, ਪਰ ਸੋਲੰਕੀ ਮੁੱਦਾ ਹੀ ਪਿਆ ਰਿਹਾ। ਉਹਨੇ ਸਿਰਫ ਬੂਟ ਲਾਏ ਸਨ, ਓਵਰਕੋਟ ਪਾਏ। ਉਹ ਲਾਸ਼ ਵਾਂਗ ਪਿਆ ਸੀ। ਕੀਮਤੀ ਪੱਥਰ ਉਹਦੀਆਂ ਜੇਬਾਂ 'ਚ ਭਰੇ ਹੋਏ ਸਨ। ਸ਼ਾਮ ਨੂੰ ਪਾਣੀ ਨਹੀਂ ਮਿਲ ਸਕਿਆ, ਇਸ ਲਈ ਸੁਸਤੀ ਉਤਰੀ ਨਹੀਂ ਸੀ। ਇੱਕ ਪਿਆਲਾ ਕੌਫੀ ਦਾ ਪੀ ਕੇ ਅਸੀਂ ਫੇਰ ਲੰਮੇ ਪੈ ਗਏ। ਰਾਤੀ ਕਰੀਬ 9 ਵਜੇ ਸੋਲੰਕੀ ਉੱਠਿਆ। ਉਹਨੇ ਆਪਣੇ ਸੂਟਕੇਸ ਵਿੱਚੋਂ ਵਿਸਕੀ ਦਾ ਇੱਕ ਅੱਧਾ ਕੱਢਿਆ ਤੇ ਪਾਣੀ ਮਿਲਾ ਕੇ ਅੱਧਾ ਪੀ ਕੇ ਫਿਰ ਸੌਂ ਗਿਆ। ਦੂਜੀ ਸਵੇਰ ਜਦੋਂ ਅਸੀਂ ਤਿੰਨੋਂ ਉੱਠੇ ਤਾਂ ਸਿਰ ਬਹੁਤ ਭਾਰੀ ਸਨ, ਪਰ ਥਕਾਵਟ ਕੁਝ ਉਤਰ ਚੁੱਕੀ ਸੀ। ਜ਼ਿਆਦਾ ਸੌਣ ਦਾ ਬੁਖਾਰ ਚੜ੍ਹਿਆ ਹੋਇਆ ਸੀ। ਮੇਰਾ ਸਿਰ ਫਟਦਾ ਜਾ ਰਿਹਾ ਸੀ। ਸੋਲੰਕੀ ਨੇ ਕਿਹਾ, ਛੇਤੀ ਨਾਲ ਨਹਾ ਲਓ, ਆਰਾਮ ਮਿਲੇਗਾ। ਇਰਾ ਨੇ ਉਹਨੂੰ ਕਿਹਾ। ਇਰਾ ਦੀ ਗੱਲ ਸੁਣ ਕੇ ਜਿਵੇਂ ਉਹਦੇ ਮੂੰਹ ਦਾ ਜ਼ਾਇਕਾ ਵਿਗੜ ਗਿਆ। ਤੁਸੀਂ ਲੋਕ ਨਹਾਓ। ਕਿਉਂ ਤੁਸੀਂ ਨਹੀਂ ਨਹਾਓਗੇ? ਇਰਾ ਨੇ ਪੁੱਛਿਆ। ਨਹੀਂ, ਸੋਲੰਕੀ ਨੇ 2 ਟੁਕ ਜਵਾਬ ਦਿੱਤਾ। ਇਰਾ ਹੈਰਾਨੀ ਨਾਲ ਉਹਨੂੰ ਵੇਖਦੀ ਰਹਿ ਗਈ। ਚੌਕੀਦਾਰ ਨੇ ਪਾਣੀ ਗਰਮ ਕਰ ਦਿੱਤਾ ਸੀ। ਇਰਾ ਨੇ ਇੱਕ ਵਾਰ ਫੇਰ ਕਿਹਾ, ਪਾਣੀ ਗਰਮ ਹੈ ਸੋਲੰਕੀ? ਨਹੀਂ, ਮੈਂ ਨਹੀਂ ਨਹਾਉਣਾ, ਮੈਨੂੰ ਲੋੜ ਨਹੀਂ ਹੈ।
ਅਖੀਰ ਇਰਾ ਨਹਾਉਣ ਚਲੀ ਗਈ। ਜਦੋਂ ਤੱਕ ਅਸੀਂ ਦੋਵੇਂ ਨਹਾਤੇ, ਸੋਲੰਕੀ ਗਲੇਸ਼ੀਅਰ ਤੋਂ ਚੁਣੇ ਹੋਏ ਪੱਥਰ ਦੇ ਟੁਕੜਿਆਂ ਨੂੰ ਵੇਖਦਾ ਪਰਖਦਾ ਰਿਹਾ। ਕੁਝ ਉਹਨੇ ਸੁੱਟ ਦਿੱਤੇ ਤੇ ਕੁਝ ਸੂਟਕੇਸ 'ਚ ਪਾ ਲਏ। ਉਹਨੇ ਸਿਰਫ ਕੱਪੜੇ ਬਦਲੇ, ਪਿੰਡੇ ਉੱਤੇ ਚੰਗਾ ਪਾਊਡਰ ਛਿੜਕਿਆ ਤੇ ਪਾਈਪ ਸੁਲਗਾ ਕੇ ਚਾਹ ਦਾ ਇੰਤਜ਼ਾਰ ਕਰਨ ਲੱਗ ਪਿਆ। ਉਹ ਦਿਨ ਵੀ ਹੌਲੀ-ਹੌਲੀ ਬੀਤ ਗਿਆ। ਮੈਂ ਇਰਾ ਨਾਲ ਕੋਈ ਖਾਸ ਗੱਲ ਕਰਨ ਦੇ ਮੂਡ 'ਚ ਨਹੀਂ ਸੀ। ਉਹਦਾ ਵਤੀਰਾ ਮੇਰੀ ਸਮਝ 'ਚ ਨਹੀਂ ਆਉਂਦਾ ਸੀ, ਪਰ ਸ਼ਾਮ ਨੂੰ ਉਹ ਜ਼ਬਰਦਸਤੀ ਮੇਰੇ ਨਾਲ ਟਹਿਲਣ ਲੱਗ ਗਈ। ਤਰ੍ਹਾਂ ਦੀਆਂ ਗੱਲਾਂ ਕਰਦੀ ਰਹੀ। ਡਾਕਟਰ ਦੇ ਮਰਨ ਬਾਅਦ ਉਹਨੇ ਕੀ ਕੀਤਾ ਤੇ ਜ਼ਿੰਦਗੀ 'ਚ ਕਿੱਥੇ ਠੋਕਰਾਂ ਖਾਧੀਆਂ, ਕਿਵੇਂ ਫਿਰ ਉਹ ਆਪਣੀ ਸਹੇਲੀ ਦਮਯੰਤੀ ਕੋਲ ਨਾਗਪੁਰ ਮੁੜ ਗਈ ਸੀ। ਮੁੰਬਈ ਜਾਣ ਦਾ ਖਿਆਲ ਵੀ ਉਹਨੂੰ ਆਇਆ ਸੀ, ਕਿਉਂਕਿ ਵਿਮਲ ਦੀ ਧੁੰਦਲੀ ਜਿਹੀ ਯਾਦ ਅਜੇ ਵੀ ਬਾਕੀ ਸੀ। ਨੈਕਸਟ 3 ਸਾਲ ਦਾ ਇਹ ਅਰਸਾ ਉਹਨੂੰ ਬਹੁਤ ਕੁਝ ਦੇ ਗਿਆ ਸੀ। ਕਿਸੇ ਸਕੂਲ 'ਚ ਉਹਨੇ ਮਾਸਟਰੀ ਕੀਤੀ ਸੀ, ਕਿਸੇ ਫਰਮ 'ਚ ਰਿਸੈਪਸ਼ਨਿਸਟ ਵਾਂਗ ਕੰਮ ਕੀਤਾ ਤੇ ਕੁਝ ਦਿਨਾਂ ਤੱਕ ਸਾਬਣ ਤੇ ਸ਼ਿੰਗਾਰ ਸਮੱਗਰੀਆਂ ਦੇ ਨਿਰਮਾਤਾ ਦੀ ਕੰਪਨੀ 'ਚ ਸੇਲਸ ਗਰਲ ਦਾ ਕੰਮ ਕੀਤਾ। ਇਰਾ ਨੇ ਕਿਹਾ, ਤਿਲਕ, ਮੈਂ ਲਿਪਸਟਿਕ ਲਗਾਉਣਾ ਛੱਡ ਦਿੱਤਾ ਸੀ, ਪਰ ਇਹ ਨੌਕਰੀਆਂ ਕਰਦੇ ਹੋਏ ਹਮੇਸ਼ਾ ਸਮਾਰਟ ਬਣਨ ਦੀ ਸਲਾਹ ਮਿਲਦੀ ਰਹਿੰਦੀ। ਸਮਾਰਟ ਬਣਨ ਦਾ ਮਤਲਬ ਹੁੰਦਾ ਆਪਣੇ ਆਪ ਨੂੰ ਦੂਸਰਿਆਂ ਦੀ ਨਜ਼ਰ 'ਚ ਖੁਬਾ ਦਿਓ ਤੇ ਆਪਣੇ ਸਰੀਰ ਤੇ ਰੂਪ ਦੇ ਸਹਾਰੇ ਬੇਜਾਨ ਚੀਜ਼ਾਂ ਨੂੰ ਵੇਚੋ। ਕਿਤੇ ਵੀ ਮੈਂ ਟਿਕ ਨਾ ਸਕੀ, ਕਿਉਂਕਿ ਹਰ ਜਗ੍ਹਾ ਇੱਕ ਹੀ ਮੰਗ ਸੀ, ਆਪਣੇ ਆਪ ਨੂੰ ਵੰਡੋ। ਤੁਸੀਂ ਇੱਕ ਚੀਜ਼ ਹੋ, ਤੁਹਾਡਾ ਰੂਪ ਤੇ ਜੋਬਨ ਹੀ ਤੁਹਾਡੀ ਸੰਪਤੀ ਹੈ। ਜਦੋਂ ਮੈਂ ਬਾਹਰ ਨਿਕਲਦੀ ਤਾਂ ਲੋਕਾਂ ਦੀਆਂ ਨਜ਼ਰਾਂ ਵੇਖ ਕੇ ਮੈਨੂੰ ਇੱਕ ਹੀ ਅਹਿਸਾਸ ਹੁੰਦਾ ਸੀ, ਉਹੀ ਅਹਿਸਾਸ ਜਿਵੇਂ ਡਾਕਟਰ ਨਾਲ ਰਹਿੰਦੇ ਹੋਏ ਮੈਨੂੰ ਲੱਗਦਾ ਸੀ ਕਿ ਸਾਰੇ ਕਤੂਰੇ ਮੇਰੇ ਸਰੀਰ ਨਾਲ ਚੰਬੜ ਗਏ ਹੋਣ। ਉਸੇ ਤਰ੍ਹਾਂ ਉਹ ਤੇਜ਼ ਤੇ ਵਹਿਸ਼ੀ ਨਜ਼ਰਾਂ ਮੇਰੇ ਪਿੰਡੇ ਨਾਲ ਚੰਬੜੀਆਂ ਰਹਿੰਦੀਆਂ ਸੀ। ਸਾਰੀ ਰਾਤ ਮੈਂ ਸੌਂ ਨਹੀਂ ਸਕਦੀ ਸੀ। ਮੇਰੀ ਦਸ਼ਾ ਉਸ ਘੱਟ ਗਿਣਤੀ ਜਾਤੀ ਵਾਂਗ ਸੀ ਜਿੱਥੇ ਕੌਣ ਕੀ ਕਰ ਬੈਠੇਗਾ, ਇਹ ਡਰ ਮੈਨੂੰ ਹਮੇਸ਼ਾ ਸਤਾਉਂਦਾ ਰਹਿੰਦਾ ਸੀ। ਚਾਰੋਂ ਪਾਸੇ ਕੁੰਠਿਤ ਤੇ ਪਿਆਸੇ ਲੋਕ ਘੁੰਮਦੇ ਸਨ। ਚੁਕੰਨੇ ਹੋ ਕੇ ਚੱਲਦੇ ਹੋਏ 2 ਮੀਲ ਦਾ ਫਾਸਲਾ 4 ਮੀਲ ਦਾ ਬਣ ਜਾਂਦਾ ਸੀ। ਕੁਝ ਅਜਿਹੇ ਰਾਹ ਵੀ ਸਨ ਜਿਨ੍ਹਾਂ ਉੱਤੇ ਮੈਂ ਕਦੇ ਜਾ ਹੀ ਨਹੀਂ ਸਕਦੀ ਸੀ। ਮੈਨੂੰ ਅਜਿਹਾ ਕੋਈ ਵੀ ਨਹੀਂ ਮਿਲਿਆ ਜੋ ਅੱਧਾ ਘੰਟਾ ਬੈਠ ਕੇ ਸਿੱਧੀ ਤਰ੍ਹਾਂ ਗੱਲ ਕਰ ਸਕੇ। ਹਰ ਆਦਮੀ ਬਦਲਣ ਲੱਗਦਾ ਸੀ, ਹਰ ਆਦਮੀ ਮੇਰੇ ਤੋਂ ਕੁਝ ਚਾਹੁਣ ਲੱਗਦਾ ਸੀ। ਉਸੇ ਤੋਂ ਘਬਰਾ ਕੇ ਮੈਂ ਕਸ਼ਮੀਰ ਭੱਜ ਆਈ ਹਾਂ, ਸਭ ਕੁਝ ਛੱਡ ਕੇ। ਆਦਮੀ ਨੇ ਆਪਣਾ ਪਰਛਾਵਾਂ ਇੰਨਾ ਜ਼ਰੂਰੀ ਬਣਾ ਦਿੱਤਾ ਕਿ ਉਹਦੇ ਬਗੈਰ ਸਾਡਾ ਰਹਿਣਾ ਮੁਸ਼ਕਿਲ ਹੈ। ਉਹ ਪਰਛਾਵਾਂ ਵੀ ਹੱਕ ਦਾ ਹੈ। ਪਿਆਰ ਤੇ ਲਗਾਓ ਤਾਂ ਬਹੁਤ ਛੋਟੀਆਂ ਚੀਜ਼ਾਂ ਹਨ, ਪਲ ਭਰ ਜੋ ਬੁਲਬੁਲਿਆਂ ਵਾਂਗ ਉੱਠਦੀਆਂ ਹਨ ਤੇ ਫਟ ਜਾਂਦੀਆਂ ਹਨ, ਮਿਲਦੀਆਂ ਹਨ, ਗਵਾਚ ਜਾਂਦੀਆਂ ਹਨ। ਪਰ ਇਸ ਉਲਝੀ ਹੋਈ ਜ਼ਿੰਦਗੀ 'ਚ ਚੈਨ ਨਹੀਂ ਮਿਲਦਾ। ਨਸ ਫੁੱਟਣ ਲੱਗਦੀ ਹੈ, ਲੱਗਦਾ ਮੈਂ ਪਾਗਲ ਹੋ ਜਾਵਾਂਗੀ। ਪਰ ਫਿਰ ਉਹੀ ਗੱਲ ਆ ਜਾਂਦੀ ਹੈ, ਆਦਮੀ ਤੋਂ ਭੱਜਣਾ ਵੀ ਚਾਹੁੰਦੀ ਹਾਂ ਤੇ ਉਸ ਨਾਲ ਰਹਿਣਾ ਵੀ ਚਾਹੁੰਦੀ ਹਾਂ। ਸ਼ਿਕਾਇਤਾਂ ਵੀ ਉਸ ਨਾਲ ਹਨ ਤੇ ਪਿਆਰ ਵੀ ਉਸ ਨਾਲ ਹੈ। ਮੈਂ ਆਖਰ ਕੀ ਕਰਾਂ। ਨੈਕਸਟ ਤੀਜੇ ਦਿਨ ਸਵੇਰੇ ਅਸੀਂ ਲੋਕ ਵਾਪਸ ਚੱਲ ਪਏ। ਮੈਂ ਆਪਣੇ 'ਚ ਡੁੱਬਿਆ ਹੋਇਆ ਸੀ। ਸੋਲੰਕੀ ਇਰਾ ਦੇ ਨਾਲ ਘੋੜੇ ਤੇ ਚੱਲ ਰਹੇ ਸੀ। ਮੈਂ ਕਦੇ ਨੇੜੇ ਆ ਜਾਂਦਾ, ਉਸ ਕੋਲੋਂ ਭਬਕ ਜੀ ਉੱਠਦੀ ਸੀ। ਉਹਦਾ ਚਿਹਰਾ ਸੁੱਜਿਆ ਲੱਗਦਾ ਸੀ, ਪਰ ਇਰਾ ਸੀ ਕਿ ਉਹ ਲਗਾਤਾਰ ਉਸ ਨਾਲ ਗੱਲਾਂ ਕਰਦੀ ਆ ਰਹੀ ਸੀ। ਆੜੂ ਦੇ ਡਾਕ ਬੰਗਲੇ 'ਚ ਪਹੁੰਚ ਕੇ ਅਸੀਂ ਕੁਝ ਦੇਰ ਆਰਾਮ ਕੀਤਾ। ਉੱਥੇ ਇਰਾ ਦਾ ਮਨ ਬਦਲ ਗਿਆ। ਉਹ ਕਹਿਣ ਲੱਗੀ, ਮੇਰਾ ਬਿਸਤਰਾ ਇੱਥੇ ਲਾ ਦਿਓ, ਮੈਂ ਕੁਝ ਦਿਨ ਇਕੱਲੀ ਇੱਥੇ ਰਹਾਂਗੀ। ਉੱਥੇ ਕੋਈ ਠਹਿਰਦਾ ਨਹੀਂ ਸੀ। 2 ਕਮਰਿਆਂ ਦਾ ਛੋਟਾ ਜਿਹਾ ਕਾਟੇਜ ਸੀ ਆੜੂ ਵਿੱਚ। ਪਹਿਲਗਾਮ ਤੋਂ ਇੰਨਾ ਨੇੜੇ ਸੀ ਕਿ ਉੱਥੇ ਠਹਿਰਨ ਲਈ ਲੋਕ ਘੱਟ ਹੀ ਆਉਂਦੇ ਸਨ। ਕੋਈ ਖਾਸ ਖੂਬਸੂਰਤ ਜਗ੍ਹਾ ਵੀ ਨਹੀਂ ਸੀ, ਖਾਣ ਪੀਣ ਦਾ ਇੰਤਜ਼ਾਮ ਵੀ ਕੋਈ ਨਹੀਂ ਸੀ। ਇਰਾ ਦੀ ਜ਼ਿੱਦ ਅੱਗੇ ਅਸੀਂ ਦੋਵੇਂ ਹਾਰ ਗਏ। ਮੈਨੂੰ ਬੁਰਾ ਵੀ ਲੱਗਾ, ਆਖਿਰ ਇੰਨੀ ਜ਼ਿੱਦ ਵੀ ਕੀ ਹੋਈ। ਉਹਨੇ ਸੋਲੰਕੀ ਨੂੰ ਰੁਪਏ ਦਿੱਤੇ ਕਿ ਉਹ ਜਾ ਕੇ ਹੋਟਲ ਦਾ ਬਿੱਲ ਚੁਕਾ ਦੇਵੇ ਤੇ ਬਾਕੀ ਸਮਾਨ ਆਪਣੇ ਘੋੜੇ ਵਾਲੇ ਨਾਲ ਆੜੂ ਦੇ ਡਾਕ ਬੰਗਲੇ 'ਚ ਪਹੁੰਚਾ ਦੇਵੇ। ਅਖੀਰ ਇਰਾ ਦੀ ਜ਼ਿੱਦ ਕਾਰਨ ਅਸੀਂ ਉਹਨੂੰ ਉੱਥੇ ਆੜੂ ਦੇ ਡਾਕ ਬੰਗਲੇ 'ਚ ਹੀ ਛੱਡ ਆਏ। ਮੈਂ ਤੇ ਸੋਲੰਕੀ ਵਾਪਸ ਪਹਿਲਗਾਮ ਆ ਗਏ ਸੀ। ਫਿਰ ਕੁਝ ਦਿਨਾਂ ਬਾਅਦ ਮੈਂ ਉੱਥੇ ਆੜੂ 'ਚ ਇਰਾ ਨੂੰ ਇੱਕ ਵਾਰ ਹੋਰ ਮਿਲਣ ਲਈ ਗਿਆ ਸੀ। ਇਰਾ ਦਾ ਸਾਰਾ ਕੰਮ ਸੋਲੰਕੀ ਨਹੀਂ ਕੀਤਾ। ਹੋਟਲ ਦਾ ਬਿੱਲ ਚੁਕਾ ਕੇ, ਬਾਜ਼ਾਰ ਤੋਂ ਜ਼ਰੂਰੀ ਚੀਜ਼ਾਂ ਖਰੀਦ ਕੇ ਉਹ ਆੜੂ ਦੇ ਡਾਕ ਬੰਗਲੇ 'ਚ ਇਰਾ ਨੂੰ ਦੇ ਆਇਆ ਸੀ। ਜਾਂਦੇ ਹੋਏ ਉਹ ਮੈਨੂੰ ਮਿਲਿਆ ਸੀ। ਉਹਦੀਆਂ ਅੱਖਾਂ 'ਚ ਅਜੀਬ ਜਿਹੀ ਚਮਕ ਸੀ। ਸੋਲੰਕੀ ਨੇ ਡਾਕ ਬੰਗਲੇ ਦੇ ਅਧਿਕਾਰੀ ਤੋਂ ਇਰਾ ਲਈ ਉੱਥੇ ਰਹਿਣ ਦੀ ਇਜਾਜ਼ਤ ਲੈ ਲਈ ਸੀ। ਨੈਕਸਟ ਮੈਂ ਫਿਰ ਇਰਾ ਦਾ ਖਿਆਲ ਦਿਲੋਂ ਕੱਢ ਦੇਣ ਦੀ ਕੋਸ਼ਿਸ਼ ਕੀਤੀ, ਪਰ ਇੰਜ ਕਰ ਨਾ ਸਕਿਆ। ਆੜੂ ਦੇ ਡਾਕ ਬੰਗਲੇ ਵੱਲ ਜਾਂਦੇ ਹੋਏ ਰਸਤੇ ਦੀ ਪਤਲੀ ਲੀਕ ਮੈਨੂੰ ਆਪਣੇ ਤੰਬੂ ਤੋਂ ਵਿਖਾਈ ਦਿੱਤੀ ਸੀ। ਪਹਿਲਗਾਮ ਤੋਂ ਆੜੂ ਦਾ ਰਸਤਾ ਖੱਬੇ ਲਿੱਦਰ ਵਹਿ ਰਹੀ, ਸੱਜੇ ਪਹਿਲਾ ਪਠਾਰ ਘਾਹ ਫੁੱਲਾਂ ਨਾਲ ਲੱਦਿਆ ਹੋਇਆ। ਲਿੱਦਰ ਦੀ ਧਾਰ 'ਚ ਲੱਕੜ ਦੇ ਲੱਠੇ ਵਹਿੰਦੇ ਹੋਏ ਆਉਂਦੇ ਰਹਿੰਦੇ, ਮੰਡਰਾਉਂਦੇ ਚਕਰਾਉਂਦੇ ਸਿੱਧੀ ਧਾਰ 'ਚ ਪੈਂਦੇ ਹੀ ਸ਼ੀਸ਼ੇ ਵਾਂਗ ਫਿਸਲਦੇ ਜਾਂਦੇ ਸਨ। ਪਰ ਰਸਤਾ ਉੱਪਰ ਚਲਾ ਜਾਂਦਾ, ਇਸ ਲਈ ਰੌਲਾ ਉੱਥੇ ਤੱਕ ਨਹੀਂ ਪਹੁੰਚਦਾ। ਹੇਠਾਂ ਗਤੀ ਹੈ, ਮੰਜ਼ਰ ਹਨ, ਚੱਟਾਨਾਂ ਨਾਲ ਟਕਰਾਉਂਦੀ ਹੋਈ ਧਾਰ ਹੈ, ਉੱਡਦੇ ਹੋਏ ਜਲ ਪੰਛੀਆਂ ਦੀ ਮਸਤੀ ਹੈ, ਖਾਮੋਸ਼ ਖੜੇ ਜੰਗਲ ਹਨ, ਚੱਟਾਨਾਂ ਦੀ ਓਟ 'ਚ ਰੁਕ ਕੇ ਸਾਹ ਲੈਂਦੇ ਹੋਏ ਲੱਕੜੀ ਦੇ ਲੱਠੇ ਹਨ,
ਜਲ ਫੇਨ 'ਚ ਤੈਰਦੇ ਹੋਏ ਚਿੱਟੇ ਫੁੱਲਾਂ ਦੇ ਗੁੱਛੇ ਹਨ, ਕਿਸੇ ਚੀਜ਼ ਨਾਲ ਟਕਰਾ ਕੇ ਖਿਲਰੇ ਹੋਏ ਜਲ ਬੀਜ ਹਨ। ਨੈਕਸਟ, ਮੈਂ ਉੱਥੋਂ ਹੀ ਵੇਖਦਾ ਸੀ ਸੋਲੰਕੀ ਘੋੜਾ ਦੜਾਉਂਦਾ ਹੋਇਆ ਤੇਜ਼ੀ ਨਾਲ ਆੜੂ ਦੇ ਡਾਕ ਬੰਗਲੇ ਵੱਲ ਭੱਜਦਾ ਆ ਰਿਹਾ ਸੀ। ਬਾਰਿਸ਼ ਦੇ ਦਿਨ ਵੀ ਉਹਨੂੰ ਇਹ ਧਿਆਨ ਨਹੀਂ ਰਹਿੰਦਾ ਸੀ ਕਿ ਘੋੜਾ ਫਿਸਲ ਵੀ ਸਕਦਾ ਸੀ। ਘੋੜੇ ਦੇ ਖੁਰ ਜ਼ਮੀਨ 'ਤੇ ਪੈਂਦੇ ਨਜ਼ਰ ਹੀ ਨਹੀਂ ਆਉਂਦੇ ਸੀ। ਉਹਦੀਆਂ ਲੱਤਾਂ ਹੰਸ ਵਾਂਗ ਹਵਾ ਨੂੰ ਚੀਰਦੀਆਂ ਜਾਂਦੀਆਂ ਤੇ ਸੋਲੰਕੀ ਉਹਦੀ ਲਗਾਮ ਕੱਸ ਕੇ ਉਹਦੀ ਧੌਣ ਉੱਤੇ ਦੂਰਾ ਹੁੰਦਾ ਜਾਂਦਾ ਸੀ। ਨੈਕਸਟ, ਇਸ ਦੌਰਾਨ ਇਰਾ ਕਦੀ ਆਪਣੇ ਡਾਕ ਲੈਣ ਲਈ ਪਹਿਲਗਾਮ ਦੇ ਡਾਕਖਾਨੇ ਤੱਕ ਆਉਂਦੀ ਸੀ। ਇੱਕ ਅੱਧ ਵਾਰ ਮੈਨੂੰ ਮਿਲੀ ਸੀ, ਕਈ ਵਾਰ ਨਹੀਂ ਵੀ ਮਿਲੀ। ਮੈਂ ਸਭ ਸਵੀਕਾਰ ਕਰ ਲਿਆ ਸੀ। ਪਹਿਲਗਾਮ ਤੋਂ ਚੱਲਣ ਦੇ 5-6 ਦਿਨ ਪਹਿਲਾਂ ਮੈਂ ਇਰਾ ਨੂੰ ਮਿਲਣ ਗਿਆ। ਇਹੀ ਸੋਚਿਆ ਸੀ ਕਿ ਸਾਰਾ ਦਿਨ ਉੱਥੇ ਬਿਤਾ ਕੇ ਸ਼ਾਮ ਨੂੰ ਮੁੜ ਆਵਾਂਗਾ। ਮੈਂ ਸਵੇਰੇ ਹੀ ਚੱਲ ਪਿਆ। ਪਹੁੰਚਿਆ ਵੇਖਿਆ ਕਿ ਸੋਲੰਕੀ ਵੀ ਉੱਥੇ ਹੀ ਸੀ। ਇਰਾ ਉਹਨੂੰ ਨਹਾਉਣ ਦੀ ਜ਼ਿੱਦ ਕਰ ਰਹੀ ਸੀ ਤੇ ਉਹ ਆਪਣਾ ਮੱਥਾ ਫੜ ਕੇ ਬੈਠਾ ਹੋਇਆ ਸੀ ਤੇ ਇਰਾ ਚੀਖ ਰਹੀ ਸੀ। ਉਹਦਾ ਅੰਗ ਪਲਾਸ਼ ਦੇ ਫੁੱਲਾਂ ਵਾਂਗ ਦਹਿਕ ਰਿਹਾ ਸੀ। ਉਹਦੀ ਦੇਹ ਦੀ ਚਮਕ ਖਿੜੀ ਧੁੱਪ ਵਾਂਗ ਚੁੰਧਿਆ ਰਹੀ ਸੀ। ਛਾਤੀ ਤੇ ਆਈਆਂ ਹੋਈਆਂ ਵਾਲਾਂ ਦੀ ਲਟਾਂ ਨੀਲੀਆਂ ਲਪਟਾਂ ਵਾਂਗ ਮਚਲ ਰਹੀਆਂ ਸਨ। ਉਦੋਂ ਵੇਖਿਆ ਸੀ ਇਰਾ ਦਾ ਉਹ ਰੂਪ। ਉਹਨੇ ਇਹ ਵੀ ਨਾ ਸੋਚਿਆ ਕਿ ਮੈਂ ਖੜਾ ਹੋਇਆ। ਨੇੜੇ 5 ਚੱਕੀ ਚੱਲ ਰਹੀ ਸੀ। ਇੱਕ ਅੱਧ ਕਸ਼ਮੀਰੀ ਬੱਕਰਵਾਲ ਆਟਾ ਪਿਹਾਉਣ ਆਏ ਸੀ। ਮੇਰੇ ਵੇਖਦੇ ਹੀ ਇਰਾ ਸੋਲੰਕੀ ਨੂੰ ਅੰਦਰ ਖਿੱਚ ਕੇ ਲੈ ਗਈ। ਮੈਨੂੰ ਉਸ ਵੇਲੇ ਉੱਥੇ ਪਹੁੰਚਣਾ ਬੜਾ ਮਾੜਾ ਲੱਗਾ। ਮੈਂ ਘੋੜੇ ਤੋਂ ਉਤਰ ਕੇ ਦਰਵਾਜ਼ੇ ਤੱਕ ਪਹੁੰਚਿਆ ਤਾਂ ਉਹਦੀ ਅਧੂਰੀ ਗੱਲ ਸੁਣਾਈ ਦਿੱਤੀ। ਤਿਲਕ ਆਇਆ, ਮੈਂ ਉਹਦੇ ਕੋਲ ਜਾ ਰਹੀ ਹਾਂ, ਤੁਸੀਂ ਵੀ ਆ ਜਾਓ ਉਸ ਕਮਰੇ 'ਚ। ਤੇ ਉਹਨੇ ਬਾਹਰ ਨਿਕਲ ਕੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹਦੀ ਉਹ ਮੁਸਕਰਾਹਟ ਬੜੀ ਝੂਠੀ ਸੀ। ਮੈਂ ਦੂਜੇ ਕਮਰੇ 'ਚ ਉਸ ਕੋਲ ਬੈਠ ਗਿਆ। ਗੱਲ ਚੱਲੀ। ਮੈਂ ਦੱਸਿਆ 5-7 ਦਿਨਾਂ 'ਚ ਮੈਂ ਵਾਪਸ ਜਾ ਰਿਹਾ, ਸੋਚਿਆ ਤੈਨੂੰ ਮਿਲਦਾ ਜਾਵਾਂ, ਇਸ ਲਈ ਆ ਗਿਆ। ਮੈਂ ਵੀ ਇਹੀ ਸੋਚ ਰਹੀ ਸੀ ਕਿ ਇਹਨਾਂ 2 ਮਹੀਨਿਆਂ 'ਚ ਤੁਹਾਨੂੰ ਇੱਕ ਵਾਰ ਵੀ ਇੱਥੇ ਆਉਣ ਦੀ ਫੁਰਸਤ ਨਹੀਂ ਮਿਲੀ। ਇਰਾ ਕਹਿੰਦੀ। ਮੈਂ ਇੱਧਰ ਉੱਧਰ ਘੁੰਮਦਾ ਰਿਹਾ। ਗੁਲਮਰਗ ਚਲਾ ਗਿਆ ਸੀ, ਸ਼ੇਸ਼ਨਾਗ ਵੱਲ ਚਲਾ ਗਿਆ, ਅਮਰਨਾਥ ਤੱਕ ਨਹੀਂ ਪਹੁੰਚ ਸਕਿਆ। ਮੌਸਮ ਖਰਾਬ ਹੋ ਗਿਆ ਸੀ। ਕਹਿੰਦੇ ਹੋਏ ਮੈਂ ਇਰਾ ਨੂੰ ਹੀ ਜ਼ਿਆਦਾ ਵੇਖ ਰਿਹਾ ਸੀ। ਪਲ ਪਲ ਉਹਦੇ ਚਿਹਰੇ 'ਤੇ ਅਨੇਕ ਭਾਵ ਆ ਜਾ ਰਹੇ ਸਨ। ਉਹ ਕਹਿੰਦੀ, ਮੇਰਾ ਵੀ ਕੋਈ ਪਤਾ ਨਹੀਂ, ਕਿਸੇ ਵੀ ਦਿਨ ਜਾ ਸਕਦੀ ਹਾਂ, ਦਿੱਲੀ ਜਾਵਾਂਗੀ। ਫਿਰ ਜਿਵੇਂ ਸੋਲੰਕੀ ਨਾਲ ਹੋਈ ਕੁਝ ਮਿੰਟ ਪਹਿਲਾਂ ਵਾਲੀ ਗੱਲ ਦੀ ਸਫਾਈ ਦਿੰਦੇ ਹੋਏ ਬੋਲੀ, ਇਹ ਸੋਲੰਕੀ ਨਹਾਉਂਦਾ ਹੀ ਨਹੀਂ, ਪਾਣੀ ਤੋਂ ਡਰਦਾ ਹੈ। ਤਿਲਕ, ਅੱਜ ਮਿਲ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਨਹਾ ਦਈਏ, ਕਿਉਂ, ਠੀਕ ਰਹੇਗਾ ਨਾ? ਇਰਾ ਦੀ ਗੱਲ ਮੈਂ ਸੁਣ ਲਈ, ਪਰ ਗੱਲ ਦੀ ਮੈਨੂੰ ਬਹੁਤੀ ਸਮਝ ਨਾ ਆਈ। ਇੰਜ ਲੱਗਾ ਜਿਵੇਂ ਕੋਈ ਗੰਭੀਰ ਗੱਲ ਦਬਾਉਣ ਲਈ ਉਹ ਇਹ ਛੋਟੀ ਜੀ ਗੱਲ ਬੜੇ ਯਤਨ ਨਾਲ ਲੱਭ ਕੇ ਲਿਆਈ ਸੀ। ਮੈਂ ਜਵਾਬ ਦੇਣ ਲਈ ਹੀ ਕਿਹਾ, ਜ਼ਰੂਰ ਨਹਾਓ, ਅਜੇ ਤੱਕ ਨਹਾ ਨਹੀਂ ਸਕੇ। ਮੈਂ ਸੱਚ ਕਹਿ ਰਹੀ ਹਾਂ। ਇਰਾ ਕਹਿੰਦੀ, ਚਲੋ ਹੁਣ ਨਹਾ ਦਿੰਦੇ ਹਾਂ। ਕਹਿੰਦੇ ਹੋਏ ਅੰਦਰ ਗਈ। ਸੋਲੰਕੀ ਲਈ ਹੱਥ ਨਾਲ ਧੋਤੇ ਹੋਏ ਕੱਪੜਿਆਂ ਦਾ ਇੱਕ ਜੋੜਾ ਕੱਢ ਲਿਆਈ। ਫਿਰ ਕਹਿੰਦੀ, ਚਲੋ ਇਹਨੂੰ ਉਠਾਓ। ਮੈਂ ਨਾ ਚਾਹੁੰਦੇ ਵੀ ਅੰਦਰ ਗਿਆ। ਬਕਸੇ ਉੱਤੇ ਬੈਠਾ ਸੋਲੰਕੀ ਪਾਈਪ ਪੀ ਰਿਹਾ ਸੀ। ਚਲੋ ਨਹਾਉਣ ਚਲੋ, ਇਰਾ ਕਹਿੰਦੀ। ਮੈਂ ਨਹੀਂ ਜਾਵਾਂਗਾ, ਸੋਲੰਕੀ ਨੇ ਬੁੜਬੁੜ ਕੀਤਾ। ਮੈਂ ਕਹਿਤਾ, ਮੈਂ ਨਹੀਂ ਨਹਾ ਸਕਦਾ। ਉਸ ਕੋਲੋਂ ਪਾਊਡਰ ਮਿਲੇ ਪਸੀਨੇ ਦੀ ਬੋਝ ਹੀ ਆ ਰਹੀ ਸੀ। ਮੈਨੂੰ ਬੜਾ ਖਰਾਬ ਜਿਹਾ ਲੱਗ ਰਿਹਾ ਸੀ। ਉਹਨੂੰ ਮਨਾਉਣ ਦੇ ਅੰਦਾਜ਼ 'ਚ ਇਰਾ ਨੇ ਉਹਦੇ ਸੂਅਰ ਵਰਗੇ ਵਾਲਾਂ 'ਤੇ ਹੱਥ ਫੇਰਿਆ। ਬੜੀ ਮਮਤਾ ਨਾਲ ਉਹਦਾ ਮੱਥਾ ਚੁੰਮ ਲਿਆ। ਉੱਠੋ ਨਾ, ਮੇਰੀ ਮੰਨੋ ਤਾਂ ਸਹੀ। ਅਖੀਰ ਸੋਲੰਕੀ ਆਪ ਹੀ ਉੱਠ ਕੇ ਨਹਾਉਣ ਲਈ ਚਲਾ ਗਿਆ। ਪਰ ਉਸ ਉੱਤੇ ਜਿਵੇਂ ਮੁਸੀਬਤ ਦਾ ਪਹਾੜ ਟੁੱਟ ਪਿਆ। ਭਾਰੀ ਕਦਮਾਂ ਨਾਲੋਂ 5 ਚੱਕੀ ਨੇੜੇ ਡਿੱਗਦੇ ਹੋਏ ਝਰਨੇ ਵੱਲ ਜਾਂਦਾ ਵਿਖਾਈ ਦਿੱਤਾ। ਇਰਾ ਨੂੰ ਫਿਰ ਮੈਂ ਗੌਰ ਨਾਲ ਵੇਖਿਆ। ਉਸ ਅੰਦਰ ਇਹਨਾਂ ਦਿਨਾਂ ਦੀ ਕੋਈ ਟੁੱਟੀ ਹੋਈ ਗੱਲ ਬਣ ਕੇ ਸੰਭਲ ਰਹੀ ਸੀ। ਮੈਨੂੰ ਇੰਜ ਲੱਗਾ ਉਹ ਮੇਰੇ ਨਜ਼ਦੀਕ ਆ ਕੇ ਖੜੀ ਹੋ ਗਈ। ਅੱਖਾਂ 'ਚ ਪੀਲਾਪਨ ਸੀ। ਮੇਰੀਆਂ ਅੱਖਾਂ 'ਚ ਘੂਰਦੇ ਹੋਏ ਉਹਨੇ ਕਿਹਾ, ਹੁਣ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਵਾਂ। ਮੈਂ ਬਹੁਤ ਦੁਖੀ ਰਹੀ ਹਾਂ ਇਹਨਾਂ ਦਿਨਾਂ 'ਚ। ਭਰਪੂਰ ਸੁੱਖ ਦੇ ਬਾਵਜੂਦ ਬੜੀ ਦੁਖੀ ਰਹੀ ਹਾਂ। ਇਸ ਖੁੱਲ੍ਹੇ ਪਥਰੀਲੇ ਵਿਹੜੇ 'ਚ ਖੜੇ ਹੋ ਕੇ ਵੀ ਮੇਰਾ ਸਾਹ ਘੁੱਟਦਾ। ਕੀ ਹੋਇਆ ਇਰਾ? ਮੈਂ ਪੁੱਛਿਆ। ਉਹਦੀਆਂ ਅੱਖਾਂ ਦੀ ਨਮੀ ਪੂੰਝ ਦਿੱਤੀ। ਉਹ ਬੋਲੀ, ਸਭ ਠੀਕ ਹੀ ਹੋਇਆ, ਜੋ ਚਾਹਿਆ ਸੀ ਉਹੀ ਹੋਇਆ। ਅੱਜ ਵੀ ਮੈਂ ਸੋਚਦਾ ਕਿ ਇਰਾ ਦਾ ਉਹ ਦੁੱਖ ਕਿਹੋ ਜਿਹਾ ਸੀ ਤੇ ਕਿਉਂ ਸੀ। ਮੈਂ ਸਾਰਾ ਦਿਨ ਉੱਥੇ ਰਿਹਾ। ਸੋਲੰਕੀ ਨਹਾ ਤਾਂ ਆਇਆ ਸੀ, ਪਰ ਉਹਦੀ ਤਬੀਅਤ ਸੱਚਮੁੱਚ ਖਰਾਬ ਲੱਗ ਰਹੀ ਸੀ। ਉਹ ਕਹਿ ਰਿਹਾ ਸੀ ਮੈਨੂੰ ਨਹਾਉਣ ਨਾਲ ਚੱਕਰ ਆਉਂਦਾ, ਇਸ ਲਈ ਮੈਂ ਨਹਾਉਂਦਾ ਨਹੀਂ। ਉਹ ਜਾ ਕੇ ਲੰਮਾ ਪੈ ਗਿਆ। ਨੈਕਸਟ, ਸ਼ਾਮ ਨੂੰ ਮੈਂ ਵਾਪਸ ਆ ਗਿਆ। 4 ਦਿਨਾਂ ਬਾਅਦ ਸ੍ਰੀਨਗਰ ਚਲਾ ਗਿਆ। ਸ੍ਰੀਨਗਰ 'ਚ ਬਾਰਿਸ਼ ਹੋ ਰਹੀ ਸੀ। 4 ਦਿਨ ਤੱਕ ਬੱਸ ਸੇਵਾ ਨਹੀਂ ਸੀ, ਇਸ ਲਈ ਮੈਂ ਝੁੰਝਲਾਹਟ 'ਚ ਵਾਪਸੀ ਦਾ ਰਿਜ਼ਰਵੇਸ਼ਨ ਕੈਂਸਲ ਕਰਵਾਤੀ। ਦੁਬਾਰਾ ਰਿਜ਼ਰਵੇਸ਼ਨ ਮਿਲਣ 'ਚ ਦੇਰ ਲੱਗ ਰਹੀ ਸੀ। ਮੈਨੂੰ ਪਤਾ ਵੀ ਨਹੀਂ ਸੀ ਕਿ ਇਰਾ ਅਜੇ ਕਸ਼ਮੀਰ ਵਿੱਚ ਹੈ ਜਾਂ ਚਲੀ ਗਈ ਹੈ। ਉਹਦਾ ਦਿੱਲੀ ਦਾ ਪਤਾ ਮੈਂ ਜ਼ਰੂਰ ਲੈ ਲਿਆ ਸੀ। ਰੈਜ਼ੀਡੈਂਸੀ ਰੋਡ ਉੱਤੇ ਸ਼ਾਮ ਨੂੰ ਅਚਾਨਕ ਸੋਲੰਕੀ ਦਿਖਾਈ ਦਿੱਤਾ। ਵੇਖਦੇ ਹੀ ਲਪਕ ਕੇ ਮੇਰੇ ਕੋਲ ਆਇਆ ਤੇ ਉਹ ਬੜੇ ਉਤਾਵਲੇਪਨ ਨਾਲ ਪੁੱਛਿਆ, ਇਰਾ ਤੇਰੇ ਕੋਲ ਹੈ? ਮੇਰੇ ਕੋਲ ਕੀ ਮਤਲਬ? ਮੈਂ ਹੈਰਾਨੀ ਨਾਲ ਪੁੱਛਿਆ। ਉਹ ਆੜੂ ਦੇ ਡਾਕ ਬੰਗਲੇ ਤੋਂ 4 ਦਿਨ ਹੋਏ ਇੱਕਦਮ ਚਲੀ ਗਈ। ਮੈਂ ਪਹਿਲਗਾਮ 'ਚ ਸੀ, ਉਹ ਨਾ ਤਾਂ ਮਿਲੀ, ਨਾ ਹੀ ਕੋਈ ਖਬਰ ਛੱਡ ਕੇ ਗਈ। ਸਮਾਨ ਵੀ ਡਾਕ ਬੰਗਲੇ ਵਿੱਚ ਹੀ ਛੱਡ ਗਈ ਹੈ। ਸਾਰਾ ਸਮਾਨ? ਮੈਂ ਪੁੱਛਿਆ। ਹਾਂ, ਸਿਰਫ ਇੱਕ ਸੂਟਕੇਸ ਉਹ ਨਾਲ ਲੈ ਗਈ ਹੈ।
4 ਦਿਨ ਇੰਤਜ਼ਾਰ ਕਰਨ ਤੋਂ ਬਾਅਦ ਬਾਕੀ ਸਮਾਨ ਵਗੈਰਾ ਤਾਂ ਮੈਂ ਹੋਟਲ 'ਚੋਂ ਚੁੱਕ ਲਿਆਇਆ, ਪਰ ਅਜੇ ਤੱਕ ਉਹਦਾ ਕੋਈ ਪਤਾ ਨਹੀਂ ਲੱਗਾ। ਫਿਰ ਝਿਜਕਦੇ ਹੋਏ ਬੋਲਿਆ, ਇਸ ਵੇਲੇ ਉਹਦੀ ਹਾਲਤ ਵੀ ਅਜਿਹੀ ਨਹੀਂ ਸੀ ਕਿ ਇਕੱਲੀ ਜਾਂਦੀ। ਉਹ ਮੇਰੇ ਨਾਲ ਮੇਰਠ ਜਾਣ ਦਾ ਪ੍ਰੋਗਰਾਮ ਬਣਾ ਚੁੱਕੀ ਸੀ। ਮੈਂ ਭੁਚੰਕਾ ਰਹਿ ਗਿਆ। ਇਰਾ ਨੇ ਫਿਰ ਇਹ ਕੀ ਕੀਤਾ? ਉਹ ਅੱਗੇ ਦੱਸਣ ਲੱਗਾ, ਕੋਈ ਗੱਲ ਵੀ ਨਹੀਂ ਹੋਈ ਸੀ, ਬੜੀ ਖੁਸ਼ ਸੀ, ਮੇਰੇ ਨਾਲ ਪਹਿਲਗਾਮ ਤੱਕ ਆਈ, ਕੁਝ ਦੇਰ ਰੁਕੀ, ਬਾਜ਼ਾਰ ਤੋਂ ਕੁਝ ਖਰੀਦ ਫਰੋਖਤ ਕਰਕੇ ਵਾਪਸ ਚਲੀ ਗਈ। ਬਸ ਉਸ ਤੋਂ ਬਾਅਦ ਤੋਂ ਉਹਦਾ ਪਤਾ ਨਹੀਂ ਕਦੋਂ ਚਲੀ ਗਈ, ਕਿੱਥੇ ਚਲੀ ਗਈ। ਸੁਣ ਕੇ ਮੈਂ ਵੀ ਹੈਰਾਨ ਰਹਿ ਗਿਆ। ਮੈਂ ਉਹਨੂੰ ਗੌਰ ਨਾਲ ਵੇਖਿਆ। ਉਹਦਾ ਚਿਹਰਾ ਬੜਾ ਖੁਰਦਰਾ ਵਿਖਾਈ ਦੇ ਰਿਹਾ ਸੀ। ਅੱਖਾਂ 'ਚ ਦੁੱਖ ਭਰੀ ਪਰੇਸ਼ਾਨੀ ਝਲਕ ਰਹੀ ਸੀ। ਉਹ ਇੰਜ ਝਟਕੇ ਨਾਲ ਗੱਲ ਕਰ ਰਿਹਾ ਸੀ ਜਿਵੇਂ ਉਹਦੀ ਚੇਤਨਾ ਤਰਬਕ ਜਿਹੀ ਜਾਂਦੀ ਹੈ। ਇੱਕਦਮ ਉਹ ਬੋਲਿਆ, ਮੈਂ ਜ਼ਰਾ ਜੇਹਲਮ ਪਾਰ ਜਾ ਰਿਹਾ, ਸ਼੍ਰੀਨਗਰ ਆ ਕੇ ਉੱਥੇ ਰੁਕੀ ਸੀ, ਜ਼ਰਾ ਪਤਾ ਕਰਦਾ ਹਾਂ। ਮੈਨੂੰ ਵੀ ਖਬਰ ਕਰਨੀ। ਉਹਨੇ ਇੰਨਾ ਹੀ ਸੁਣਿਆ ਤੇ ਉਹ ਪਾਗਲਾਂ ਵਾਂਗ ਤੇਜ਼ੀ ਨਾਲ ਬੰਨ ਦੀਆਂ ਪੌੜੀਆਂ ਚੜ੍ਹ ਗਿਆ। ਇਰਾ ਦਾ ਫਿਰ ਕੋਈ ਪਤਾ ਨਾ ਲੱਗਾ। ਮੈਨੂੰ ਵੀ ਅਜੀਬ ਜਿਹਾ ਲੱਗਦਾ ਰਿਹਾ। ਨੈਕਸਟ, ਹੁਣ ਕਸ਼ਮੀਰ ਪਿੱਛੇ ਛੁੱਟ ਗਿਆ ਸੀ, ਪਰ ਆੜੂ ਦਾ ਡਾਕ ਬੰਗਲਾ ਤੇ ਸੋਲੰਕੀ ਦੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਹੁਣ ਵੀ ਕੰਨਾਂ 'ਚ ਗੂੰਜਦੀ ਹੈ। ਮੇਰੀਆਂ ਅੱਖਾਂ ਸਾਹਮਣੇ ਤਸਵੀਰਾਂ ਆਉਂਦੀਆਂ ਹਨ। ਘੋੜਾ ਦੌੜ ਕੇ ਜਾਂਦਾ ਹੈ, ਸੋਲੰਕੀ ਤੇ ਵੀਰਾਨ ਡਾਕ ਬੰਗਲਾ, ਤੇ ਮੈਨੂੰ ਲੱਗਦਾ ਕਿ ਹੁਣ ਵੀ 4 ਸਾਲ ਦੇ ਇਸ ਅਰਸੇ 'ਚ ਸੋਲੰਕੀ ਰੋਜ਼ ਇਰਾ ਨੂੰ ਲੱਭਣ ਘੋੜਾ ਦੌੜਾਉਂਦਾ ਉੱਥੇ ਜਾਂਦਾ ਹੋਵੇਗਾ ਤੇ ਸੁੰਨਸਾਨ ਉਦਾਸ ਡਾਕ ਬੰਗਲੇ ਨੂੰ ਵੇਖ ਕੇ ਮੁੜ ਆਉਂਦਾ ਹੋਵੇਗਾ। ਘੋੜੇ ਦੀਆਂ ਟਾਪਾਂ ਦੀਆਂ ਆਵਾਜ਼ਾਂ ਹੁਣ ਵੀ ਗੂੰਜਦੀਆਂ ਹਨ। ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਜਾਂ ਤਾਂ ਮੈਂ ਜਾਣਦਾ ਜਾਂ ਇਰਾ, ਕਿਉਂਕਿ ਤੀਸਰਾ ਜਾਣਨ ਵਾਲਾ ਹੁਣ ਕੋਈ ਨਹੀਂ ਹੈ। ਨੈਕਸਟ, ਦਿੱਲੀ 'ਚ 2 ਸਾਲ ਪਹਿਲਾਂ ਇਰਾ ਨਾਲ ਮੁਲਾਕਾਤ ਹੋਈ ਸੀ। ਉਦੋਂ ਹੀ ਉਹਨੇ ਦੱਸਿਆ ਸੀ ਕਿ ਆੜੂ ਦੇ ਡਾਕ ਬੰਗਲੇ ਤੋਂ ਕਿਉਂ ਚੁੱਪਚਾਪ ਆ ਗਈ ਸੀ। ਉਸ ਸ਼ਾਮ ਜਦੋਂ ਸੋਲੰਕੀ ਨਾਲ ਪਹਿਲਗਾਮ ਆਈ ਸੀ ਤਾਂ ਆਪਣੇ ਖੱਤ ਲੈਣ ਡਾਕਖਾਨੇ ਵੀ ਗਈ ਸੀ। ਉਸ 'ਚ ਉਹਦੀ ਨਾਗਪੁਰ ਵਾਲੀ ਸਹੇਲੀ ਦਮਯੰਤੀ ਦਾ ਖੱਤ ਸੀ, ਜਿਸ 'ਚ ਉਹਨੇ ਲਿਖਿਆ ਸੀ ਕਿ ਵਿਮਲ ਉਹਨੂੰ ਮਿਲਣ ਲਈ ਆਇਆ ਸੀ ਤੇ ਇਰਾ ਬਾਰੇ ਪੁੱਛ ਰਿਹਾ ਸੀ। ਇਰਾ ਨਹੀਂ ਦੱਸਿਆ ਸੀ। ਹਾਂ ਤਿਲਕ, 12 ਵਰ੍ਹਿਆਂ ਬਾਅਦ, 12 ਜਨਮਾਂ ਬਾਅਦ ਵਿਮਲ ਜੇਲ੍ਹ ਤੋਂ ਮੁੜਿਆ ਸੀ ਤੇ ਦਮਯੰਤੀ ਨੂੰ ਮਿਲਣ ਨਾਗਪੁਰ ਗਿਆ ਸੀ। ਦਮਯੰਤੀ ਦੇ ਖੱਤ ਤੋਂ ਪਤਾ ਲੱਗਾ ਕਿ ਮੇਰੇ ਬਾਰੇ ਬਹੁਤ ਪੁੱਛ ਰਿਹਾ ਸੀ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੀ ਪੁੱਛ ਪੜਤਾਲ ਕਰ ਰਿਹਾ ਸੀ। ਉਹ ਬਿਮਾਰ ਲੱਗ ਰਿਹਾ ਸੀ ਤੇ ਕੋਈ ਕੰਮ ਧੰਦਾ ਉਸ ਕੋਲ ਨਹੀਂ ਸੀ, ਉਹ ਬੇਕਾਰ ਸੀ। ਦਮਯੰਤੀ ਨੇ ਲਿਖਿਆ ਸੀ, ਅੱਜ ਕੱਲ੍ਹ ਵਿਮਲ ਨਾਗਪੁਰ 'ਚ ਹੀ ਭਟਕ ਰਿਹਾ, ਅਖਬਾਰਾਂ 'ਚ ਕੁਝ ਲਿਖਾ ਕੇ ਭੇਜਦਾ ਪਰ ਕੁਝ ਵੀ ਛਪਦਾ ਨਹੀਂ। ਮੈਂ ਉਹਨੂੰ ਘਰ ਰੋਟੀ ਖਾਣ ਲਈ ਕਿਹਾ ਸੀ ਪਰ ਉਹ ਨਹੀਂ ਮੰਨਿਆ, ਇੱਕਦਮ ਵਿਗੜ ਗਿਆ। ਤਿਲਕ, ਮੈਨੂੰ ਇੱਕ ਗੱਲ ਯਾਦ ਆਉਣ ਲੱਗੀ। ਵਿਮਲ ਦੀ ਗੱਲ ਸੋਚ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਨੂੰ ਲੱਗਾ ਕਿ ਉਹਦੀ ਬਰਬਾਦੀ ਦਾ ਇੱਕ ਕਾਰਨ ਮੈਂ ਵੀ ਹਾਂ। ਉਹ ਮੈਨੂੰ ਹੁਣ ਵੀ ਯਾਦ ਕਰਦਾ। ਕੀ ਸੋਚਦਾ ਹੋਏਗਾ ਵਿਮਲ ਮੇਰੇ ਬਾਰੇ 'ਚ? ਆਪਣੇ ਜੀਵਨ ਦੀ ਪਹਿਲੀ ਘਟਨਾ ਜਾਂ ਦੁਰਘਟਨਾ ਕੋਈ ਨਹੀਂ ਭੁੱਲਦਾ। ਤੇ ਤਿਲਕ, ਸ਼ਾਇਦ ਜੀਵਨ ਦੀ ਸਭ ਤੋਂ ਵੱਡੀ ਦੁਰਘਟਨਾ ਇਹੀ ਹੈ ਕਿ ਸਾਨੂੰ ਹਰ ਚੀਜ਼, ਹਰ ਸੁੱਖ ਮਿਲਦਾ ਹੈ ਪਰ ਸਮੇਂ ਉੱਤੇ ਨਹੀਂ। ਜੇ ਵਿਮਲ ਮੈਨੂੰ ਜ਼ਿੰਦਗੀ 'ਚ 2 ਜਾਂ 3 ਵਰ੍ਹਿਆਂ ਬਾਅਦ ਮਿਲਿਆ ਹੁੰਦਾ, ਜਾਂ ਬਤਰੇ ਦੀ ਜ਼ਿੰਦਗੀ 'ਚ ਮੈਂ 15 ਵਰ੍ਹੇ ਪਹਿਲਾਂ ਆ ਗਈ ਹੁੰਦੀ, ਜਾਂ ਡਾਕਟਰ ਨਾਲ 20 ਵਰ੍ਹੇ ਪਹਿਲਾਂ ਮੁਲਾਕਾਤ ਹੋ ਗਈ ਹੁੰਦੀ ਤਾਂ। ਪਰ ਮੁਸ਼ਕਿਲ ਇਹ ਹੈ ਕਿ ਤਿਲਕ, ਵਕਤ ਉੱਤੇ ਕੁਝ ਨਹੀਂ ਮਿਲਦਾ। ਵਿਮਲ ਹੀ ਜੇ ਵਕਤ ਉੱਤੇ ਮਿਲਿਆ ਹੁੰਦਾ ਤਾਂ ਜ਼ਿੰਦਗੀ ਦਾ ਕੀ ਰੂਪ ਹੁੰਦਾ? ਖੈਰ, ਬੇਵਕਤ ਹੀ ਸਹੀ। ਇਹੀ ਕੀ ਘੱਟ ਹੈ ਕਿ ਵਿਮਲ ਮੈਨੂੰ ਇੱਕ ਵਕਤ ਉੱਤੇ ਮਿਲਿਆ ਸੀ ਤੇ ਮੇਰੇ ਜੀਵਨ 'ਚ ਉਹ ਜੋ ਕੁਝ ਵੀ ਰਿਹਾ ਹੋਵੇ, ਪਰ ਮੈਂ ਉਹਨੂੰ ਭੁਲਾ ਨਹੀਂ ਸਕੀ ਸੀ। ਉਹਦਾ ਰੋਮ ਰੋਮ ਮੇਰਾ ਵੇਖਿਆ ਹੋਇਆ ਸੀ। ਆਸ਼ਾ ਤੇ ਨਿਰਾਸ਼ਾ ਦੇ ਪਲ ਮੇਰੇ ਵੇਖੇ ਸਨ। ਮੇਰੇ ਸਰੀਰ 'ਚ ਪਸੀਨੇ ਦੇ ਕੰਡੇ ਚੁਭੇ ਹੋਏ ਸਨ। ਉਹ ਸਾਰੇ ਇੱਕਦਮ ਉੱਭਰ ਆਏ ਸਨ ਤੇ ਮੈਂ ਬੇਚੈਨ ਹੋ ਗਈ ਸੀ। ਕੋਈ ਵਿਮਲ ਉੱਤੇ ਤਰਸ ਖਾਏ ਮੈਂ ਬਰਦਾਸ਼ਤ ਨਾ ਕਰ ਸਕੀ। ਮੈਂ ਬਹੁਤ ਸੋਚਿਆ ਪਰ ਅਖੀਰ ਤੈਅ ਕੀਤਾ ਕਿ ਮੈਂ ਚੁੱਪਚਾਪ ਚਲੀ ਜਾਵਾਂ। ਸੋਲੰਕੀ ਮੈਨੂੰ ਕਦੇ ਵੀ ਜਾਣ ਨਾ ਦਿੰਦਾ, ਇਸ ਲਈ ਮੈਂ ਚੁੱਪਚਾਪ ਹੀ ਡਾਕ ਬੰਗਲੇ ਤੋਂ ਭੱਜ ਆਈ ਸੀ। 7-8 ਦਿਨ ਤੱਕ ਦਮਯੰਤੀ ਕੋਲ ਉਹਦਾ ਇੰਤਜ਼ਾਰ ਕੀਤਾ। ਅਖੀਰ ਇੱਕ ਦਿਨ ਉਹ ਘੁੰਮਦਾ ਘੁਮਾਉਂਦਾ ਆ ਹੀ ਗਿਆ। ਮੈਨੂੰ ਵੇਖਿਆ ਤਾਂ ਮੁਸਕਰਾ ਪਿਆ। ਉਹਦੀ ਮੁਸਕਰਾਹਟ ਨਾਲ ਮਨ ਤੇ ਪਤਾ ਨਹੀਂ ਕਿਉਂ ਸੱਟ ਜੀ ਲੱਗੀ। ਕੁਝ ਦੇਰ ਬੈਠਣ ਬਾਅਦ ਜਦੋਂ ਬੇਗਾਨਿਆਂ ਵਾਂਗ ਜਾਣ ਲੱਗਾ ਤਾਂ ਮੈਂ ਵੀ ਨਾਲ ਚੱਲ ਪਈ। ਉਹ ਮੈਨੂੰ ਆਪਣੇ ਕਮਰੇ 'ਚ ਲੈ ਜਾਣ ਲਈ ਤਿਆਰ ਨਹੀਂ ਸੀ, ਪਰ ਮੈਂ ਜ਼ਬਰਦਸਤੀ ਚਲੀ ਗਈ। ਹਨੇਰਾ ਸਿੱਲ ਨਾਲ ਭਰਿਆ ਕਮਰਾ ਸੀ। ਇੱਕ ਕੋਨੇ 'ਚ ਜ਼ਮੀਨ ਉੱਤੇ ਬਿਸਤਰਾ ਲੱਗਿਆ ਸੀ। ਕੰਧ ਉੱਤੇ ਕੀੜੀਆਂ ਦਾ ਕਾਰਵਾਂ ਰੈਂਗ ਰਿਹਾ ਸੀ। ਖੁੱਲ੍ਹੀ ਅਲਮਾਰੀ 'ਚ ਅਖਬਾਰਾਂ ਦਾ ਢੇਰ ਲੱਗਾ ਸੀ। ਪਹੁੰਚਦੇ ਉਹਨੇ ਇੱਕ ਵੱਡਾ ਸਾਰਾ ਲਿਫਾਫਾ ਅਖਬਾਰਾਂ ਵਿਚਕਾਰ ਲੁਕੋ ਦਿੱਤਾ। ਬਿਸਤਰੇ 'ਤੇ ਅਸੀਂ ਦੋਵੇਂ ਚੁੱਪਚਾਪ ਬੈਠ ਗਏ। ਮੈਂ ਹੀ ਗੱਲ ਸ਼ੁਰੂ ਕੀਤੀ, ਤੂੰ ਤਾਂ ਕੋਈ ਖਬਰ ਨਹੀਂ ਦਿੱਤੀ ਵਿਮਲ। ਉਹ ਫਿਰ ਮੁਸਕਰਾਇਆ। ਉਹਦੀਆਂ ਧੱਸੀਆਂ ਅੱਖਾਂ ਮੈਨੂੰ ਗੌਰ ਨਾਲ ਵੇਖ ਰਹੀਆਂ ਸਨ ਤੇ ਚਿਹਰੇ 'ਤੇ ਪੀਲਾਪਨ ਝਲਕ ਰਿਹਾ ਸੀ। ਉਹ ਕੁਝ ਵੀ ਨਹੀਂ ਬੋਲਿਆ। ਸਿਗਰਟ ਸੁਲਗਾ ਕੇ ਬਸ ਉਹਨੇ ਇੰਨਾ ਹੀ ਪੁੱਛਿਆ, ਚਾਹ ਪੀਏਂਗੀ? ਮੇਰੇ ਵੱਲੋਂ ਸਵੀਕ੍ਰਿਤੀ ਸਮਝ ਕੇ ਉਹ ਚਾਹ ਦੀ ਦੁਕਾਨ 'ਤੇ ਚਲਾ ਗਿਆ। ਅਖਬਾਰਾਂ 'ਚ ਲੁਕਾ ਕੇ ਰੱਖਿਆ ਵੱਡਾ ਸਾਰਾ ਲਿਫਾਫਾ ਮੈਂ ਖੋਲ੍ਹ ਕੇ ਵੇਖਿਆ। ਉਸ 'ਚ ਐਕਸਰੇ ਦੀ ਪਲੇਟ ਸੀ, ਧੁੰਦਲੇ ਫੇਫੜਿਆਂ ਦੀ ਤਸਵੀਰ। ਉਦੋਂ ਹੀ ਉਹ ਚਾਹ ਲੈ ਕੇ ਆਇਆ ਤੇ ਬੋਲਿਆ, ਅੱਛਾ ਤਾਂ ਤੂੰ ਵੇਖ ਹੀ ਲਿਆ।
ਤੇ ਉਹਦੀਆਂ ਅੱਖਾਂ 'ਚ ਬੇਬਸੀ ਤੇ ਮਾਯੂਸੀ ਦਾ ਸੈਲਾਬ ਜਿਹਾ ਆ ਗਿਆ। ਚਾਹ ਪੀਂਦੇ ਬੋਲਿਆ, ਕੋਈ ਖਾਸ ਗੱਲ ਨਹੀਂ, ਠੀਕ ਹੋ ਜਾਵਾਂਗਾ। ਇੰਨਾ ਮੈਨੂੰ ਵਿਸ਼ਵਾਸ ਹੈ ਕਿ ਬਿਮਾਰੀ ਨਾਲ ਨਹੀਂ ਮਰਾਂਗਾ। ਮੈਂ ਆਤਮ ਹੱਤਿਆ ਕਰ ਸਕਦਾ ਪਰ ਇੰਜ ਨਹੀਂ ਮਰਾਂਗਾ। ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋ? ਮੈਂ ਹੌਲੀ ਜੀ ਕਿਹਾ। ਉਹ ਮੈਂ ਤਾਂ ਐਵੇਂ ਹੀ ਕਹਿ ਰਿਹਾ, ਆਤਮ ਹੱਤਿਆ ਕਰਨ ਦਾ ਸਵਾਲ ਕੀ ਹੈ? ਉਹ ਤਾਂ ਐਵੇਂ ਹੀ ਗੱਲ 'ਚੋਂ ਗੱਲ ਸੀ, ਚਾਹ ਪੀਓ ਕਹਿ ਕੇ ਉਹਨੇ ਬੜੀਆਂ ਪੁਰਾਣੀਆਂ ਨਜ਼ਰਾਂ ਨਾਲ ਮੈਨੂੰ ਵੇਖਿਆ। ਕਸਕ ਕੇ ਰਹਿ ਗਿਆ। ਜੇਲ੍ਹ 'ਚ ਉਹਨੂੰ ਸਾਰੇ ਰੋਗਾਂ ਨੇ ਘੇਰ ਲਿਆ ਸੀ। ਉਹ ਅਸਾਮ ਦੇ ਇਕਹਿਰੇ ਪੀਲੇ ਲੋਕਾਂ ਵਾਂਗ ਲੱਗ ਰਿਹਾ ਸੀ। ਬੜੀ ਮੁਸ਼ਕਿਲ ਨਾਲ ਮੈਂ ਉਹਨੂੰ ਦਿੱਲੀ ਲੈ ਆਈ। ਉਹ ਮੰਨਦਾ ਹੀ ਨਹੀਂ ਸੀ। ਅਖੀਰ ਕੁਝ ਹੀ ਦਿਨਾਂ 'ਚ ਉਹਦੀ ਹਾਲਤ ਸੁਧਰਨ ਲੱਗੀ। ਇੱਕ ਰੋਜ਼ ਮੈਂ ਵਾਲ ਖੋਲ੍ਹ ਕੇ ਬੈਠੀ ਸੀ। ਉਹ ਮੇਰੇ ਨੇੜੇ ਸਰਕ ਆਇਆ ਤੇ ਬੋਲਿਆ, ਇਰਾ, ਸੱਚਮੁੱਚ ਤੂੰ ਬਿਲਕੁਲ ਨਹੀਂ ਬਦਲੀ। ਮੈਨੂੰ ਪੁਰਾਣੇ ਦਿਨ ਯਾਦ ਆ ਰਹੇ ਹਨ। ਜ਼ਿੰਦਗੀ ਇੱਕ ਵਾਰ ਫੇਰ ਸ਼ੁਰੂ ਹੋ ਰਹੀ ਹੈ। ਨੈਕਸਟ। ਮੈਂ ਇਹ ਸੁਣ ਕੇ ਘਬਰਾ ਗਈ ਸੀ। ਜਿਸ ਹਾਲਤ ਤੋਂ ਮੈਂ ਗੁਜ਼ਰ ਰਹੀ ਸੀ ਉਸ ਦਾ ਅਹਿਸਾਸ ਵਿਮਲ ਨੂੰ ਨਹੀਂ ਸੀ। ਉਹ ਬੜੀ ਬੇਫਿਕਰੀ ਤੇ ਸਾਦਗੀ ਨਾਲ ਬੋਲਿਆ, ਹੁਣ ਅਸੀਂ ਦੋਵੇਂ ਨੌਕਰੀ ਕਰਾਂਗੇ ਤੇ ਸਿੱਧੀ ਸਾਦੀ ਜ਼ਿੰਦਗੀ ਜੀਵਾਂਗੇ। ਕੋਈ ਚੱਕਰ ਨਹੀਂ ਹੁਣ, ਠੀਕ ਹੈ ਨਾ? ਉਹਦੀਆਂ ਧਸੀਆਂ ਹੋਈਆਂ ਅੱਖਾਂ 'ਚ ਜਿਸ ਵਿਸ਼ਵਾਸ ਦੀ ਜੋਤ ਚਮਕੀ ਸੀ ਉਹ ਬੜੀ ਪਵਿੱਤਰ ਸੀ। ਜਿਵੇਂ ਜਿਵੇਂ ਉਹਦਾ ਇਹ ਵਿਸ਼ਵਾਸ ਜੜ ਫੜਦਾ ਜਾਂਦਾ ਸੀ ਮੈਂ ਬੇਚੈਨ ਹੁੰਦੀ ਜਾਂਦੀ ਸੀ। ਸਾਰੀ ਰਾਤ ਮੈਂ ਉਹਦੇ ਸਿਰਹਾਣੇ ਜਾਗਦੀ ਬੈਠੀ ਰਹਿੰਦੀ। ਅਜੀਬ ਅਜੀਬ ਖਿਆਲ ਆਉਂਦੇ। ਕਦੇ ਕਦੇ ਮਨ ਕਰਦਾ ਵਿਮਲ ਨੂੰ ਜਗਾ ਕੇ ਕਹਿ ਦੇਵਾਂ, ਤੁਸੀਂ ਇਹ ਬਰਦਾਸ਼ਤ ਕਰ ਪਾਓਗੇ? ਉਦੋਂ ਉਹਦੇ ਬਿਮਾਰ ਫੇਫੜੇ ਮੇਰੀਆਂ ਅੱਖਾਂ ਅੱਗੇ ਕੰਬਣ ਲੱਗਦੇ। ਮੈਨੂੰ ਲੱਗਦਾ ਮੇਰੀ ਹਾਲਤ ਦਾ ਅਹਿਸਾਸ ਹੁੰਦੇ ਹੀ ਇਹ ਜਾਗਦਾ ਹੋਇਆ ਜੀਵਨ ਬੁਝਣ ਲੱਗ ਜਾਏਗਾ। ਇੱਕ ਰਾਤ ਬੜਾ ਭਿਆਨਕ ਸੁਪਨਾ ਦੇਖਿਆ। ਉਹੀ ਪੁਰਾਣਾ ਮਕਾਨ, ਸਿੰਬਲ ਦੇ ਬ੍ਰਿਛ ਦੇ ਲਾਲ ਲਾਲ ਫੁੱਲ ਲੱਗੇ। ਮੈਂ ਵਿਮਲ ਨੂੰ ਘਰ 'ਚ ਲੱਭਦੀ ਹਾਂ ਕਿ ਵਿਮਲ ਵੇਖ, ਮੇਰੇ ਸਰੀਰ 'ਚ ਲਾਲ ਫੁੱਲ ਖਿੜੇ ਹਨ। ਪਰ ਵਿਮਲ ਕਿਧਰੇ ਨਹੀਂ ਮਿਲਦਾ। ਘਬਰਾ ਕੇ ਮੈਂ ਬਾਹਰ ਆਉਂਦੀ ਹਾਂ। ਸਿੰਬਲ ਦੇ ਫੁੱਲ ਉਂਝੀ ਖਿੜੇ ਹੋਏ ਹਨ ਤੇ ਉਸੇ ਹੇਠ ਵਿਮਲ ਦੀ ਲਾਸ਼ ਪਈ ਹੋਈ ਹੈ। ਮੇਰਾ ਸਰੀਰ ਮੁੜਕੋ ਮੁੜਕੀ ਹੋ ਗਿਆ। ਇੱਕ ਵਾਰ ਉਹਦਾ ਭਰਮ ਉਹਨੂੰ ਖਾ ਚੁੱਕਾ ਸੀ। ਹੁਣ ਤਾਂ ਉਹ ਪਹਿਲਾਂ ਤੋਂ ਵੀ ਜ਼ਿਆਦਾ ਈਰਖਾਲੂ, ਜ਼ਿੱਦੀ ਤੇ ਚਿੜਚਿੜਾ ਹੋ ਗਿਆ ਸੀ। ਜਦੋਂ ਇਹ ਸਾਹਮਣੇ ਆਏਗਾ ਜਾਂ ਉਹਨੂੰ ਪਤਾ ਲੱਗੇਗਾ ਤਾਂ ਕਿਵੇਂ ਬਰਦਾਸ਼ਤ ਕਰ ਸਕੇਗਾ? ਰਾਤਾਂ ਨੂੰ ਮੈਂ ਇਹੀ ਸੋਚਦੀ ਰਹਿੰਦੀ। ਮੈਂ ਸਿਰਫ ਇੱਕ ਨੂੰ ਜੀਵਨ ਦੇ ਸਕਦੀ ਸੀ। ਕਦੇ ਕਦੇ ਜਦੋਂ ਉਹਦੀ ਹਾਲਤ 2 ਦਿਨ ਠੀਕ ਰਹਿ ਕੇ ਵਿਗੜਦੀ ਤਾਂ ਮੈਂ ਫਿਰ ਸੋਚ 'ਚ ਪੈ ਜਾਂਦੀ, ਕੀ ਕਰਾਂ ਕੀ ਨਾ ਕਰਾਂ। ਸਾਰੀ ਰਾਤ ਉਹ ਖੰਘਦਾ। ਜਦੋਂ ਮੈਂ ਉਸ ਕੋਲ ਜਾਂਦੀ ਤਾਂ ਅੱਖਾਂ ਭਰ ਕੇ ਕਹਿੰਦਾ, ਇਰਾ, ਮੇਰੇ ਕੋਲ ਨਾ ਆ, ਨਹੀਂ ਤਾਂ ਇਹ ਕੀਟਾਣੂ ਤੈਨੂੰ ਵੀ ਖਾ ਜਾਣਗੇ। ਕਿਉਂ ਮੇਰੇ ਲਈ ਆਪਣੀ ਜ਼ਿੰਦਗੀ ਖਰਾਬ ਕਰਦੀ ਹੈ? ਮੈਂ ਉਹਦਾ ਸਿਰ ਆਪਣੇ ਸੀਨੇ ਨਾਲ ਲਾ ਲੈਂਦੀ ਸੀ। ਇੱਕ ਦਿਨ ਮੈਂ ਪੁੱਛਿਆ ਸੀ, ਵਿਮਲ ਤੂੰ ਕਿੱਥੇ ਚਲਾ ਗਿਆ ਸੀ? ਕੀ ਕਰਦਾ ਰਿਹਾ ਇੰਨੇ ਸਾਲਾਂ ਤੱਕ? ਤਾਂ ਉਹ ਭੜਕ ਪਿਆ। ਬੋਲਿਆ, ਇਰਾ, ਸ਼ਾਇਦ ਤੂੰ ਮੇਰੀ ਬੇਚੈਨੀ ਨਹੀਂ ਸਮਝ ਸਕੇਂਗੀ, ਪਰ ਉਸ ਮਜਬੂਰੀ ਨੂੰ ਜ਼ਰੂਰ ਸਮਝ ਸਕਦੀ ਹੈ ਜੋ ਤੂੰ ਮੇਰੇ ਨਾਲ ਭੋਗੀ ਸੀ। ਮੇਰੀ ਤੇ ਮੇਰੇ ਵਰਗੇ ਲੱਖਾਂ ਨੌਜਵਾਨਾਂ ਦੀ ਅਸਫਲਤਾ ਦੇ ਕਾਰਨਾਂ ਉੱਤੇ ਕਦੀ ਤੂੰ ਗੌਰ ਕੀਤਾ? ਕਦੇ ਸੋਚਿਆ? ਤਪਦਿਕ ਦੇ ਕੀਟਾਣੂ ਤਾਂ ਬਹੁਤ ਬਾਅਦ 'ਚ ਮੈਨੂੰ ਮਿਲੇ, ਪਰ ਜੋ ਕੀਟਾਣੂ ਪੂਰੀ ਜ਼ਿੰਦਗੀ ਨੂੰ ਖਾ ਰਹੇ ਹਨ ਉਹਨਾਂ ਨੂੰ ਕਦੀ ਤੂੰ ਵੇਖਿਆ? ਮੈਂ ਤੈਨੂੰ ਕੀ ਕਹਿੰਦਾ? ਉਹਨਾਂ ਦਿਨਾਂ 'ਚ ਮੈਨੂੰ ਲੱਗਣ ਲੱਗ ਪਿਆ ਸੀ ਕਿ ਸ਼ਕੁੰਤਲਾ ਨਾਟਕ ਕਰਨ ਨਾਲ ਕੁਝ ਨਹੀਂ ਹੋਏਗਾ। ਹੁਣ ਜੇ ਅਸੀਂ ਸਾਰਥਕ ਹੋ ਕੇ ਜੀਣਾ ਤਾਂ ਸਭ ਕੁਝ ਬਦਲਣਾ ਹੋਏਗਾ। ਸਭ ਤੋਂ ਪਹਿਲਾਂ ਬਦਲਣਾ ਹੋਏਗਾ ਉਸ ਦੋਗਲੀ ਅਰਥ ਵਿਵਸਥਾ ਨੂੰ ਜਿਸ 'ਚ ਚੂਸੇ ਜਾਣ ਲਈ ਸਾਨੂੰ ਛੱਡ ਦਿੱਤਾ ਗਿਆ। ਇਸ ਸ਼ਾਂਤਮਈ ਵਿਕਾਸ ਨਾਲ ਕੁਝ ਨਹੀਂ ਹੋਏਗਾ। ਜਿਸ ਕ੍ਰਾਂਤੀ 'ਚ ਅਸੀਂ ਫਸ ਗਏ ਹਾਂ ਉਹਨੂੰ ਪੂਰਾ ਕਰਨਾ ਪਏਗਾ। ਜਦੋਂ ਤੱਕ ਸੜਦੀ ਹੋਈ ਇਸ ਕ੍ਰਾਂਤੀ ਦੇ ਕੀਟਾਣੂ ਨਹੀਂ ਖਤਮ ਹੋਣਗੇ ਉਦੋਂ ਤੱਕ ਇਸ ਦੇਸ਼ 'ਚ ਅਸੀਂ ਤੇ ਤੁਸੀਂ ਇੰਝ ਹੀ ਸੜ ਕੇ ਤੇ ਅਪਮਾਨਿਤ ਹੋ ਕੇ ਮਰਨ ਲਈ ਮਜਬੂਰ ਹੋਵਾਂਗੇ। ਇਰਾ, ਹੁਣ ਕੁਝ ਵੀ ਹੁੰਦਾ ਵਿਖਾਈ ਨਹੀਂ ਦਿੰਦਾ। ਫਿਰ ਸਵੇਰ ਹੁੰਦੇ ਉਹਦਾ ਟੁੱਟਿਆ ਹੋਇਆ ਬਾਕੀ ਵਿਸ਼ਵਾਸ ਜਿਵੇਂ ਫਿਰ ਹੌਲੀ ਹੌਲੀ ਸਿਰ ਚੁੱਕਣ ਲੱਗਦਾ ਸੀ। ਉਹ ਮੁਸਕਰਾ ਕੇ ਕਹਿੰਦਾ, ਮੈਂ ਠੀਕ ਹੋ ਜਾਵਾਂਗਾ। ਇਰਾ, ਮੇਰਾ ਮਨ ਕਹਿੰਦਾ ਹੁਣ ਮੈਂ ਜ਼ਰੂਰ ਠੀਕ ਹੋ ਜਾਵਾਂਗਾ। ਜੇਲ੍ਹ ਦੀ ਜ਼ਿੰਦਗੀ ਨੇ ਮੈਨੂੰ ਬੁਰੀ ਤਰ੍ਹਾਂ ਤੋੜ ਦਿੱਤਾ। ਇਰਾ, ਹੁਣ ਮੈਨੂੰ ਕਦੀ ਕਦੀ ਲੱਗਦਾ ਹੈ ਕਿ ਸ਼ਾਇਦ ਉਹ ਸਫਲ ਹੋਣਗੇ ਜੋ ਇਸ ਅਧੂਰੀ ਕ੍ਰਾਂਤੀ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ। ਕੁਝ ਹੀ ਪਲਾਂ ਬਾਅਦ ਉਹ ਫੇਰ ਟਹਿਕਣ ਲੱਗਦਾ ਸੀ। ਮੈਂ ਜਿਵੇਂ ਤਿਵੇਂ ਉਹਨੂੰ ਸ਼ਾਂਤ ਕਰ ਲੈਂਦੀ ਸੀ। ਪਰ ਹਰ ਨਵੇਂ ਦਿਨ ਮੇਰੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਸੀ। ਹਰ ਦਿਨ ਫੈਸਲੇ ਦਾ ਦਿਨ ਸੀ। ਜ਼ਿੰਦਗੀ ਦੇ ਇਸ ਜੂਏ 'ਚ ਦਾ ਲਗਾਉਣਾ ਸੀ ਤੇ ਬੜੇ ਕਸ਼ਮਕਸ਼ ਭਰੇ ਦਿਨ ਸਨ। ਮੈਂ ਉਹਨੂੰ ਸੈਨੇਟੋਰੀਅਮ ਲੈ ਜਾਣਾ ਚਾਹੁੰਦੀ ਸੀ ਪਰ ਉਹ ਬੋਲਿਆ, ਉੱਥੇ ਹੋਰ ਕੀ ਜ਼ਿਆਦਾ ਮਿਲ ਜਾਏਗਾ? ਡਾਕਟਰ ਕਹਿਣਗੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਹੁਣ ਤੇਰੇ ਕੋਲ ਮੈਂ ਬਹੁਤ ਖੁਸ਼ ਹਾਂ। ਮੈਂ ਬਿਲਕੁਲ ਠੀਕ ਹੋ ਜਾਵਾਂਗਾ। ਮੈਂ ਇੰਝ ਨਹੀਂ ਮਰਾਂਗਾ ਇਰਾ, ਕਿਸੇ ਦਿਨ ਮਾਰਿਆ ਜਾਵਾਂਗਾ। ਵਿਮਲ ਬਹੁਤ ਕਮਜ਼ੋਰ ਹੋ ਗਿਆ ਸੀ। ਕਮਜ਼ੋਰੀ ਕਾਰਨ ਹੀ ਗੱਲ ਕਰਦੇ ਕਰਦੇ ਹੁਣ ਉਹਦੇ ਮੂੰਹ ਦੇ ਕੋਨਿਆਂ ਵਿੱਚ ਵੀ ਝੱਗ ਆ ਜਾਂਦੀ ਸੀ। ਮੇਰੇ ਕੋਲ ਆਉਂਦੇ ਹੀ ਉਹਦੀਆਂ ਰੁੱਖੀਆਂ ਬਾਹਾਂ ਤੇ ਲੱਤਾਂ ਹੌਲੀ ਹੌਲੀ ਕੰਬਣ ਲੱਗੀਆਂ ਸਨ। ਬੜਾ ਧੱਕਾ ਜਿਹਾ ਲੱਗਦਾ ਸੀ ਮਨ ਨੂੰ। ਆਪਣੇ ਪੱਲੇ ਨਾਲ ਹੀ ਮੈਂ ਉਹਦਾ ਮੂੰਹ ਪੂੰਝ ਦਿੰਦੀ, ਉਹਨੂੰ ਬਾਹਾਂ 'ਚ ਭਰ ਕੇ ਪਈ ਰਹਿੰਦੀ। ਉਦੋਂ ਉਹ ਕਹਿੰਦਾ ਸੀ, ਇਰਾ, ਹੁਣ ਤਬੀਅਤ ਬਹੁਤ ਠੀਕ ਲੱਗਦੀ ਹੈ। ਤੇਰੇ ਕਾਰਨ ਹੀ ਮੈਂ ਬਚ ਜਾਵਾਂਗਾ। ਤੂੰ ਮੈਨੂੰ ਜੀਵਨ ਦਿੱਤਾ। ਕਹਿੰਦੇ ਕਹਿੰਦੇ ਉਹ ਮੇਰੇ ਵੱਲ ਬੇਬਸੀ ਨਾਲ ਦੇਖਦਾ ਸੀ, ਬਹੁਤ ਬੇਚੈਨੀ ਨਾਲ। ਮੈਂ ਹੋਰ ਕੀ ਕਰਦੀ ਉਸ ਲਈ? ਰਾਤ ਰਾਤ ਤੱਕ ਉਹਨੂੰ ਆਪਣੇ ਸਰੀਰ ਨਾਲ ਚਿਪਕਾਏ ਲੰਮੀ ਪਈ ਰਹਿੰਦੀ।
ਉਹ ਕਦੇ ਬੱਚੇ ਵਾਂਗ ਜ਼ਿੱਦ ਕਰਦਾ, ਕਦੇ ਪਿਆਰ ਨਾਲ ਝਗੜਦਾ, ਕਦੇ ਮੇਰੇ ਚਾਰੋਂ ਪਾਸੇ ਬਾਹਾਂ ਵਲੇਟ ਲੈਂਦਾ ਤਾਂ ਉਹਦੀਆਂ ਹੱਡੀਆਂ ਚੁਭਣ ਲੱਗਦੀਆਂ। ਕਦੇ ਮੇਰੇ ਸੀਨੇ ਤੇ ਮੂੰਹ ਰੱਖ ਕੇ ਹਸਰਤ ਨਾਲ ਵੇਖਦਾ, ਮੈਨੂੰ ਬੇਚੈਨ ਕਰ ਦਿੰਦਾ। ਮੈਨੂੰ ਡਾਕਟਰ ਯਾਦ ਆਉਂਦਾ ਤੇ ਉਹਦੀ ਗੱਲ, ਹੁਣ ਜਿਵੇਂ ਤੂੰ ਚਾਹੇ। ਵਿਮਲ ਆਪਣਾ ਮੂੰਹ ਮੇਰੀ ਛਾਤੀ ਛੁਪਾ ਕੇ ਰਗੜਦਾ। ਮੈਂ ਉਹਦੇ ਬੁੱਲਾਂ ਤੇ ਜ਼ਬਰਦਸਤੀ ਆਪਣੇ ਬੁੱਲ ਰੱਖ ਦਿੰਦੀ। ਬੜੀ ਤਕਲੀਫ ਵੀ ਹੁੰਦੀ, ਰਾਹਤ ਵੀ ਮਿਲਦੀ ਸੀ। ਮੈਂ ਚਾਹੁੰਦੀ ਸੀ ਉਹਦੇ ਰੋਗ ਦੇ ਕੀਟਾਣੂ ਮੇਰੇ ਅੰਦਰ ਸਮਾ ਜਾਣ, ਉਹ ਨਿਰੋਗ ਹੋ ਜਾਏ। ਉਹਦਾ ਮਨ ਖੋਖਲਾ ਹੋ ਚੁੱਕਾ ਸੀ। ਕਦੇ ਕਦੇ ਤਾਂ ਲੱਗਦਾ ਸੀ ਉਹ ਬਿਲਕੁਲ ਅਟਪਟੀਆਂ ਦੀਆਂ ਗੱਲਾਂ ਕਰਦਾ ਹੈ, ਬਰੂਦ ਤੇ ਬੰਦੂਕਾਂ ਦੀਆਂ। ਅੱਖਾਂ ਉੱਤੇ ਚਸ਼ਮਾ ਚੜਾਏ ਉਹ ਕ੍ਰਾਂਤੀ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਸੀ। ਬੁਰੀ ਤਰ੍ਹਾਂ ਖੰਘਦਾ ਸੀ। ਕ੍ਰਾਂਤੀ ਲਈ ਸਮਰਪਿਤ ਉਹਨਾਂ ਸਾਥੀਆਂ ਦੀਆਂ ਗੱਲਾਂ ਕਰਦਾ ਜਿਨ੍ਹਾਂ ਨੂੰ ਬਿਮਾਰੀ ਕਾਰਨ ਉਹਨੂੰ ਛੱਡ ਕੇ ਆਉਣਾ ਪਿਆ ਸੀ। ਕਦੇ ਜੇਲ੍ਹ ਦੇ ਸਾਥੀਆਂ ਨੂੰ ਯਾਦ ਕਰਦਾ, ਆਪਣੇ ਟੁੱਟੇ ਹੋਏ ਸਰੀਰ ਨੂੰ ਲੈ ਕੇ ਪਛਤਾਉਂਦਾ ਤੇ ਬਿਲਕ ਬਿਲਕ ਕੇ ਰੋ ਪੈਂਦਾ। ਕਦੇ ਮੇਰੇ ਤੋਂ ਪੁੱਛਦਾ, ਕਿਉਂ ਏਰਾ, ਕਿ ਇੱਥੇ ਕੁਝ ਵੀ ਕਦੇ ਨਹੀਂ ਬਦਲੇਗਾ? ਤੇ ਫਿਰ ਨਿਰਾਸ਼ ਨਜ਼ਰਾਂ ਨਾਲ ਵੇਖ ਕੇ ਪੁੱਛਦਾ ਸੀ, ਕੀ ਇਸ ਮੁਲਕ 'ਚ ਅਸੀਂ ਇੰਝ ਹੀ ਬੇਕਾਰ ਮਰ ਜਾਵਾਂਗੇ? ਉਹਦਾ ਇਹ ਹਾਲ ਵੇਖਦੀ ਮੇਰੀ ਛਾਤੀ ਫਟਣ ਲੱਗਦੀ। ਮੈਨੂੰ ਰਾਜਨੀਤੀ ਦੀਆਂ ਉਹਦੀਆਂ ਗੱਲਾਂ ਤਾਂ ਸਮਝ ਨਹੀਂ ਆਉਂਦੀਆਂ ਸੀ, ਪਰ ਉਹਨੂੰ ਦਿਲਾਸਾ ਜ਼ਰੂਰ ਦਿੰਦੀ ਸੀ। ਸਭ ਕੁਝ ਅਸੀਂ ਕਰਾਂਗੇ, ਸਭ ਕੁਝ ਬਦਲੇਗਾ, ਪਰ ਮੈਨੂੰ ਆਪਣੀ ਗੱਲ ਉੱਤੇ ਹੀ ਵਿਸ਼ਵਾਸ ਨਹੀਂ ਹੁੰਦਾ ਸੀ। ਇੱਕ ਪਾਸੇ ਇਹ ਸੀ, ਦੂਜੇ ਪਾਸੇ ਮੇਰਾ ਆਪਣਾ ਕਸ਼ਮਕਸ਼। ਕੀ ਵਿਮਲ ਮੈਨੂੰ ਉਸ ਰੂਪ 'ਚ ਮਨਜ਼ੂਰ ਕਰ ਸਕੇਗਾ? ਮੈਂ ਘੁਲਦੀ ਜਾ ਰਹੀ ਸੀ ਕਿ ਕਿਵੇਂ ਛੁਪਾਵਾਂਗੀ ਉਸ ਤੋਂ ਉਹ ਗੱਲ। ਜਿਸ ਦਿਨ ਉਹਨੂੰ ਪਤਾ ਲੱਗ ਜਾਏਗਾ, ਉਸ ਦਿਨ ਉਹ ਜੀਣ ਤੋਂ ਇਨਕਾਰ ਕਰ ਦੇਗਾ। ਅਖੀਰਲਾ ਅੰਕ। ਇੱਕ ਦਿਨ ਸਵੇਰੇ ਉਹ ਬਹੁਤ ਖੁਸ਼ ਸੀ। ਉਦੋਂ ਮੈਂ ਫੈਸਲਾ ਕਰ ਹੀ ਲਿਆ। ਮੈਂ ਦਮਯੰਤੀ ਦੀ ਤਬੀਅਤ ਖਰਾਬ ਹੋਣ ਦਾ ਬਹਾਨਾ ਕਰਕੇ 5 ਦਿਨਾਂ ਲਈ ਘਰੋਂ ਚਲੀ ਗਈ। ਕਿਧਰੇ ਵੀ ਗਈ ਨਹੀਂ, ਇੱਥੇ ਹੀ ਰਹੀ, ਪਰ ਇੱਕ ਨਰਸਿੰਗ ਹੋਮ 'ਚ। ਵਿਮਲ ਲਈ ਮੈਂ ਅਗਨੀ ਪ੍ਰੀਖਿਆ ਦੇ ਕੇ ਇੱਕਦਮ ਇਕੱਲੀ ਬਣ ਕੇ ਮੁੜ ਆਈ। ਨਵਾਂ ਜੀਵਨ ਹੋਇਆ ਸੀ ਮੇਰਾ। ਮਨ 'ਚ ਦ੍ਰਿੜ ਵਿਸ਼ਵਾਸ ਜੰਮ ਗਿਆ ਕਿ ਹੁਣ ਮੈਂ ਵਿਮਲ ਨੂੰ ਪੂਰੀ ਤਰ੍ਹਾਂ ਬਚਾ ਲਵਾਂਗੀ। ਜੋ ਕੁਝ ਮੈਂ ਉਸ ਲਈ ਕਰ ਸਕਦੀ ਸੀ, ਜੋ ਮੇਰੇ ਵਾਸਤੇ ਸੀ, ਉਹ ਮੈਂ ਕੀਤਾ। ਭਰਮ, ਸ਼ੰਕਾ, ਦੁਬਿਧਾ ਦੇ ਸਾਰੇ ਪਰਛਾਵੇਂ ਮੈਂ ਮਿਟਾ ਦਿੱਤੇ। ਮੈਂ ਪੂਰੀ ਤਰ੍ਹਾਂ ਉਸ ਲਈ ਤਿਆਰ ਹੋ ਗਈ, ਇਹੀ ਸੋਚ ਕੇ ਕਿ ਘੱਟੋ ਘੱਟ ਉਹ ਮੇਰੇ ਤੋਂ ਨਿਰਾਸ਼ ਤੇ ਹਤਾਸ਼ ਨਹੀਂ ਹੋਏਗਾ। ਪਰ ਮੈਂ ਇਕੱਲੀ ਰਹਿ ਗਈ। ਹੁਣ ਤਾਂ ਬਿਲਕੁਲ ਇਕੱਲੀ ਹਾਂ। 1 ਸਾਲ ਬਾਅਦ ਵਿਮਲ ਨੇ ਹਸਪਤਾਲ 'ਚ ਅੱਖਾਂ ਬੰਦ ਕਰ ਲਈਆਂ। ਕਹਿੰਦੇ ਕਹਿੰਦੇ ਏਰਾ ਰੋ ਪਈ। ਸਭ ਕੁਝ ਗਵਾ ਕੇ ਵੀ ਇਹੀ ਹੱਥ ਆਇਆ, ਇਹੀ ਮੈਂ ਪਾਉਣਾ ਸੀ ਤਿਲਕ। ਮੈਨੂੰ ਭੋਜ ਪੱਤਰ ਦੇ ਜੰਗਲ ਦੀ ਯਾਦ ਆਉਂਦੀ ਹੈ, ਜਿੱਥੇ ਹਨੇਰੇ 'ਚ ਭਟਕਦੇ ਹੋਏ ਮਮਦੂ ਦੀ ਆਵਾਜ਼ ਹੀ ਸਹਾਰਾ ਸੀ, ਜੋ ਸਾਨੂੰ ਮੌਤ ਤੋਂ ਉਭਾਰ ਲਿਆਈ ਸੀ। ਹੁਣ ਫੇਰ ਕੁਝ ਉਹੋ ਜਿਹਾ ਹੀ ਹਨੇਰਾ ਹੈ, ਉਹੀ ਘੁੱਟਣਾ ਹੈ। ਕੋਈ ਆਵਾਜ਼ ਨਹੀਂ ਹੈ, ਕੋਈ ਵੀ ਅਜਿਹਾ ਨਹੀਂ ਹੈ ਜਿਹਨੂੰ ਆਵਾਜ਼ ਦੇਵਾਂ। ਮੈਂ ਏਰਾ ਵੱਲ ਵੇਖਿਆ। ਕਮਰਾ ਗੰਦਾ ਸੀ। ਸਿਰਹਾਣੇ ਵੱਲ ਇੱਕ ਬਾਰੀ ਸੀ। 2 ਕੁਰਸੀਆਂ ਕਮਰੇ 'ਚ ਪਈਆਂ ਸਨ। ਇੱਕ ਪਾਸੇ ਵਿਮਲ ਦਾ ਬੱਝਾ ਹੋਇਆ ਸਮਾਨ ਪਿਆ ਸੀ। ਵਿਮਲ ਨਹੀਂ ਸੀ, ਪਰ ਉਹਦਾ ਸਾਰਾ ਸਮਾਨ ਏਰਾ ਨੇ ਯਤਨ ਨਾਲ ਬੰਨ੍ਹ ਕੇ ਰੱਖ ਦਿੱਤਾ ਸੀ। ਇੱਕ ਮੈਲਾ ਜਿਹਾ ਬਿਸਤਰਾ ਤੇ ਸੂਤਲੀ ਨਾਲ ਬੰਨੀਆਂ ਹੋਈਆਂ ਕੁਝ ਕਿਤਾਬਾਂ। ਕਮਰਾ ਬਹੁਤ ਉਦਾਸ ਸੀ। ਏਰਾ ਬਹੁਤ ਇਕੱਲੀ ਸੀ। ਹੌਲੀ ਜਿਹੀ ਉਹ ਬੋਲੀ, ਹੁਣ ਕਿਧਰੇ ਨੌਕਰੀ ਕਰ ਲਵਾਂਗੀ ਜਾਂ ਫਿਰ ਸੂਟਕੇਸ ਚੁੱਕ ਕੇ ਕਿਧਰੇ ਚਲੀ ਜਾਵਾਂਗੀ। ਉਦੋਂ ਹੀ ਬਾਰੀ ਕੋਲੋਂ ਕਿਸੇ ਕਤੂਰੇ ਦੀ ਚੂੰ ਚੂੰ ਕਰਦੀ ਆਵਾਜ਼ ਸੁਣਾਈ ਦਿੱਤੀ। ਏਰਾ ਉਦਾਸੀ ਨਾਲ ਮੁਸਕਰਾਈ ਤੇ ਬੋਲੀ, ਇਹ ਕਤੂਰਾ ਪਾਲ ਲਿਆ। ਮੈਂ ਵੇਖਿਆ ਬਾਰੀ ਦੀ ਹੈਂਡਲ ਨਾਲ ਇੱਕ ਛੋਟਾ ਜਿਹਾ ਝਬਰਾ ਕਤੂਰਾ ਬੈਠਾ ਸੀ। ਉੱਥੇ ਸਕੋਰਾ ਮਤਲਬ ਭਾਂਡਾ ਪਿਆ ਸੀ, ਜਿਸ 'ਚ ਦੁੱਧ ਨਾਲ ਭਿੱਜੀ ਹੋਈ ਰੋਟੀ ਦੇ ਟੁਕੜੇ ਚੰਬੜੇ ਹੋਏ ਸਨ, ਤੇ ਉਹ ਏਰਾ ਵੱਲ ਬੜੀ ਮਮਤਾ ਨਾਲ ਵੇਖ ਕੇ ਚੂੰ ਚੂੰ ਕਰ ਰਿਹਾ ਸੀ। ਕੁਝ ਦੇਰ ਦੀ ਖਾਮੋਸ਼ੀ ਬਾਅਦ ਏਰਾ ਬੋਲੀ, ਇਸੇ ਨਾਲ ਗੱਲਾਂ ਕਰਦੀ ਰਹਿੰਦੀ ਹਾਂ। ਹੋਰ ਕੌਣ ਹੈ ਜਿਹਨੂੰ ਕੁਝ ਕਹਿ ਸਕਾਂ? ਤੇ ਸ਼ਾਇਦ ਮੈਂ ਕਿਸੇ ਨੂੰ ਕੁਝ ਕਹਿਣਾ ਵੀ ਨਹੀਂ ਚਾਹੁੰਦੀ। ਬਹੁਤ ਅਜੀਬ ਹੋ ਗਿਆ ਇਹ ਮਨ। ਨਹੀਂ ਕਹਿੰਦੀ ਹਾਂ ਤਾਂ ਪਛਤਾਉਂਦੀ ਹਾਂ, ਤੇ ਕਹਿ ਕੇ ਵੀ ਪਛਤਾਉਂਦੀ ਹਾਂ। ਉਹਦੀਆਂ ਅੱਖਾਂ 'ਚ ਹੰਝੂ ਝਲਕ ਆਏ ਸਨ। ਫਿਰ ਉਹ ਹੌਲੀ ਜਿਹੀ ਬੋਲੀ, 10-12 ਦਿਨਾਂ 'ਚ ਨੌਕਰੀ ਮਿਲ ਜਾਏਗੀ, ਇਹੀ ਆਸਾਰ ਹਨ ਅਗਲੀ ਮੰਜ਼ਿਲ ਦੇ। ਕੋਈ ਫਿਕਰ ਦੀ ਗੱਲ ਨਹੀਂ। ਕਿੱਥੇ? ਮੈਂ ਪੁੱਛਿਆ। ਦਿੱਲੀ ਤੋਂ ਬਾਹਰ। ਚੰਡੀਗੜ੍ਹ 'ਚ ਅਪਲਾਈ ਕੀਤਾ, ਵੇਖੋ ਕੀ ਹੁੰਦਾ ਹੈ। ਇੰਤਜ਼ਾਰ ਕਰ ਰਹੀ ਹਾਂ। ਇਹ ਸ਼ਹਿਰ ਛੱਡਾਂਗੀ ਤਾਂ ਸਟੇਸ਼ਨ ਉੱਤੇ ਵਿਦਾ ਦੇਣ ਆਓਗੇ? ਕਹਿ ਕੇ ਉਹ ਫਿੱਕਾ ਜਿਹਾ ਹੱਸ ਪਈ। ਮੈਂ ਏਰਾ ਨੂੰ ਗੌਰ ਨਾਲ ਵੇਖਿਆ ਤਾਂ ਫਿੱਕੀ ਮੁਸਕਰਾਹਟ ਉਹਦੇ ਬੁੱਲ੍ਹਾਂ ਉੱਤੇ ਜੰਮੀ ਹੋਈ ਸੀ। ਉਹਦੀਆਂ ਅੱਖਾਂ 'ਚ ਬੇਬਸੀ ਝਿਲ ਮਿਲਾ ਰਹੀ ਸੀ। ਰੇਸ਼ਮੀ ਵਾਲ ਰੁੱਖੇ ਹੋਏ ਹੌਲੀ ਹੌਲੀ ਕੰਬ ਰਹੇ ਸਨ। ਵਾਤਾਵਰਨ ਹਲਕਾ ਕਰਨ ਲਈ ਮੈਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਰਿਹਾ। ਉੱਠ ਕੇ ਚੱਲਣ ਲੱਗਾ ਤਾਂ ਏਰਾ ਬੂਹੇ ਤੱਕ ਛੱਡਣ ਆਈ। ਘੁੰਮ ਕੇ ਗਲੀ 'ਚ ਨਿਕਲਿਆ ਤਾਂ ਵੇਖਿਆ ਸੀਖਾਂ ਨਾਲ ਬੱਝਿਆ ਹੋਇਆ ਉਹ ਖੂਬਸੂਰਤ ਕਤੂਰਾ ਬੈਠਾ ਸੀ, ਤੇ ਸਟੂਲ ਉੱਤੇ ਬੈਠੀ ਏਰਾ ਉਹਨੂੰ ਤੱਕ ਰਹੀ ਸੀ। ਉਹ ਇਕੱਲੇ ਹਨੇਰੇ ਕਮਰੇ 'ਚ ਸਿਰਫ ਇੱਕ ਕੋਨੇ 'ਚ ਕਿਧਰੋਂ ਰੌਸ਼ਨੀ ਆ ਰਹੀ ਸੀ। ਮੈਂ ਰੁੱਕ ਕੇ ਕਿਹਾ, ਘਬਰਾਈ ਨਾ, ਮੈਂ ਮਿਲਦਾ ਰਹਾਂਗਾ। ਨੌਕਰੀ ਉੱਤੇ ਜਾਏਂਗੀ ਤਾਂ ਛੱਡਣ ਲਈ ਆਵਾਂਗਾ। ਉਹਨੇ ਹੌਲੇ ਜਿਹੇ ਸਿਰ ਹਿਲਾਇਆ ਤੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਖਾਂ ਫੇਰ ਭਰ ਆਈਆਂ। ਮੈਨੂੰ ਦੁੱਧਸਰ ਦੀ ਯਾਦ ਆਈ। ਡਬਡਬਾਈਆਂ ਅੱਖਾਂ ਵਾਲੇ ਚਿਹਰੇ ਵਾਲੀ ਉਹ ਖੂਬਸੂਰਤ ਤੇ ਇਕੱਲੀ ਝੀਲ, ਜਿਸ 'ਚ ਹੰਝੂਆਂ ਦੇ
ਹਿਮ ਹੰਸ ਤੈਰ ਰਹੇ ਸਨ ਤੇ ਉਹ ਬਰਫ਼ ਦੀ ਵਾਦੀ ਯਾਦ ਆ ਰਹੀ ਸੀ ਜਿਸ 'ਚੋਂ ਅਸੀਂ ਜ਼ਿੰਦਾ ਨਿਕਲ ਆਏ ਸੀ। ਮੈਨੂੰ ਡਾਕ ਬੰਗਲੇ ਦੇ ਉਹ ਦਿਨ ਯਾਦ ਆਉਂਦੇ ਜਦੋਂ ਇਰਾ ਨੇ ਮੈਨੂੰ ਸਭ ਕੁਝ ਦੱਸਿਆ ਸੀ। ਉਹ ਦਿਨ ਵੀ ਜਦੋਂ ਆੜੂ ਦੇ ਡਾਕ ਬੰਗਲੇ 'ਚ ਉਹਨੇ ਮੈਨੂੰ ਕਿਹਾ ਸੀ ਵਿਹੜੇ 'ਚ ਖੜੇ ਹੋ ਕੇ ਵੀ ਮੇਰੇ ਸਾਹ ਘੁੱਟਦੇ ਹਨ ਤੇ ਵਿਮਲ ਨਾਲ ਇਸ ਕਮਰੇ 'ਚ ਗੁਜ਼ਾਰੇ ਉਹ ਦਿਨ ਜਦੋਂ ਵਿਮਲ ਨੂੰ ਉਹਨੇ ਸੰਭਾਲਿਆ ਹੋਏਗਾ, ਉਹਨੂੰ ਜਿੰਦਾ ਰੱਖਣ ਲਈ ਅਗਨੀ ਪ੍ਰੀਖਿਆ ਦੇ ਕੇ ਮੁੜੀ ਹੋਏਗੀ। ਕਿੰਨੇ ਆਪਣੇ ਤੇ ਕਿੰਨੇ ਬੇਗਾਨੇ ਹੁੰਦੇ ਹਨ ਇਹ ਡਾਕ ਬੰਗਲੇ। ਮੁਸਾਫਿਰ ਆਉਂਦੇ ਹਨ, ਚਲੇ ਜਾਂਦੇ ਹਨ। ਬਹੁਤ ਸਾਰੀਆਂ ਗੱਲਾਂ ਮੈਨੂੰ ਇਕੱਠੀਆਂ ਹੀ ਯਾਦ ਆਉਂਦੀਆਂ ਹਨ। ਵਿਮਲ, ਸੋਲੰਕੀ, ਬਤਰਾ ਤੇ ਡਾਕਟਰ ਜਿਵੇਂ ਸਾਰੇ ਮੇਰੇ ਸਾਹਮਣੇ ਹਨ। ਸਿੱਖਾਂ ਦੇ ਪਾਰ ਇਰਾ ਤੇ ਉਹਦਾ ਕਤੂਰਾ ਵੀ ਮੈਨੂੰ ਯਾਦ ਆਉਂਦਾ ਹੈ। ਮੌਤ ਦੀ ਬਰਫੀਲੀ ਵਾਦੀ 'ਚੋਂ ਜਿੰਦਾ ਮੁੜਨਾ ਵੀ ਨਹੀਂ ਭੁੱਲਦਾ। ਉਹਨੂੰ ਚੰਡੀਗੜ੍ਹ ਨੌਕਰੀ ਮਿਲ ਗਈ ਸੀ। ਉਦਾਸ ਆਵਾਜ਼ 'ਚ ਇੱਕ ਦਿਨ ਉਹਦਾ ਫੋਨ ਆਇਆ ਸੀ, ਤਿਲਕ ਮੈਂ ਕੱਲ ਰਾਤ ਦੀ ਗੱਡੀ ਰਾਹੀਂ ਜਾ ਰਹੀ ਹਾਂ, ਅਲਵਿਦਾ। ਮੈਂ ਉਹਦੇ ਕਮਰੇ ਤੇ ਪਹੁੰਚਿਆ। ਉਹਨੇ ਸਭ ਕੁਝ ਉਂਝ ਹੀ ਛੱਡ ਦਿੱਤਾ ਸੀ। ਬਾਰੀ ਬੰਦ ਕਰਤੀ, ਕਤੂਰਾ ਗੁਆਂਢੀ ਨੂੰ ਦੇ ਦਿੱਤਾ। ਸਿਰਫ ਇੱਕ ਸੂਟਕੇਸ ਲੈ ਕੇ ਉਹ ਆ ਗਈ ਸੀ। ਮੈਂ ਪੁੱਛਿਆ ਕਮਰਾ ਛੱਡਿਆ ਨਹੀਂ? ਕੀ ਪਤਾ ਫੇਰ ਮੁੜ ਕੇ ਆਉਣਾ ਪਏ ਜਾਂ ਕਿਧਰੇ ਹੋਰ ਫੇਰ ਜਾਣਾ ਪਏ। ਤੇ ਉਹਨੇ ਬੂਹੇ ਉੱਤੇ ਤਾਲਾ ਲਗਾ ਕੇ ਸੂਟਕੇਸ ਬਾਹਰ ਰੱਖ ਲਿਆ ਸੀ। ਹੌਲੀ ਜਿਹੀ ਬੁੜਬੁੜਾਈ ਸੀ, ਚਲੋ ਬਈ ਸੂਟਕੇਸ ਚੱਲੀਏ। ਮੈਂ ਉਹਨੂੰ ਕਾਲਕਾ ਮੇਲ ਤੇ ਛੱਡ ਆਇਆ ਸੀ। ਉਹ ਆਪਣੀ ਸੀਟ ਤੇ ਚੁੱਪਚਾਪ ਬੈਠ ਗਈ ਸੀ। ਗੱਡੀ ਚੱਲਣ ਵੇਲੇ ਵੀ ਉਹ ਬਾਰੀ ਉੱਤੇ ਨਹੀਂ ਆਈ ਸੀ। ਗੱਡੀ ਚਲੀ ਗਈ। ਹੁਣ ਮੈਂ ਇੰਨਾ ਹੀ ਜਾਣਦਾ, ਜਾਂ ਤਾਂ ਇਰਾ ਨੇ ਚੰਡੀਗੜ੍ਹ 'ਚ ਨੌਕਰੀ ਕਰ ਲਈ ਹੋਏਗੀ ਤੇ ਜਾਂ ਆਪਣਾ ਸੂਟਕੇਸ ਲੈ ਕੇ ਕਿਧਰੇ ਹੋਰ ਚਲੀ ਗਈ ਹੋਏਗੀ। ਘੱਟੋ ਘੱਟ ਦਿੱਲੀ ਮੁੜ ਕੇ ਉਹ ਨਹੀਂ ਆਈ। ਸਮਾਪਤ। ਧੰਨਵਾਦ।